ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਤੇ ਅੱਜ ਦਾ ਜਿਹੜਾ ਦਿਨ ਹੁੰਦਾ, ਇਸ ਦਿਨ ਆਪਣੇ ਨਾਲ ਜਤਿੰਦਰ ਪੰਨੂ ਜੀ ਹੁੰਦੇ ਨੇ। ਅੱਜ ਵੀ ਆਪਾਂ ਤਾਰਾਂ ਜੋੜੀਆਂ ਨੇ ਤੇ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਦਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਗੁਰਪ੍ਰੀਤ ਜੀ, ਤੁਹਾਡਾ ਸਵਾਗਤ। 2 ਹਫ਼ਤਿਆਂ ਬਾਅਦ ਤੁਸੀਂ ਦਰਸ਼ਨ ਦੇਣ ਲੱਗੇ। ਬਹੁਤ ਸਾਰੇ ਦਰਸ਼ਕ ਮੈਨੂੰ ਪੁੱਛਦੇ ਸੀ ਉਹ ਕਿੱਥੇ ਆ। ਮੈਂ ਕਿਹਾ ਜਿੱਥੇ ਵੀ ਆ ਨਾ, ਤੁਸੀਂ ਇਹ ਸਮਝੋ ਕਿ ਤੁਹਾਡੀ ਸੇਵਾ ਵਾਸਤੇ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ ਤੋਂ ਜਣੇ ਲੱਗੇ ਆ। ਕੁਝ ਨਾ ਕੁਝ ਤੁਹਾਡੇ ਲਈ ਕਰਦੇ ਪਏ। ਛੇਤੀ ਅਸੀਂ ਇਕੱਠੇ ਆਵਾਂਗੇ। ਤੁਹਾਡਾ ਸਵਾਗਤ ਹੈ। ਚਲੋ ਉਹਦੇ ਲਈ ਮੈਂ ਮਾਫੀ ਚਾਹੁੰਦਾ। ਗੱਲ ਆ ਪੰਨੂ ਸਾਹਿਬ ਕਿ ਤਾਰ ਆਪਣੇ ਕੋਲ ਇੱਕ ਸੀ ਕੱਚੀ, ਤੇ ਉਹ ਇਧਰ ਵਿਨੀਪੈਗ ਵਾਲੇ ਪਾਸੇ ਨੂੰ ਵਿਛਾਈ, ਕਿਉਂਕਿ ਪਰਮਵੀਰ ਬਾਠ ਵੀ ਉੱਥੇ ਨੇ ਤੇ ਮੈਂ ਇੱਥੇ ਕੈਲਗਰੀ ਬੈਠਾ। ਮੈਨੂੰ ਸਮਝ ਨਹੀਂ ਲੱਗਦੀ। ਤੁਸੀਂ ਸਾਰੇ ਵੈਸ਼ਨੂ ਆ ਤੇ ਇਹ ਵਿਨੀਪੈਗ, ਉੱਥੇ ਵਿਨੀਪੈਗ ਪਤਾ ਨਹੀਂ ਸ਼ਹਿਰ ਦਾ ਨਾਮ ਬੜਾ ਕਸੂਤਾ ਜਿਹਾ। ਅੱਧੇ ਪੰਜਾਬੀ ਤੇ ਉੱਥੋਂ ਦੇ ਲੰਘਦਿਆਂ ਸਾਰੇ ਮਤਲਬ ਨਸ਼ਿਆਏ ਜੇ ਜਾਂਦੇ ਹੋਣੇ। ਤੁਹਾਨੂੰ ਪਤਾ ਕਿ ਕੈਨੇਡਾ ਸੀਗਾ, ਤੁਹਾਨੂੰ ਪਤਾ ਕੈਨੇਡਾ 'ਚ ਪੰਜਾਬੀਆਂ ਨੇ ਬਹੁਤ ਸਾਰੇ ਨਾਂ ਆਪਣੀ ਮਰਜ਼ੀ ਦੇ ਰੱਖੇ ਆ। ਤੇ ਇਹ ਪ੍ਰਿੰਸ ਰੂਪਰਟ ਨੂੰ ਵੀ ਸਾਡੇ ਟਰੱਕਾਂ ਵਾਲੇ ਉੱਥੇ ਪ੍ਰਿੰਸ ਰੋਪੜ ਕਹਿੰਦੇ ਆ। ਜੀ 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 ਜੀ, ਹਾਂਜੀ ਹਾਂਜੀ। ਉਹਨੇ ਇਹ ਵਿਨੀ ਨੂੰ ਵੀ ਆਖੀ ਜਾਂਦੇ ਵੀ ਉਹ ਮਿੰਨੀ। ਮੈਂ ਵੀ ਇੱਕ ਦਿਨ ਬਾਠ ਸਾਹਿਬ ਨੂੰ ਕਹਿੰਦਾ ਸੀਗਾ ਵੀ ਉਹ ਜਿਹੜਾ ਐਮ ਸੀਗਾ ਮਿੰਨੀ ਪੈਗ, ਉਹ ਘੁੰਮ ਕੇ ਕਿਤੇ ਡਬਲਿਊ ਬਣ ਗਿਆ ਤੇ ਉਦੋਂ ਬਾਅਦ ਕਿਤੇ ਚਲਾ ਲਿਆ। ਉਲਟਾ ਹੋ ਗਿਆ। ਉੱਥੇ ਮੈਂ ਇੰਗਲੈਂਡ 'ਚ ਗਿਆ ਸਾਂ ਆਕਸਫੋਰਡ ਯੂਨੀਵਰਸਿਟੀ ਵੇਖਣ, ਤੇ ਉਹਦੇ ਨਾਲ ਦੀ ਇੱਕ ਸੜਕ ਦਾ ਨਾਂ ਅੰਗਰੇਜ਼ਾਂ ਨੇ ਰੱਖਿਆ ਸੀ ਲੌਂਗਵੈਲ ਰੋਡ, ਤੇ ਸਾਡੇ ਵਾਲਿਆਂ ਨੇ ਉਹਦਾ ਨਾਂ ਲੌਂਗੋਵਾਲ ਸਟਰੀਟ ਰੱਖਤਾ। ਲੌਂਗੋਵਾਲ ਸਟਰੀਟ, ਠੀਕ। ਅਨੇ ਚਲੋ, ਡਾਲਰ ਤੋਂ ਡਾਲੇ ਤੇ ਕਦੋਂ ਦੇ ਬਣੇ ਨੇ ਤੇ ਸਾਰਾ ਕੁਝ ਚੱਲੀ ਜਾਣਾ। ਪੰਨੂ ਸਾਹਿਬ, ਮੈਂ ਜੇ ਤੁਸੀਂ ਇਜਾਜ਼ਤ ਦਿਓ ਤੇ ਖਬਰਾਂ ਵਾਲੇ ਪਾਸੇ ਨੂੰ ਮੋੜਾ ਕੱਟਾਂ ਜੀ। ਬਿਲਕੁਲ ਬਿਲਕੁਲ ਜੀ, ਵੈਲਕਮ। ਅੱਛਾ, ਗੱਲ ਇਹ ਆ ਕਿ ਖਬਰਾਂ ਤੋਂ ਪਹਿਲਾਂ ਵੀ ਇੱਕ ਜਿਹੜੀ ਗੱਲ ਬਹੁਤੀ ਧਿਆਨ 'ਚ ਆਉਂਦੀ ਸੀ ਉਹ ਇਹ ਸੀ ਕਿ ਜਿਹੜਾ ਪੰਜਾਬ ਆ ਉੱਥੋਂ ਨਾ ਜੀ ਅੱਜ ਕੱਲ੍ਹ ਇਹ ਬੜੀ ਚਰਚਾ ਚੱਲਣ ਲੱਗ ਪਈ ਆ ਵੀ ਬਾਕੀ ਸਾਰਾ ਕੁਝ ਤੇ ਕਹਿੰਦੇ ਸਰਕਾਰ ਆ ਵੀ ਕਰ ਦੇਣਾ, ਆ ਵੀ ਕਰ ਦੇਣਾ, ਆ ਵੀ ਕਰ ਦੇਣਾ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਨਸ਼ਿਆਂ ਵਾਲੀਆਂ ਖਬਰਾਂ ਉਹ ਐਜ਼ ਇਟ ਇਜ਼ ਹੀ ਆਈ ਜਾਂਦੀਆਂ। ਹਾਲਾਂਕਿ ਜਿਹੜੀ ਹੁਣ ਨਸ਼ੇ ਦੀ ਵੱਡੀ ਖੇਪ ਆ ਉਹ ਕਦੀ ਕਿਸੇ ਬੰਦਰਗਾਹ ਤੋਂ ਫੜੀ ਜਾਂਦੀ ਹੈ, ਕਦੀ ਕਿਸੇ ਬੰਦਰਗਾਹ ਤੋਂ ਫੜੀ ਜਾਂਦੀ ਹੈ, ਯਾਨੀ ਕਿ ਹੋਰਨਾਂ ਸੂਬਿਆਂ 'ਚ ਫੜੀ ਜਾਂਦੀ ਹੈ। ਪਰ ਜਿਹੜਾ ਉਹ ਨਸ਼ੇ ਵਾਲਾ ਮਾਮਲਾ, ਉਹਦੇ ਨਾਲ ਹੋਣ ਵਾਲੀਆਂ ਮੌਤਾਂ ਨੇ ਉਹ ਜਿਉਂ ਦੀਆਂ ਤਿਉਂ ਨੇ। ਅਤੇ ਉਹ ਕਈ ਵਾਰ ਇਸ ਚੀਜ਼ ਦੀ ਚਰਚਾ ਚੱਲਦੀ ਆ ਵੀ ਚਲੋ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਸਰਕਾਰ ਨੇ ਉਹ ਤਾਂ ਉਹ ਪੂਰੀਆਂ ਕਰੀ ਜਾਂਦੇ ਆ, ਪਰ ਜਿਹੜੇ ਅਸਲ 'ਚ ਰੋਗ ਨੇ ਪੰਜਾਬ ਦੇ ਦੂਰ ਕਰਨ ਵਾਲੇ, ਉਹਨਾਂ ਵਾਲੇ ਪਾਸੇ ਕਦੋਂ ਧਿਆਨ ਦੇਣਗੇ? ਤੁਹਾਨੂੰ ਲੱਗਦਾ ਕਿ ਵੀ ਨਸ਼ੇ ਨੂੰ ਕੋਈ ਮਾੜੀ ਮੋਟੀ ਠੱਲ ਪਈ ਹੈ ਜਾਂ ਇਹ ਪਾਉਣਗੇ? ਨਹੀਂ, ਅੱਗੇ ਨਾਲੋਂ ਕੁਛ ਤਾਂ ਰੋਕ ਪਈ ਆ। ਮੈਂ ਨਹੀਂ ਕਹਿੰਦਾ 5% ਪਈ ਕਿ 25% ਪਈ, ਕੁਝ ਤਾਂ ਫਰਕ ਪਿਆ। ਹੁਣ ਪਿੰਡਾਂ ਦੀਆਂ ਪੰਚਾਇਤਾਂ ਵੀ ਨਸ਼ੇਬਾਜ਼ਾਂ ਨੂੰ ਤੇ ਨਸ਼ਾ ਵੇਚਣ ਵਾਲੇ ਡੀਲਰਾਂ ਨੂੰ, ਜਾਂ ਉਹਨਾਂ ਦੇ ਜਿਹੜੇ ਅਗਲੇ ਪਾਸੇ ਰਿਟੇਲ ਡੀਲਰ ਆ, ਉਹਨਾਂ ਨੂੰ ਫੜਨ ਲੱਗ ਪਏ ਨੇ। ਪਿੰਡਾਂ ਵਾਲਿਆਂ ਨੇ ਕਈਆਂ ਥਾਵਾਂ 'ਤੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ ਆ। ਸਿੱਧਵਾਂ ਬੇਟ ਦੇ ਲਾਗੇ ਇੱਕ ਪਿੰਡ ਦੀ ਸਰਪੰਚ ਬੀਬੀ ਕਾਂਗਰਸ ਪਾਰਟੀ ਦੀ ਆ, ਉਹਨੇ ਫੜ ਕੇ ਨਾਲੇ ਉੱਥੇ ਉਹ ਪਿੰਡ ਦੇ ਸਾਹਮਣੇ ਸ਼ਰਮਿੰਦੇ ਕੀਤੇ ਤੇ ਨਾਲੇ ਪੁਲਿਸ ਦੇ ਹਵਾਲੇ ਕੀਤੇ। ਤੇ ਪੰਜਾਬ ਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਦੋਵਾਂ ਦੀ ਪਾਰਟੀ ਅੱਡੋ ਅੱਡ ਆ, ਪਰ ਉਚੇਚਾ ਉੱਥੋਂ ਚੰਡੀਗੜ੍ਹ ਤੋਂ ਉਸ ਬੀਬੀ ਦਾ ਸਨਮਾਨ ਕਰਨ ਵਾਸਤੇ ਉਸ ਪਿੰਡ 'ਚ ਗਿਆ ਤੇ ਉਹਨੇ ਆਖਿਆ ਇਹ ਲਹਿਰ ਚਲਾਓ ਨਾਲ ਦੇ ਪਿੰਡਾਂ 'ਚ ਵੀ। ਬੀਬੀ ਜੀ, ਮੈਨੂੰ ਕੋਈ ਮਤਲਬ ਨਹੀਂ ਕਿ ਭਾਵੇਂ ਤੁਸੀਂ ਵੀ ਕਾਂਗਰਸੀ ਵੀ ਹੋ, ਤੁਸੀਂ ਕੰਮ ਚੰਗਾ ਕੀਤਾ, ਤੁਹਾਡੇ ਪਿੰਡ ਦੇ ਵਿਕਾਸ ਵਾਸਤੇ ਜੋ ਚਾਹੀਦਾ ਮੈਨੂੰ ਦੱਸਿਓ, ਮੈਂ ਦਿਆਂਗਾ, ਤੇ ਇਸ ਤਰ੍ਹਾਂ ਕੰਮ ਕਰਦੇ ਰਹੋ। ਬਾਕੀ ਥਾਵਾਂ 'ਤੇ ਵੀ ਆ, ਪਰ ਮੋਟੇ ਤੌਰ 'ਤੇ ਵੇਖਣਾ ਚਾਹੀਦਾ ਕਿ ਗੌਰਮੈਂਟ ਦਾ ਜਿਹੜਾ ਕ੍ਰਾਈਮ ਰਿਕਾਰਡ ਬਿਊਰੋ ਆ ਭਾਰਤ ਸਰਕਾਰ ਦਾ, ਉਹਨੇ ਪਿੱਛੇ ਜੇ ਅੰਕੜੇ ਜਾਰੀ ਕੀਤੇ ਆ ਪਿਛਲਿਆਂ ਸਾਲਾਂ ਦੇ। ਉਹ ਹੁਣ ਇਸ ਸਾਲ ਦੇ ਅੰਕੜੇ ਤੇ ਜੇ ਅਗਲੇ ਸਾਲ ਆਉਣਗੇ। ਕੁਝ ਲੋਕ ਅੰਕੜੇ ਪੜ੍ਹ ਕੇ ਕਹੀ ਜਾਂਦੇ ਲੈ ਨਵੀਂ ਸਰਕਾਰ ਨੇ ਕੀ ਕਰਤਾ। ਉਹ ਅੰਕੜੇ ਜਦੋਂ 31 ਮਾਰਚ ਤੱਕ ਦੇ ਆ ਤੇ ਨਵੀਂ ਸਰਕਾਰ ਨੂੰ ਅਸੀਂ ਕੀ ਕਹਿ ਸਕਦੇ ਹਾਂ? ਉਹਨਾਂ ਅੰਕੜਿਆਂ ਦੇ ਮੁਤਾਬਕ 3 ਸਟੇਟਸ ਇਹੋ ਜਿਹੀਆਂ, 3 ਸੂਬੇ ਇਹੋ ਜਿਹੇ ਆ ਜਿੱਥੇ ਲੋਕ ਸਾਡੇ ਤੋਂ ਵੀ ਬਹੁਤਾ ਨਸ਼ਾ ਲੈਂਦੇ ਆ ਔਰ ਵਰਤਦੇ ਆ। ਪਰ ਇਹ ਗੱਲ ਮੰਨੀ ਗਈ ਆ ਕਿ ਨਸ਼ੇ ਦੀ ਹੱਬ ਜਿੱਥੇ ਕਾਰੋਬਾਰ ਦਾ ਕੇਂਦਰ ਹੈ ਉਹ ਪੰਜਾਬ ਹੈ, ਜਿੱਥੇ ਹਰ ਕਿਸਮ ਦਾ ਨਸ਼ਾ ਪਿੱਛੋਂ ਆਉਂਦਾ ਤੇ ਅਗਲਿਆਂ ਪਾਸਿਆਂ ਨੂੰ ਘੱਲਿਆ ਜਾਂਦਾ। ਨਾਲ ਇਹ ਕਿ ਇੱਥੇ ਨਸ਼ਾ ਕਈ ਕਿਸਮ ਦਾ ਬਣਾਇਆ ਵੀ ਜਾਂਦਾ। ਇਹ ਕੰਮ ਦੂਸਰੇ ਰਾਜਾਂ 'ਚ ਵੀ ਹੁੰਦਾ ਪਰ ਘੱਟ ਹੁੰਦਾ। ਹੁਣ ਨਵੀਂ ਸਰਕਾਰ ਆਈ ਤੋਂ ਬਾਅਦ 1 ਸਾਲ ਬਾਅਦ ਅਸੀਂ ਵੇਖਾਂਗੇ ਕੀ ਕੁਛ ਕੀਤਾ।
ਇਹਨਾਂ 6 ਮਹੀਨਿਆਂ 'ਚ ਇਹ ਤਾਂ ਕਹਿੰਦੇ ਅਸੀਂ ਬਹੁਤ ਕੁਝ ਕਰਤਾ। ਜਿਹੜੇ ਸਰਕਾਰ ਦੇ ਭਾਰਤ ਸਰਕਾਰ ਦੇ ਅੰਕੜੇ ਉਹ ਅਜੇ ਅਗਲੇ ਸਾਲ ਜਾ ਕੇ ਦੱਸਣਗੇ, ਪਰ ਜੋ ਕੁਝ ਸਾਹਮਣੇ ਆ ਗਿਆ ਉਹਨੇ ਇਹ ਤਾਂ ਦੱਸਤਾ ਨਾ ਕਿ ਪਿਛਲੀਆਂ ਸਰਕਾਰਾਂ ਦੇ ਵਕਤ ਵਿਗਾੜ ਹੀ ਪਿਆ, ਸੁਧਾਰ ਵਾਲੀ ਕੋਈ ਗੱਲ ਨਹੀਂ ਹੋਈ। ਜੇ ਸੁਧਾਰ ਵਾਲੀ ਕੋਈ ਗੱਲ ਹੋਈ ਹੁੰਦੀ ਤੇ ਇਸ ਤਰ੍ਹਾਂ ਨਹੀਂ ਸੀ ਹੋਣਾ। ਉਹ ਜਿਹੜਾ ਰਿਕਾਰਡ ਹੈ ਉਹ ਸਾਡਾ ਬਹੁਤ ਬੁਰਾ। ਇਸ ਵੇਲੇ ਕੁਝ ਨਾ ਕੁਝ ਤਾਂ ਜਾਪਦਾ ਕਿ ਠੱਲ ਪਈ ਆ। ਮਹਾਰਾਸ਼ਟਰ ਦੀ ਪੁਲਿਸ ਜਦੋਂ ਵੀ ਫੜਦੀ ਹੈ ਕਿਤੇ ਨਾ ਕਿਤੇ ਛਾਪਾ ਮਾਰ ਕੇ ਡਰੱਗ, ਤੇ ਬਹੁਤੀ ਵਾਰੀ ਉੱਥੋਂ ਇਹ ਖਬਰ ਆਉਂਦੀ ਆ ਕਿ ਉਹਨਾਂ ਨੇ ਪੰਜਾਬ ਪੁਲਿਸ ਤੋਂ ਮਿਲੀ ਸੂਹ ਦੇ ਉੱਤੇ ਜਾ ਕੇ ਛਾਪਾ ਮਾਰਿਆ। ਉਹਨਾਂ ਨੇ ਗੁਜਰਾਤ ਵਿੱਚ ਵੀ ਜਾ ਕੇ ਇੱਕ ਬਹੁਤ ਵੱਡੀ ਫੈਕਟਰੀ ਫੜ ਲਈ ਜਿੱਥੇ ਡਰੱਗ ਬਣਾਈ ਜਾਂਦੀ ਸੀ, ਔਰ ਡਰੱਗ ਬਣਾਉਣ ਵਾਲੇ ਜਿਹੜੇ ਕੈਮੀਕਲ ਇੰਜੀਨੀਅਰ ਨੇ ਉਹ ਵੀ ਉੱਥੇ ਉਹਨਾਂ ਨੇ ਫੜ ਲਏ, ਕੈਮੀਕਲ ਐਕਸਪਰਟ ਵੀ। ਪਰ ਉਹ ਸੂਹ ਜਿਹੜੀ ਇੱਥੋਂ ਪੰਜਾਬ ਤੋਂ ਗਈ ਸੀ। ਜਿਹੜਾ ਪੰਜਾਬ 'ਚ ਮਾਲ ਆਉਂਦਾ, ਪੰਜਾਬ ਦੇ ਬਾਰਡਰ ਦੇ ਉੱਤੇ ਤੇ ਕੰਡੇਦਾਰ ਤਾਰ ਬਹੁਤ ਉੱਚੀ ਉੱਚੀ ਹੈ। ਇੱਥੇ ਤੇ 2-4 ਥੈਲੀਆਂ ਕੋਈ ਉਹਦੇ ਸੁੱਟਦਾ ਹੋਊਗਾ, ਕੋਈ ਡਰੋਨ ਨਾਲ ਵੀ ਸੁੱਟਦਾ, ਉਹ ਥੋੜ੍ਹਾ ਮਾਲ ਆ ਰਿਹਾ। ਬਹੁਤਾ ਮਾਲ ਹੁਣ ਤੱਕ ਸਮਝਿਆ ਜਾਂਦਾ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਆਉਂਦਾ ਸੀ। ਮਹਾਰਾਸ਼ਟਰ ਵਾਲੇ ਤਾਂ ਅੱਜ ਕੱਲ੍ਹ ਕਾਫੀ ਸਖਤੀ ਨਾਲ ਪਏ ਆ। ਗੁਜਰਾਤ ਵਿੱਚ ਮੈਨੂੰ ਇਹ ਕਹਿਣਾ ਪੈਂਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੋਮ ਸਟੇਟ ਹੈ, ਜਿਹੜਾ ਹੋਮ ਮਿਨਿਸਟਰ ਹੈ ਭਾਰਤ ਦਾ, ਉਹ ਵੀ ਉਸੇ ਸੂਬੇ ਦਾ। ਇਹਦੇ ਬਾਵਜੂਦ ਉਸ ਸੂਬੇ ਦੇ ਵਿੱਚ ਅਜੇ ਤੱਕ ਹਾਲਾਤ ਠੀਕ ਨਹੀਂ ਗਏ। ਉੱਥੋਂ ਡਰੱਗ ਬਹੁਤ ਸਾਰੀ ਆ ਰਹੀ ਹੈ ਤੇ ਰਾਹ ਦੇ ਵਿੱਚੋਂ ਰਾਜਸਥਾਨ ਵਾਲੇ ਜਾਂ ਵਾਇਆ ਮੱਧ ਪ੍ਰਦੇਸ਼ ਯੂਪੀ ਆਉਂਦੇ ਹੋਣ, ਹਰਿਆਣੇ ਵਾਲੇ, ਇਹ ਸਾਰੇ ਜਿੰਨੇ ਵੀ ਆ ਇਹ ਵੀ ਕਿਸੇ ਪਾਸਿਓਂ ਕੰਟਰੋਲ ਨਹੀਂ ਕਰਦੇ। ਅਜੇ ਤੱਕ ਇਹੋ ਜਿਹੀ ਕੋਈ ਖੇਪ ਨਹੀਂ ਫੜੀ ਗਈ ਜਿਹੜੀ ਹਵਾਈ ਜਹਾਜ਼ ਤੇ ਲੱਦ ਕੇ ਆਈ ਹੋਵੇ। ਉੱਥੋਂ ਆਉਂਦੀ ਆ ਜਾਂ ਰੇਲ ਦੇ ਰਾਹੀਂ ਜਾਂ ਫਿਰ ਸੜਕ ਦੇ ਰਾਹੀਂ। ਇਹਨਾਂ ਦੋਵਾਂ ਹਾਲਤਾਂ ਦੇ ਵਿੱਚ ਜਿਹੜੇ ਸੂਬੇ ਰਾਹ 'ਚ ਪੈਂਦੇ ਆ ਉਹਨਾਂ ਨੂੰ ਵੀ ਕੁਝ ਕਰਨਾ ਚਾਹੀਦਾ, ਪਰ ਲੱਗਦਾ ਇਹ ਹੈ ਕਿ ਉਹ ਇਹ ਸਮਝਦੇ ਆ ਕਿ ਸਾਡੇ ਵਾਲੇ ਪਾਸੇ ਇਹ ਕੰਮ ਨਾ ਹੋਵੇ ਤੇ ਬਾਕੀ ਜੋ ਮਰਜ਼ੀ ਹੋਈ ਜਾਵੇ। ਮੈਨੂੰ ਬਿਹਾਰ 'ਚੋਂ ਇੱਕ SSP ਦੇ ਆਏ ਬਿਆਨ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਮੈਂ ਫਲਾਣੇ ਇਲਾਕੇ 'ਚ ਹੁੰਦਾ ਸੀ, ਉੱਥੇ ਬੜਾ ਕ੍ਰਾਈਮ ਸੀ, ਤੇ ਮੈਂ ਸਾਰਿਆਂ ਨੂੰ ਸੱਦ ਕੇ ਕਹਿਤਾ ਸੀ ਬੰਦੇ ਬੁਣ ਜਾਓ, ਤੁਸੀਂ ਬਾਹਰ ਜੋ ਕਰਨਾ ਕਰੀ ਜਾਓ, ਮੇਰੇ ਜ਼ਿਲ੍ਹੇ 'ਚ ਆ ਜਾਓ, ਤੁਹਾਡੀ ਕੋਈ ਵਾਹ ਵੱਲ ਨਹੀਂ ਵੇਖਦਾ, ਪਰ ਜੇ ਮੇਰੇ ਜ਼ਿਲ੍ਹੇ 'ਚ ਕ੍ਰਾਈਮ ਕੀਤਾ ਤਾਂ ਮੈਂ ਛੱਡਣੇ ਨਹੀਂ। ਯਾਨੀ ਇੱਕ ਨਾਲ ਸਮਝੌਤਾ ਹੋ ਗਿਆ ਕਿ ਨਾਲ ਦੇ ਜ਼ਿਲ੍ਹਿਆਂ 'ਚ ਕ੍ਰਾਈਮ ਕਰਕੇ ਆ ਜਾਓ, ਮੇਰੇ ਇਸ ਜ਼ਿਲ੍ਹੇ 'ਚ ਤੁਹਾਨੂੰ ਸਰਪ੍ਰਸਤੀ ਮਿਲੂਗੀ ਤੇ ਬਾਹਰ ਤੋਂ ਹੀ ਸਭ ਕੁਝ ਕਰੀ ਜਾਓ। ਜੇ ਇਸ ਤਰ੍ਹਾਂ ਹੁੰਦਾ ਹੋਵੇ ਕਿ ਰਾਹ ਦੇ ਸੂਬੇ ਕਹਿੰਦੇ ਹੋਣ ਕਿ ਸਾਡੇ ਸੂਬੇ 'ਚ ਤੁਹਾਡੀ ਕੋਈ ਵਾਹ ਵੱਲ ਨਹੀਂ ਵੇਖਦਾ, ਤੇ ਜਿੱਥੋਂ ਲਿਆਉਣਾ ਜਾਂ ਗੁਜਰਾਤ ਵਾਲੇ ਜਾਣ ਤੇ ਜਿੱਥੇ ਜਾਣਾ ਜਾਂ ਪੰਜਾਬ ਵਾਲੇ ਭੁਗਤਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹ ਵੀ ਇੱਕ ਕਿਸਮ ਦੀ ਬੇਈਮਾਨੀ ਹੈ ਤੇ ਰਾਹ ਦੇ ਰਾਜਾਂ ਵਾਲੇ ਮੁੱਖ ਮੰਤਰੀ ਤੇ ਉਹਨਾਂ ਦੇ ਗ੍ਰਹਿ ਮੰਤਰੀ ਤੇ ਉੱਥੋਂ ਦੀ ਪੁਲਿਸ ਕਰਦੀ ਪਈ ਆ ਜੀ। ਅੱਛਾ ਪੰਡ ਸਾਹਿਬ, ਚਲੋ ਇਹ ਤੇ ਤੁਸੀਂ ਸਮਝਾਤੀ ਗੱਲ ਕਿ ਵੀ ਕਿਵੇਂ ਦਾ ਇਹ ਨੈਕਸਸ ਚੱਲਦਾ, ਇੰਟਰਸਟੇਟ ਚੱਲਦਾ, ਸਰਕਾਰਾਂ ਜੇ ਰਲ ਮਿਲ ਕੇ ਕਰਨਾ ਚਾਹਣ ਤੇ ਕੀਤਾ ਜਾ ਸਕਦਾ। ਦੂਜੇ ਪਾਸੇ ਜੇ ਹੁਣ ਮੈਂ ਪੰਜਾਬ ਵਾਲੇ ਪਾਸੇ ਮੋੜਾ ਕੱਟਾਂ ਤੇ ਇੱਕ ਗਰੰਟੀ ਦਿੱਤੀ ਸੀ ਇੱਥੋਂ ਵਾਲੀ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਕਿ ਜੇ ਅਸੀਂ ਆ ਗਏ ਤੇ ਅਸੀਂ ਇੰਨੇ ਯੂਨਿਟ ਬਿਜਲੀ ਮਾਫ ਕਰ ਦਿਆਂਗੇ। ਉਦੋਂ ਕੁ ਜੋ ਇੱਕ ਤਸਵੀਰ, ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਦੋਂ ਲੱਖ ਦੇ ਕਰੀਬ ਬਿਜਲੀ ਦੇ ਬਿੱਲ ਦਿੱਲੀੋਂ ਲਿਆ ਕੇ ਕੇਜਰੀਵਾਲ ਸਾਹਿਬ ਨੇ ਪੱਤਰਕਾਰਾਂ ਦੇ ਸਾਹਮਣੇ ਰੱਖੇ ਸੀ ਤੇ ਕਿਹਾ ਸੀ ਵੀ ਆਹ ਦੇਖੋ ਜੀ ਦਿੱਲੀ ਵਾਲਿਆਂ ਦੇ ਜ਼ੀਰੋ ਬਿੱਲ ਆਉਂਦੇ ਨੇ, ਪੰਜਾਬੀਆਂ ਦੇ ਵੀ ਆਉਣਗੇ। ਤੇ ਹੁਣ ਪੰਜਾਬ ਸਰਕਾਰ ਦੇ ਵਿੱਚੋਂ ਬਿਜਲੀ ਮੰਤਰੀ ਨੇ ETO ਸਾਹਿਬ, ਉਹਨਾਂ ਨੇ ਦਾਅਵਾ ਕੀਤਾ ਵੀ 24-25 ਲੱਖ ਦੇ ਕਰੀਬ ਪਰਿਵਾਰਾਂ ਦੇ ਜ਼ੀਰੋ ਬਿੱਲ ਆਏ ਆ ਤੇ ਆਹ ਦੇਖੋ ਜੀ ਅਸੀਂ ਗਰੰਟੀਆਂ ਜੋ ਦਿੱਤੀਆਂ ਸੀ ਉਹ ਅਸੀਂ ਪੂਰੀਆਂ ਕਰਨ ਲੱਗ ਪਏ ਹਾਂ। ਪਰ ਵਿਰੋਧੀ ਇਹ ਕਹਿੰਦੇ ਆ ਵੀ 200 ਯੂਨਿਟ ਤੇ ਅਸੀਂ ਮਾਫ ਕੀਤਾ ਸੀ ਪਹਿਲਾਂ, ਤੇ ਇਹ ਐਵੇਂ ਆਪਣੇ ਤੌਰ ਤੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰਦੇ। ਪਹਿਲਾਂ ਵੀ ਪਰਿਵਾਰਾਂ ਦੇ ਜ਼ੀਰੋ ਬਿੱਲ ਆਉਂਦੇ ਸੀ। ਹੁਣ ਇਹਨਾਂ ਦੋਵਾਂ ਗੱਲਾਂ ਨੂੰ ਕਿੱਦਾਂ ਸਹੀ ਮੰਨੀਏ ਜੀ? ਜੇ ਉਹਨਾਂ 200 ਕੀਤੇ ਵੀ ਹੋਣ ਤੇ ਇਹਨਾਂ ਨੇ ਆੜ ਕੇ 300 ਕਰ ਦਿੱਤੇ, ਫਰਕ ਇਹਦੇ ਨਾਲ ਕੋਈ ਪੈਂਦਾ ਕਿ ਨਹੀਂ ਪੈਂਦਾ? 100 ਯੂਨਿਟ ਵੀ ਹੋਰ ਵਧਾਤਾ ਜਾਵੇ ਮਾਫੀ ਵਾਲਾ ਤੇ ਉਹਦੇ ਨਾਲ ਜਿਹੜੇ ਲੱਖਾਂ ਦਾ ਫਰਕ ਪੈ ਜਾਂਦਾ ਪਰਿਵਾਰਾਂ ਦਾ। ਦੂਸਰੀ ਗੱਲ ਇਹ ਕਿ ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ ਦਸੰਬਰ ਤੱਕ ਜਿਨ੍ਹਾਂ ਲੋਕਾਂ ਦੇ ਪਿਛਲੇ ਬਕਾਏ ਆ ਮਾਫ ਕਰਤੇ, ਉਹ ਕਹਿ ਗਿਆ ਪਰ ਮਾਫ ਨਹੀਂ ਹੋਏ। ਉਹਨੇ ਕਿਹਾ ਸੀ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਆ ਉਹਨਾਂ ਸਾਰਿਆਂ ਦੇ ਬਹਾਲ ਕੀਤੇ ਜਾਣਗੇ, ਉਹ ਨਹੀਂ ਹੋਏ। ਨਵੀਂ ਸਰਕਾਰ ਆਈ ਤੋਂ ਰੌਲਾ ਪੈ ਗਿਆ ਕਿ ਕਈਆਂ ਲੋਕਾਂ ਦੇ ਕਨੈਕਸ਼ਨ ਕੱਟੇ ਆ ਤੇ ਉਹ ਬਹਾਲ ਨਹੀਂ ਹੋ ਰਹੇ, ਕਈਆਂ ਲੋਕਾਂ ਦੇ ਪਿਛਲੇ ਬਕਾਏ ਖੜੇ ਆ। ਇਹ ਨਵੀਂ ਸਰਕਾਰ ਨੇ ਆ ਕੇ ਕੀਤੇ। ਜਿਹੜਾ ਕੰਮ ਸੀਗਾ ਕਿ ਜਿੱਦਾਂ ਉਹ ਕਹਿੰਦੇ ਸੀ ਅਸੀਂ ਕੱਚਿਆਂ ਨੂੰ ਪੱਕੇ ਕਰਤਾ, ਬੱਸਾਂ ਦੇ ਉੱਤੇ ਬੋਰਡ ਵੀ ਲਵਾਤੇ, ਤੇ ਜਦੋਂ ਬਾਅਦ 'ਚ ਪੁੱਛਿਆ ਉਹ ਤਾਂ ਹੋਏ ਨਹੀਂ, ਕਹਿੰਦੇ ਜੀ ਅਸੀਂ ਫਾਈਲ ਭੇਜਤੀ ਸੀ, ਗਵਰਨਰ ਨੇ ਦਸਤਖਤ ਨਹੀਂ ਕੀਤੇ। ਇਸੇ ਤਰ੍ਹਾਂ ਹੀ ਬਿਜਲੀ ਦੇ ਬਿੱਲਾਂ ਦੇ ਮਾਮਲੇ ਵਿੱਚ ਵੀ ਉਹ ਸਰਕਾਰ ਜਿਹੜੀ ਸੀ ਉਹ ਇਹੋ ਗੱਲਾਂ ਕਰਕੇ ਤੁਰ ਗਈ। ਇਹਨਾਂ ਨੇ ਆ ਕੇ ਸੱਚੀ ਮੁੱਚੀ ਕਰ ਦਿੱਤੇ ਆ। ਜੇ ਕਰ ਦਿੱਤੇ ਆ ਤੇ ਮੰਨਣਾ ਚਾਹੀਦਾ। ਤੀਸਰੀ ਗੱਲ ਇਹ ਕਿ ਬਿਜਲੀ ਦੀ ਸਬਸਿਡੀ ਦਾ ਪੈਸਾ ਆਖਿਰਕਾਰ ਜਿਹੜੀ ਮੱਝ ਦਾ ਦੁੱਧ ਹੈ, ਭਾਵੇਂ ਤੁਸੀਂ ਮੁਫਤ ਵੀ ਅਗਲੇ ਪਾਸੇ ਲੋਕਾਂ ਨੂੰ ਵੰਡਣਾ ਹੋਵੇ, ਉਸ ਮੱਝ ਨੇ ਪੱਠੇ ਤੇ ਖਾਣੇ ਆ ਨਾ। ਦੋ ਹੀ ਤਰੀਕੇ ਹੋ ਸਕਦੇ ਆ, ਜਾਂ ਤਾਂ ਜਿਨ੍ਹਾਂ ਨੂੰ ਦੁੱਧ ਦਿੰਦੇ ਹੋ
ਉਹਨਾਂ ਤੋਂ ਦੁੱਧ ਦੇ ਪੈਸੇ ਵਸੂਲੋ, ਤੇ ਜਾਂ ਫਿਰ ਇਹ ਆ ਜੀ। ਕਿ ਜੇ ਦੁੱਧ ਮੁਫਤ ਵੰਡਣਾ ਤੇ ਫਿਰ ਤੁਸੀਂ ਆਪਣੇ ਤੌਰ ਤੇ ਪੱਠਿਆਂ ਦਾ ਪ੍ਰਬੰਧ ਕਰੋ। ਜਿਹੜੀ ਪੰਜਾਬ ਪਾਵਰਕਾਮ ਹੈ ਸਾਡੀ ਬਿਜਲੀ ਕਾਰਪੋਰੇਸ਼ਨ, ਉਹ ਲੋਕਾਂ ਤੋਂ ਬਿੱਲ ਲਵੇ ਨਾ, ਸਰਕਾਰ ਕਹੀ ਜਾਵੇ ਦੇਵਾਂਗੇ ਤੇ ਦੇਵੇ ਨਾ। ਪਿਛਲੇ ਸਾਲਾਂ ਦਾ ਹਜ਼ਾਰਾਂ ਕਰੋੜ ਦਾ ਬਕਾਇਆ ਜਿਹੜਾ ਪਿਆ ਸੀ, ਨਵੀਂ ਸਰਕਾਰ ਨੇ ਆ ਕੇ ਕੁਝ ਨਾ ਕੁਝ ਬਕਾਇਆ ਜਿਹੜਾ ਉਹ ਦੇਣਾ ਸ਼ੁਰੂ ਕੀਤਾ। ਭਾਰ ਇਹਨਾਂ ਨੇ ਹੌਲਾ ਕੀਤਾ ਹੈ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਆ ਜੇ ਮਤਲਬ 10,000 ਕਰੋੜ ਰੁਪਏ ਦੇ ਕਰਜ਼ੇ ਲਏ ਹੋਣ ਤੇ 12,000 ਕਰੋੜ ਰੁਪਇਆ ਇਹਨਾਂ ਨੇ ਵਿਆਜ ਸਮੇਤ ਕੇਂਦਰ ਸਰਕਾਰ ਨੂੰ ਮੋੜਿਆ ਹੋਵੇ ਤੇ 2,000 ਕਰੋੜ ਰੁਪਏ ਦੇ ਕਰਜ਼ੇ ਤੇ ਘਟਾਏ ਹਨ। ਇਹਦੇ ਨਾਲ ਹੀ ਇਹਨਾਂ ਨੇ ਪਾਵਰਕਾਮ ਦੇ ਵੀ ਜਿਹੜੇ ਪੈਸੇ ਆ ਉਹ ਪਹਿਲਾਂ ਨਾਲੋਂ ਕੁਝ ਬੋਝ ਘਟਾਇਆ, ਕੁਝ ਨਾ ਕੁਝ ਦਿੱਤੇ ਨੇ। ਇਹ ਸਾਰਾ ਕੁਝ ਜੇ ਉਹ ਕਰਦੇ ਪਏ ਆ ਤੇ ਉਹਦੇ ਵਿੱਚ ਇਹ ਆਖੀ ਜਾਣਾ ਕਿ ਆ ਤੇ ਅਸੀਂ ਕਰ ਗਏ ਸਾਂ, ਜੇ ਤੁਸੀਂ ਕਰ ਗਏ ਸੀ ਤੇ ਲੋਕੀ ਦਵਾਈਆਂ ਕਿਉਂ ਦਿੰਦੇ ਸੀ। ਹੁਣ ਤੱਕ ਕੋਈ ਬਹੁਤੀਆਂ ਗੱਲਾਂ ਇਹ ਆ ਕਿ ਜਦੋਂ ਵੀ ਕੋਈ ਕਰ ਜਾਵੇ ਪਹਿਲੇ ਕਹਿੰਦੇ ਹੁੰਦੇ ਇਹ ਤਾਂ ਅਸੀਂ ਕਰ ਗਏ ਸੀ। ਇਹ ਅਸੀਂ ਕਰ ਗਏ ਵਾਲੀ ਖੇਡ ਬਹੁਤ ਪੁਰਾਣੀ ਹੋ ਚੁੱਕੀ ਹੈ, ਇਹ ਛੱਡ ਦੇਣੀ ਚਾਹੀਦੀ ਹੈ। ਲੋਕਾਂ ਨੂੰ ਪਤਾ, ਮੈਂ ਪਿਛਲੇ 2 ਦਿਨਾਂ ਤੋਂ ਵੇਖਣ ਡਿਆ ਸਾਡੇ ਪ੍ਰੋਗਰਾਮਾਂ ਦੇ ਕਮੈਂਟਸ ਵਿੱਚ ਵੀ ਲੋਕੀ ਦੱਸਦੇ ਆ ਕਿ ਬਿੱਲ ਸੱਚੀ ਮੁੱਚੀ ਹੁਣ ਮਾਫ ਹੋਏ ਆ, ਪਹਿਲਾਂ ਸਿਰਫ ਗੱਲਾਂ ਹੀ ਸੀ। ਜੀ ਚਲੋ ਆਪਾਂ ਮੰਨ ਲੈਂਦੇ ਆ ਵੀ ਜੇ ਦਾਅਵਾ ਕੀਤਾ ਤੇ ਕਰਨਗੇ, ਪਰ ਕਰ ਰਿਹਾ ਆਪਾਂ ਨੂੰ ਸਭ ਕਿ ਵੀ ਜੇ ਮੈਂ ਗਲਤ ਨਹੀਂ, ਮੁੱਖ ਮੰਤਰੀ ਸਾਹਿਬ ਤੇ ਆਂਦੇ 50 ਲੱਖ ਦੇ ਕਰੀਬ ਪਰਿਵਾਰਾਂ ਨੂੰ ਫਾਇਦਾ ਹੋ ਜਾਣਾ, ਪਰ ਅਜੇ ਗੱਲ ਤੇ 24-25 ਲੱਖ ਦੀ ਹੋਈ। ਇਹਦਾ ਮਤਲਬ 50% ਲੋਕਾਂ ਨੂੰ ਫਾਇਦਾ ਹੋਇਆ, ਜਾਂ ਜੇ ਆਪਾਂ ਇਹ ਸਮਝੀਏ ਵੀ ਆਉਣ ਵਾਲੇ ਮਹੀਨਿਆਂ 'ਚ ਜਦੋਂ ਸਾਰਿਆਂ ਦੇ ਬਿੱਲ ਉਸ ਹਿਸਾਬ ਨਾਲ ਰੋਟੇਸ਼ਨ 'ਚ ਆ ਜਾਣਗੇ ਫਿਰ ਸਾਰਿਆਂ ਨੂੰ ਫਾਇਦਾ ਹੋ ਜਾਊਗਾ। ਮੇਰਾ ਖਿਆਲ ਹੈ ਰੋਟੇਸ਼ਨ 'ਚ ਕਈਆਂ ਦੇ ਬਿੱਲ ਜੇ ਬਣਨ ਵਾਲੇ ਵੀ ਆ, ਕਿਉਂਕਿ 2-2 ਮਹੀਨਿਆਂ ਦਾ ਸਰਕਲ ਰੱਖਿਆ। ਜਿਨ੍ਹਾਂ ਦੇ ਇਸ ਮਹੀਨੇ 'ਚ ਆ ਗਏ ਉਹ ਜਿਹੜੇ ਸਨ ਉਹ ਇਹਦੇ 'ਚ ਆ ਗਏ। ਦੂਸਰੀ ਗੱਲ ਇਹ ਆ ਕਿ ਇਹ ਬਿੱਲ ਉਸ ਮਹੀਨਿਆਂ ਦੇ ਆ ਦੋਵਾਂ ਦੇ ਜਦੋਂ ਗਰਮੀ ਸਿਖਰ 'ਤੇ ਸੀ ਤੇ ਗਰੀਬ ਤੋਂ ਗਰੀਬ ਬੰਦਾ ਵੀ ਪੱਖਾ ਰਾਤ ਦਿਨ ਚਲਾਉਂਦਾ ਸੀ। ਥੋੜ੍ਹੇ ਜਿਹੇ ਸਹਿੰਦੇ ਲੋਕਾਂ ਨੇ ਇਹ ਜਿਹੜੇ ਅੱਗੇ ਕੂਲਰ ਲਾਏ ਸੀ ਤੇ ਜ਼ਿਆਦਾ ਸਹਿੰਦੇ ਜਿਹੜੇ ਮਿਡਲ ਕਲਾਸ, ਅਪਰ ਮਿਡਲ ਕਲਾਸ ਵਾਲੇ, ਉਹਨੇ AC ਲਾਏ ਸੀ। ਹੁਣ ਅਗਲਿਆਂ ਦਿਨਾਂ 'ਚ ਜਿਉਂ-ਜਿਉਂ ਬਿਜਲੀ ਦੀ ਖਪਤ ਘਟਣੀ ਆ ਤੇ ਕਈ ਲੋਕ ਇਹਨਾਂ ਦੇ ਵਿੱਚ ਹੋਰ ਜੁੜ ਜਾਣੇ ਆ ਜਿਨ੍ਹਾਂ ਦਾ ਇਸ ਵਾਰੀ 400 ਯੂਨਿਟ ਆ ਗਿਆ ਜਾਂ 350 ਯੂਨਿਟ ਆ ਗਿਆ। ਅਗਲਿਆਂ ਦਿਨਾਂ ਦੇ ਵਿੱਚ ਜਦੋਂ ਗਰਮੀ ਘਟ ਗਈ, ਪੱਖੇ ਦੀ ਲੋੜ ਵੀ ਘਟ ਗਈ, ਕੂਲਰ ਦੀ ਵੀ ਤੇ AC ਦੀ ਵੀ, ਉਦੋਂ ਕਈ ਲੋਕ ਇਹਨਾਂ ਦੇ ਵਿੱਚ ਆ ਜਾਣੇ ਆ। ਇਹ ਗਿਣਤੀ ਅਗਲਿਆਂ ਮਹੀਨਿਆਂ 'ਚ ਵੱਧ ਜਾਣੀ ਆ। ਅੱਗੋਂ ਜਾ ਕੇ ਦਸੰਬਰ, ਜਨਵਰੀ, ਫਰਵਰੀ 'ਚ ਫਿਰ ਵੱਧ ਸਕਦੀ ਆ, ਕਿਉਂਕਿ ਉਹਨਾਂ ਦਿਨਾਂ 'ਚ ਕੋਈ ਹੀਟਰ ਚਲਾਵੇ ਨਾ ਚਲਾਵੇ, ਪਾਣੀ ਤੱਤਾ ਕਰਨ ਵਾਸਤੇ ਤੇ ਮੁੜ ਕੇ ਲੋੜ ਪੈਣੀ ਆ। ਗੀਜ਼ਰ ਜਿਹੜੇ ਆ ਲੋਕਾਂ ਦੇ ਘਰਾਂ 'ਚ ਹੁਣ ਲੱਗੇ ਆ ਬਾਥਰੂਮਾਂ 'ਚ, ਉਹਦੇ ਨਾਲ ਫਰਕ ਪੈ ਸਕਦਾ। ਸੋ ਇਹ ਸਾਰੇ ਸਾਲ ਦਾ ਇੱਕੋ ਜਿਹਾ ਕੋਈ ਪੈਮਾਨਾ ਨਹੀਂ ਰਹਿ ਸਕਦਾ। ਅੱਡ-ਅੱਡ ਮਹੀਨਿਆਂ ਦੇ ਵਿੱਚ ਕਿਸੇ ਮਹੀਨੇ 'ਚ ਵੱਧ, ਕਿਸੇ 'ਚ ਘੱਟ ਬਿਜਲੀ ਦੀ ਖਪਤ ਵੱਧਦੀ ਘਟਦੀ ਰਹਿੰਦੀ ਆ। ਪਾਵਰਕਾਮ ਤੇ ਵੀ ਬੋਝ ਵੱਧਦਾ ਘਟਦਾ ਰਹਿੰਦਾ ਤੇ ਇਸੇ ਤਰ੍ਹਾਂ ਹੀ ਲੋਕਾਂ ਦੇ ਵੀ ਇਹ 300 ਯੂਨਿਟ ਵਾਲੇ ਕਦੇ ਗਿਣਤੀ ਲੱਖਾਂ ਦੀ ਵੱਧ ਜਾ ਕਰਨੀ, ਕਦੇ ਘਟ ਜਾ ਕਰਨੀ ਆ। ਜੀ ਅਗਲੀ ਗੱਲ ਪਨਸਬ ਕਰਾਂ ਤੇ ਅੱਜ ਬੜੀ ਪ੍ਰਮੁਖਤਾ ਨਾਲ ਇਹ ਖਬਰ ਸਾਰੇ ਥਾਵਾਂ ਦੇ ਉੱਪਰ ਛਾਪੀ ਹੈ ਜੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਸੰਗਰੂਰ ਜ਼ਿਲ੍ਹੇ 'ਚ ਜਾਂਦੇ ਆ। ਉੱਥੇ ਇੱਕ ਜਿਹੜੀ ਰੋਡ ਆ ਜੀ, ਉਸ ਰੋਡ ਦੇ ਉੱਪਰ ਲੱਗੇ 2 ਟੋਲ ਪਲਾਜ਼ਿਆਂ ਨੂੰ ਬੰਦ ਕਰਵਾ ਦਿੰਦੇ ਆ। ਇਹ ਡਿਟੇਲ ਇਹ ਸਾਹਮਣੇ ਆਉਂਦੀ ਆ ਵੀ ਕਿਉਂਕਿ ਉਹ 2015 ਤੋਂ 7 ਸਾਲ ਦਾ ਉਹਨਾਂ ਦਾ ਕੰਟਰੈਕਟ ਸੀਗਾ। 7 ਸਾਲ ਬਾਅਦ ਉਹ ਕੰਟਰੈਕਟ ਮੁੱਕ ਗਿਆ ਤੇ ਉਹ ਜਿਹੜੇ ਟੋਲ ਪਲਾਜ਼ੇ ਸੀ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਮਿਲੀ। ਹਾਲਾਂਕਿ ਮੁੱਖ ਮੰਤਰੀ ਸਾਹਿਬ ਦਾ ਦਾਅਵਾ ਇਹ ਆ ਵੀ ਉਹ ਜਾਂ ਤਾਂ 20 ਮਹੀਨੇ ਹੋਰ ਮੰਗਦੇ ਸੀ ਜਾਂ ਉਹ ਕੁਝ ਪੈਸੇ ਮੰਗਦੇ ਸੀ ਸਰਕਾਰ ਕੋਲੋਂ ਕੰਪਨਸੇਸ਼ਨ ਦੇ ਤੌਰ ਤੇ, ਕਿਉਂਕਿ ਉਹ ਕਹਿੰਦੇ ਸੀ ਵਿੱਚ ਕੋਵਿਡ ਆ ਗਿਆ ਜੀ ਤਾਂ ਕਰਕੇ ਨੁਕਸਾਨ ਹੋ ਗਿਆ, ਵਿੱਚ ਕਿਸਾਨ ਅੰਦੋਲਨ ਚੱਲ ਗਿਆ ਜੀ ਤਾਂ ਨੁਕਸਾਨ ਹੋ ਗਿਆ। ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਦਾ ਦਾਅਵਾ ਇਹ ਆ ਵੀ ਜੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਭਾਵੇਂ ਐਕਸਟੈਂਸ਼ਨ ਦੇ ਦਿੰਦਾ, ਪਰ ਮੈਂ ਲੋਕਾਂ ਤੇ ਬੋਝ ਨਹੀਂ ਪੈਣ ਦੇਣਾ ਸੀ, ਇਸ ਕਰਕੇ ਆ ਚੱਕ ਲਓ ਜੀ, ਮੈਂ ਬੰਦ ਕਰਾਤੇ ਟੋਲ ਪਲਾਜ਼ੇ ਤੇ ਜਿੱਦਾਂ ਦਾ ਪੰਜਾਬ ਪਹਿਲਾਂ ਸੀਗਾ ਉਸ ਤਰ੍ਹਾਂ ਦਾ ਆਪਾਂ ਕਰ ਦੇਣਾ। ਕਿਉਂਕਿ ਜੇ ਆਪਾਂ ਗੱਡੀ ਲੈਨੇ ਉਹਦੇ ਤੇ ਟੈਕਸ ਦਿੰਦੇ ਆ ਤੇ ਫਿਰ ਟੋਲ ਟੈਕਸ ਜਾਂ ਰੋਡ ਟੈਕਸ ਜਿਹੜਾ ਉਹ ਕਾਹਦਾ। ਇਹ ਜਿਹੜੀ ਟੋਲ ਟੈਕਸ ਬੰਦ ਕਰਾਏ ਗਏ ਆ ਇਹਨਾਂ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰਾਂ ਤਾਂ ਆਪਾਂ ਉਹ ਖਬਰਾਂ ਜ਼ਰੂਰ ਦੇਖੀਆਂ ਵੀ ਲੋਕ ਬਹਿੰਦੇ ਹੁੰਦੇ ਸੀ ਟੋਲ ਪਲਾਜ਼ੇ ਤੇ ਜਾ ਕੇ ਵੀ ਮਹਾਰਾਜ ਇਹਦੀ ਮਿਆਦ ਪੁੱਗ ਗਈ, ਇਹਨੂੰ ਬੰਦ ਕਿਉਂ ਨਹੀਂ ਕਰਦੇ, ਤੇ ਫਿਰ ਰੌਲੇ ਰੱਪੇ ਤੋਂ ਬਾਅਦ ਜਾ ਕੇ ਬੰਦ ਹੁੰਦੇ ਸੀ। ਇੱਥੇ ਸਰਕਾਰ ਨੇ ਆਪ ਹੀ ਮਿਆਦ ਦੇ ਹਿਸਾਬ ਨਾਲ ਬੰਦ ਕਰਤੇ। ਜਿੱਥੋਂ ਭਗਵੰਤ ਮਾਨ ਨੇ ਅਸੈਂਬਲੀ ਸੀਟ ਜਿੱਤੀ ਹੈ ਧੂਰੀ ਤੋਂ, ਇਸ ਤੋਂ ਪਹਿਲਾਂ ਉੱਥੇ ਕਾਂਗਰਸ ਦਾ ਦਲਵੀਰ ਸਿੰਘ ਗੋਲਡੀ ਸੀ। ਇਸ ਟੋਲ ਪਲਾਜ਼ੇ ਨਾਲ ਉਹਦਾ ਵੀ ਝਗੜਾ ਸੀ। ਉਹਨੇ ਸਰਕਾਰੀ ਸੜਕ ਦੇ ਬਰਾਬਰ ਦੇ ਉੱਤੇ ਇੱਕ ਵੱਖਰੀ ਸੜਕ ਬਣਾ ਦਿੱਤੀ ਸੀ ਤੇ ਲੋਕਾਂ ਨੂੰ ਆਖਿਆ ਸੀ ਟੋਲ ਨਾ ਦਿਓ, ਇਹਦੇ ਪੈਰਲਲ ਬਾਹਰ ਜਿਹੜੀ ਬਣੀ ਸੜਕ ਆ ਉਹਦੇ ਤੋਂ ਲੰਘੋ। ਕਿਉਂ ਆਖਿਆ ਸੀ? ਉਹਦਾ ਇੱਕ ਕਾਰਨ ਹੈ, ਇਸ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਬਹੁਤ ਵੱਡੇ ਵੱਡੇ ਪੈਲਸ ਨੇ, ਮੈਰਿਜ ਪੈਲਸ। ਉਹਨਾਂ 'ਚ ਜਾਣ ਲੱਗਿਆਂ
ਜੇ ਇਹਦੇ ਸੱਜੇ ਪਾਸੇ ਤੋਂ ਕੋਈ ਨਾਲ ਦੇ ਪਿੰਡ 'ਚ ਉੱਠਦਾ ਤੇ ਪੈਲਸ ਵਿੱਚ ਜਾ ਕੇ ਸਗਨ ਬਾਅਦ 'ਚ ਪਾਉਣਾ, ਪਹਿਲਾਂ ਟੋਲ ਪਲਾਜ਼ਾ ਦਾ ਪਾਉਣਾ ਪੈਂਦਾ। ਜੇ ਖੱਬੇ ਪਾਸੋਂ ਉੱਠੇ ਦੂਸਰੇ ਪੈਲਸ ਵਿੱਚ ਜਾਣ ਵਾਸਤੇ ਤਾਂ ਵੀ ਉੱਥੇ ਅਕਾਲ ਕਾਲਜ ਹੈ, ਉਹਦੇ ਵਿੱਚ ਕੋਈ ਬੱਚਾ ਛੱਡਣ ਜਾਵੇ ਲੈਣ ਜਾਵੇ ਉਹਦੇ ਵਾਸਤੇ ਵੀ ਟੋਲ ਪਲਾਜ਼ੇ ਤੋਂ ਲੰਘਣ ਲੱਗਿਆ ਭਾਵੇਂ ਨਾਲ ਦੇ ਪਿੰਡ ਤੋਂ ਹੀ ਜਾਵੇ। ਇਹ ਕੋਈ ਲਿਹਾਜ਼ ਨਹੀਂ ਸੀ ਕਰਦੇ। ਇਹ ਇਕੱਲੇ ਨਹੀਂ, ਜਿੰਨੇ ਵੀ ਟੋਲ ਪਲਾਜ਼ੇ ਆ ਸਾਰਿਆਂ 'ਤੇ ਇਹੋ ਹਾਲ ਹੈ। ਟੋਲ ਪਲਾਜ਼ਿਆਂ ਦਾ ਜਿਹੜਾ ਰਿਵਾਜ ਹੈ ਪਹਿਲਾਂ ਪੰਜਾਬ 'ਚ ਨਹੀਂ ਸੀ ਹੁੰਦਾ। ਮੁੱਖ ਮੰਤਰੀ ਬਿਆੰਸੋਂ ਦੀ ਸਰਕਾਰ ਨੇ ਪਹਿਲਾ ਟੋਲ ਪਲਾਜ਼ਾ ਲਾਇਆ ਸੀ ਲੋਧੂਵਾਲ ਦੇ ਲਾਗੇ ਸਤਲੁਜ ਦਰਿਆ ਦੇ ਪੁਲ ਤੇ। ਬਹਾਨਾ ਇਹ ਬਣਾਇਆ ਸੀ ਕਿ ਇੱਥੇ ਪਹਿਲਾਂ ਇੱਕੋ ਪੁਲ ਹੁੰਦਾ ਸੀ, ਫਿਰ ਆਉਣ ਜਾਣ ਵਾਸਤੇ ਦੋ ਵੱਖੋ ਵੱਖਰੇ ਪੁਲ ਬਣਾਏ। ਜਿਹੜੇ ਵੱਖੋ ਵੱਖਰੇ ਦੋ ਪੁਲ ਬਣਾਏ ਉਹਨਾਂ 'ਚੋਂ ਦੂਸਰੇ ਪੁਲ ਦੇ ਉੱਤੇ ਟੋਲ ਪਲਾਜ਼ਾ ਚਾਲੂ ਕਰ ਦਿੱਤਾ। ਉਹਦੇ ਤੋਂ ਬਾਅਦ ਜਦੋਂ 5 ਸਾਲ ਪੂਰੇ ਹੋਏ, ਇੱਕ ਵਾਰੀ ਚੁੱਕਿਆ ਥੋੜ੍ਹੇ ਦਿਨ ਤੇ ਫਿਰ ਲਾਤਾ। ਫਿਰ ਕਹਿੰਦੇ ਜੀ ਸੜਕ ਦੇ ਮੇਨਟੇਨੈਂਸ ਵਾਸਤੇ ਜਿਹੜਾ ਅਸੀਂ ਰੋਡ ਟੈਕਸ ਦਿੰਦੇ ਆ ਉਹ ਮੇਨਟੇਨੈਂਸ ਵਾਸਤੇ ਨਹੀਂ ਗਾ, ਉਹ ਕਾਹਦੇ ਵਾਸਤੇ? ਸੈਰ ਸਪਾਟਾ ਤੇ ਜੇਬਾਂ ਭਰਨ ਵਾਸਤੇ। ਇਹ ਗੱਲ ਵੱਧਦੀ ਇਸ ਵੇਲੇ ਇਦਾਂ ਦੀ ਹੈ ਕਿ ਸਾਡੇ ਪੰਜਾਬ ਭਰ 'ਚ ਟੋਲ ਪਲਾਜ਼ੇ ਕਰਿਆਨੇ ਦੀਆਂ ਦੁਕਾਨਾਂ ਵਾਂਗ ਖੁੱਲ੍ਹੇ ਪਏ ਆ। ਕਿਸੇ ਸੜਕ ਤੇ ਚੱਲ ਜਾਓ 2-3। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਇੱਥੋਂ ਜੇ ਕੋਈ ਢਿੱਲਵਾਂ ਤੋਂ ਤੁਰੇ ਤੇ ਉਹਨੇ ਅੰਮ੍ਰਿਤਸਰ ਜਾਣਾ ਹੋਵੇ ਤੇ ਢਿੱਲਵਾਂ ਤੋਂ ਅੰਮ੍ਰਿਤਸਰ ਤੱਕ ਦਾ ਜਿਹੜਾ ਫਾਸਲਾ ਉਹ 32 ਕਿਲੋਮੀਟਰ ਦਾ ਮਾਨਾਂ ਵਾਲੇ ਤੱਕ ਦਾ। ਪਹਿਲਾਂ ਤਾਂ ਉਹਨੂੰ ਢਿੱਲਵਾਣਾ ਨੇ ਆਖਣਾ ਕਿ ਟੋਲ ਪਲਾਜ਼ੇ ਦੀ ਪਰਚੀ ਕਟਾਏ ਬਗੈਰ ਤੈਨੂੰ ਲੰਘਣ ਨਹੀਂ ਦੇਣਾ, ਤੇ ਅੱਗੇ ਮਾਨਾਂ ਵਾਲਿਆਂ ਨੇ ਆਖਣਾ ਭਾਵੇਂ ਅਗਲੇ ਚੌਕ ਵਿੱਚ ਹੀ ਤੂੰ ਜਾਣਾ ਹੋਵੇ ਪਰਚੀ ਤੇ ਤੈਨੂੰ ਕਟਾਉਣੀ ਪਊ। ਉਹਨੂੰ 32 ਕਿਲੋਮੀਟਰ 'ਚ 2 ਪਰਚੀਆਂ ਕਟਾਉਣੀਆਂ ਪੈਣਗੀਆਂ। ਇੱਥੋਂ ਫਗਵਾੜੇ ਤੋਂ ਅਸੀਂ ਤੁਰਦੇ ਹਾਂ ਤੇ 10 ਕਿਲੋਮੀਟਰ ਨਹੀਂ ਜਾਂਦੇ ਬਹਿਰਾਮ ਦੇ ਲਾਗੇ ਇੱਕ ਟੋਲ ਪਲਾਜ਼ਾ। ਫਿਰ ਅਸੀਂ ਬੰਗਾ ਨਵਾਂ ਸ਼ਹਿਰ ਬਲਾਚੌਰ ਲੰਘਦੇ ਹਾਂ, ਇੱਕ ਟੋਲ ਪਲਾਜ਼ਾ ਉੱਥੇ ਆ ਤੇ ਉੱਥੋਂ ਮਸਾਂ 20 ਕਿਲੋਮੀਟਰ ਜਾਵਾਂਗੇ ਤੇ ਜਦੋਂ ਅਸੀਂ ਲੰਘਣਾ ਵਾ ਰੋਪੜ ਤੇ ਟੋਲ ਪਲਾਜ਼ਾ ਉੱਥੇ ਆ। ਉੱਥੋਂ ਅਗਲੇ ਪਾਸੇ 5-6 ਕਿਲੋਮੀਟਰਾਂ ਤੇ ਕੁਰਾਲੀ ਹੈ ਤੇ ਕੁਰਾਲੀ ਤੋਂ ਜਦੋਂ PGI ਚੰਡੀਗੜ੍ਹ ਨੂੰ ਮੁੜਦੇ ਆ ਤੇ 5 ਕਿਲੋਮੀਟਰ ਹੋਰ ਜਾ ਕੇ ਯਾਨੀ ਮਸਾਂ 10-12 ਕਿਲੋਮੀਟਰ ਹੀ ਆਉਂਦੇ ਆ ਤੇ ਫਿਰ ਪਲਾਜ਼ਾ ਆ ਜਾਂਦਾ। ਫਗਵਾੜੇ ਤੋਂ ਤੁਰਿਆ ਬੰਦਾ ਚੰਡੀਗੜ੍ਹ ਤੱਕ ਜਾਂਦਿਆਂ 4 ਟੋਲ ਪਲਾਜ਼ਿਆਂ ਦੇ ਉੱਤੇ ਜੇਬ ਕਟਵਾਵੇ ਤੇ ਨਾਲੇ ਸਾਰਿਆਂ ਥਾਵਾਂ ਤੇ ਕਿਤੇ 2 ਮਿੰਟ ਕਿਤੇ 5 ਮਿੰਟ ਕਿਤੇ 8 ਮਿੰਟ ਖਲੋਂਦਾ ਜਾਵੇ। ਇਹ ਪੰਜਾਬ ਦੇ ਲੋਕਾਂ ਨੂੰ ਚੱਟੀ ਪਈ ਹੈ। ਕਿਉਂ ਵੇ ਇਹ ਬੰਦ ਹੋਣੇ ਚਾਹੀਦੇ ਆ ਸਾਰੇ। ਇਹ ਜਿਹੜਾ ਪੈਸਾ ਲੋਕਾਂ ਤੋਂ ਰੋਡ ਟੈਕਸ ਦੇ ਨਾਂ ਤੇ ਲਿਆ ਜਾਂਦਾ ਉਹ ਇਸ ਕੰਮ ਤੇ ਖਰਚੋ। ਹੁਣ ਤੱਕ ਉਹ ਪੈਸਾ ਜਿਹੜਾ ਸੀ ਉਹ ਖਾਣ ਪੀਣ ਦਾ ਚੱਕਰ ਚੱਲਦਾ ਰਿਹਾ, ਉਹ 'ਚ ਹੇਰਾਫੇਰੀ ਬਹੁਤ ਹੋਈ ਆ। ਮੈਂ ਤਾਂ ਇਹ ਗੱਲ ਸਾਫ਼ ਕਹਿਣਾ ਕਿ ਜਿਹੜੀਆਂ ਪੰਜਾਬ 'ਚ 6 ਲੇਨ ਸੜਕਾਂ ਬਣੀਆਂ ਤੇ ਜਿਹੜੇ ਫਲਾਈਓਵਰ ਬਣੇ ਆ ਉਹਨਾਂ ਸਾਰਿਆਂ 'ਚ ਵੀ ਹੇਰਾਫੇਰੀ ਹੋਈ ਆ ਔਰ ਬਹੁਤ ਸਾਰਾ ਪੈਸਾ ਇੱਧਰ ਉੱਧਰ ਖਾਧਾ ਜਾਣ ਕਰਕੇ ਜਿੰਨੀਆਂ ਸੜਕਾਂ ਬਣੀਆਂ। ਤੁਸੀਂ ਗੁਰਪ੍ਰੀਤ ਜੀ ਉੱਥੇ ਗਏ ਆ ਕੈਨੇਡਾ 'ਚ, ਤੁਸੀਂ ਵੇਖਦੇ ਨਹੀਂ ਕਿ ਤੁਹਾਡੇ ਵੈਨਕੂਵਰ ਦੇ ਵਿੱਚ ਵੀ, ਕੈਲਗਰੀ, ਐਡਮੰਟਨ ਦੇ ਵਿੱਚ ਵੀ, ਜਿਹੜੇ ਵਿਨੀਪੈਗ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਉੱਥੇ ਵੀ, ਜਾਂ ਟੋਰਾਂਟੋ ਚਲ ਜਾਓ, ਸੜਕਾਂ ਇੰਨੀਆਂ ਸਮੂਥ ਗੱਡੀ ਨੂੰ ਝਟਕਾ ਨਹੀਂ ਲੱਗਦਾ। ਇੱਥੇ ਜਦੋਂ ਜਾਓ ਤੇ ਜਿਹੜੀਆਂ ਸੀਮੈਂਟਡ ਰੋਡ ਬਣੀਆਂ ਨੇ ਬਹੁਤ ਵਧੀਆ ਜਾਪਦੀਆਂ ਵੇਖਣ ਨੂੰ। 6 ਲੇਨ 3 ਉੱਧਰ ਆ 3 ਉੱਧਰ ਆ, ਬਹੁਤ ਚੌੜੀਆਂ ਨੇ, ਲਾਈਨਿੰਗ ਬੜੀ ਵਧੀਆ ਤੇ ਸਾਰੇ ਰਸਤੇ ਗੱਡੀ ਵਾਈਬ੍ਰੇਟ ਕਰਦੀ ਜਾਂਦੀ ਹੈ, ਇੱਦਾਂ ਕਰਦੀ ਜਾਂਦੀ ਹੈ। ਇੱਥੋਂ ਚੰਡੀਗੜ੍ਹ ਤੱਕ ਜਾਂਦਿਆਂ ਮੇਰੇ ਵਰਗਾ ਬੰਦਾ ਉਹ ਤਾਂ ਜਿੱਦਾਂ ਦਹੀਂ ਰਿੜਕਿਆ ਹੁੰਦਾ ਮਧਾਣੀ ਪਾ ਕੇ ਉਸ ਤਰ੍ਹਾਂ ਰਿੜਕ ਦਿੰਦੀ ਹੈ, ਬੰਦੇ ਦੇ ਪੱਲੇ ਕੱਖ ਨਹੀਂ ਛੱਡਦੀ। ਫਿਰ ਜਿੰਨੇ ਫਲਾਈਓਵਰ ਆਉਂਦੇ ਆ ਸਾਰੇ ਫਲਾਈਓਵਰਾਂ ਦੇ ਹਰ ਸਪੈਨ ਦੇ ਉੱਤੇ ਗੱਡੀ ਠੱਕ 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 ਵੱਜਦੀ ਹੈ। ਤੁਹਾਡੇ ਕੋਲ ਨਹੀਂ ਵੱਜਦੀ ਇਹ, ਇੱਥੇ ਕਿਉਂ ਵੱਜਦੀਆਂ ਨੇ? ਇਹਦਾ ਮਤਲਬ ਇਹ ਆ ਕਿ ਬਣਾਉਣ ਵਾਲੇ ਬਹੁਤੇ ਜ਼ਿਆਦਾ ਸਿਆਣੇ ਸਨ ਔਰ ਸਿਆਣੇ ਸਨ ਜਾਂ ਉਹਨਾਂ ਨੇ ਆਖਿਆ ਵੀ ਜਿੱਦਾਂ ਦਾ ਤੇਰਾ ਅੰਨ ਪਾਣੀ ਉੱਦਾਂ ਦਾ ਕੰਮ ਜਾਣੀ। ਜੇ ਪਹਿਲੇ ਹਿੱਸੇ ਪੱਤੀਆਂ ਹੋ ਗਏ ਤੇ ਫਿਰ ਕੀ ਹੈ? ਅੱਜ ਜਲੰਧਰ 'ਚ ਆ ਕੇ ਚੈੱਕ ਕਰ ਲਓ, ਇਹਦੇ ਅੰਦਰ ਜਿੰਨੇ ਫਲਾਈਓਵਰ ਬਣੇ ਆ ਉਹਨਾਂ ਫਲਾਈਓਵਰਾਂ 'ਚ ਅੱਧੇ ਤੋਂ ਵੱਧ ਉਹਨਾਂ ਦਾ ਡਿਜ਼ਾਈਨ ਹੀ ਨੁਕਸਦਾ ਰਿਹਾ। ਇਹ ਜਿਹੜਾ ਰੋਡ ਟੈਕਸ ਹੈ ਸਾਡਾ ਉਹ ਤਾਂ ਖਾਣ ਪੀਣ ਵਾਸਤੇ ਰੱਖਿਆ ਜਾਪਦਾ। ਬਹੁਤ ਸਾਲ ਪਹਿਲਾਂ ਜਸਪਾਲ ਭੱਟੀ ਨੇ ਉਲਟਾ ਪੁਲਟਾ 'ਚ ਇੱਕ ਐਪੀਸੋਡ ਪੇਸ਼ ਕੀਤਾ ਸੀ ਕਿ ਬੱਚਾ ਦਾਖਲ ਕਰਾਉਣ ਗਏ ਤੇ ਉਹਨਾਂ ਜਦੋਂ ਪੁੱਛਿਆ ਕਿ ਮੀਆਂ ਬੀਵੀ ਦੋਵੇਂ ਨੌਕਰੀ ਕਰਦੇ ਆ, ਕਹਿੰਦੇ ਤੁਹਾਡਾ ਬੱਚਾ ਨਹੀਂ ਦਾਖਲ ਕਰਨਾ, ਤੁਹਾਡੇ ਬੱਚੇ ਨੂੰ ਪੜ੍ਹਾਊਗਾ ਕੌਣ? ਤੇ ਉਹ ਕਹਿੰਦੇ ਵੀ ਪੜ੍ਹਾਉਣ ਵਾਸਤੇ ਅਸੀਂ ਤੁਹਾਡੇ ਕੋਲ ਸਕੂਲ 'ਚ ਭੇਜਣਾ, ਤੁਸੀਂ ਨਾ ਪੜ੍ਹਾਓਗੇ। ਤੇ ਉਹ ਜਿਹੜਾ ਸਕੂਲ ਦਾ ਪ੍ਰਿੰਸੀਪਲ ਸੀ ਉਹ ਅੱਗੋਂ ਕਹਿੰਦਾ ਲੈ ਅਸੀਂ ਤੁਹਾਡੇ ਬੱਚੇ ਪੜ੍ਹਾਉਣ ਵਾਸਤੇ ਥੋੜ੍ਹਾ ਬੈਠੇ ਹਾਂ, ਅਸੀਂ ਤਾਂ ਤੁਹਾਡੇ ਬੱਚਿਆਂ ਤੋਂ ਜਿਹੜੀਆਂ ਫੀਸਾਂ ਲੈਣੀਆਂ ਉਹਨਾਂ ਨੂੰ ਸੰਭਾਲਣ ਦੇ ਉੱਤੇ ਤੇ ਇੱਧਰ ਉੱਧਰ ਲਕਾਉਣ ਤੇ ਟੈਕਸ ਟੁਕਸ ਬਚਾਉਣ ਤੇ ਸਾਡਾ ਤਾਂ ਸਾਰਾ ਜ਼ੋਰ ਲੱਗ ਜਾਂਦਾ। ਇਹ ਜਿਹੜਾ ਰੋਡ ਟੈਕਸ ਆ ਇਹ ਤਾਂ ਖਾਣ ਪੀਣ ਹਿੱਸੇ ਵੰਡਣ ਦੇ ਉੱਤੇ ਲੱਗ ਰਿਹਾ। ਲੋਕਾਂ ਤੋਂ ਟੋਲ ਪਲਾਜ਼ੇ ਦੇ ਉੱਤੇ ਗ੍ਰਾਹੀ ਕਰਕੇ ਤੇ ਹਰ ਵਾਰੀ ਆਖੋ ਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹ ਜਿਹੜਾ ਹੈਗਾ ਵੀ ਬਣਾਓ ਤੇ ਵਰਤੋ ਤੇ ਮੁੜ ਕੇ ਸਰਕਾਰ ਨੂੰ ਹੈਂਡਓਵਰ ਕਰ ਦਿਓ। ਹੈਂਡਓਵਰ ਵੀ ਕੋਈ ਨਹੀਂ ਕਰਦਾ ਪਿਆ। ਇਹ ਲਗਾਤਾਰ ਟੋਲ ਪਲਾਜ਼ੇ ਚੱਲੀ ਜਾਂਦੇ ਆ। ਭਗਵੰਤ ਮਾਨ ਨੇ ਜਾ ਕੇ 2 ਬੰਦ ਕਰਾਏ ਆ। ਸਾਡੇ ਕੋਲ ਹਰ ਸੜਕ ਤੋਂ ਲੋਕਾਂ ਦੇ ਫੋਨ ਆਉਣ ਡਏ ਨੇ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਲੋਕ ਕਮੈਂਟਸ ਕਰਦੇ ਆ ਆ ਜੀ ਮੋਗੇ ਤੋਂ ਬਾਘੇ ਨੂੰ ਪੁਰਾਣੇ ਨੂੰ ਜਾਓ ਉੱਥੇ ਵੀ ਪਲਾਜ਼ਾ, ਫਲਾਣੀ ਸੜਕ ਤੇ ਚੱਲ ਜਾਓ ਉੱਥੇ ਪਲਾਜ਼ਾ,
ਟਾਂਡੇ ਤੋਂ ਹੁਸ਼ਿਆਰਪੁਰ ਨੂੰ ਜਾਓ ਪਲਾਜ਼ਾ, ਹੁਸ਼ਿਆਰਪੁਰ ਤੋਂ ਗੜ੍ਹ ਸ਼ੰਕਰ ਨੂੰ ਜਾਓ ਪਲਾਜ਼ਾ, ਕੋਈ ਸੜਕ ਬਚੀ ਨਹੀਂ ਗਈ, ਹਰ ਪਾਸੇ ਟੋਲ ਪਲਾਜ਼ਾ ਹੀ। ਇੱਕ ਲੀਡਰ ਨੇ ਆਖਿਆ, ਕਹਿੰਦਾ ਜੀ ਇਹ ਤਾਂ ਟੋਲ ਪਲਾਜ਼ੇ ਦੋਵੇਂ ਅੱਜ ਰਾਤ ਨੂੰ ਵੈਸੇ ਵੀ ਬੰਦ ਹੋ ਜਾਣੇ ਸੀ, ਭਗਵੰਤ ਮਾਨ ਨੇ ਬੰਦ ਕਰਾ ਕੇ ਡਰਾਮਾ ਕੀਤਾ। ਜੇ ਬੰਦ ਹੋ ਜਾਣੇ ਸੀ ਤੇ ਜਿਹੜੇ ਟੋਲ ਪਲਾਜ਼ੇ ਪਿਛਲਿਆਂ ਸਾਲਾਂ 'ਚ ਬੰਦ ਹੋ ਜਾਣੇ ਸੀ, ਉਹ ਬੰਦ ਕਿਉਂ ਨਹੀਂ ਕੀਤੇ? ਉਹਨਾਂ ਦੀਆਂ ਐਕਸਟੈਂਸ਼ਨਾਂ ਕਿਉਂ ਮਿਲਦੀਆਂ ਰਹੀਆਂ? ਭਗਵੰਤ ਮਾਨ ਦੀ ਸਰਕਾਰ ਦਾ ਇਹ ਹੈ ਕਿ ਉਹਨੇ ਐਕਸਟੈਂਸ਼ਨ ਨਹੀਂ ਦਿੱਤੀ, ਸਾਰੇ ਦਬਾਅ ਦੇ ਬਾਵਜੂਦ ਨਹੀਂ ਦਿੱਤੀ। ਉਹਨੇ ਆਖਿਆ ਜੀ ਅਸੀਂ ਕੋਈ ਐਕਸਟੈਂਸ਼ਨ ਨਹੀਂ ਦੇਣੀ, ਹੋ ਗਿਆ ਬੰਦ ਤੇ ਹੋ ਗਿਆ, ਤੇ ਬਾਕੀ ਵੀ ਹੌਲੀ ਹੌਲੀ ਜਿਹਦੀ ਮਿਆਦ ਪੁੱਗਦੀ ਜਾਊਗੀ ਬੰਦ ਕਰੀ ਜਾਵਾਂਗੇ। ਪਹਿਲਾਂ ਇਹਨਾਂ ਦੀ ਮਿਆਦ 5 ਸਾਲ ਹੁੰਦੀ ਸੀ, ਜਿਹੜੀ ਸਰਕਾਰ ਨੇ ਇਹਨਾਂ ਦੀ ਮਿਆਦ ਪਹਿਲਾਂ ਹੀ 7 ਸਾਲ ਰੱਖ ਦਿੱਤੀ, ਉਹਨੇ ਕੀ ਸੋਚ ਕੇ ਰੱਖੀ ਸੀ? ਇਹਦੇ ਵਿੱਚ ਵੀ ਕੋਈ ਬੇਈਮਾਨੀ ਸੀ, 7 ਸਾਲ ਰੱਖਣੀ ਨਹੀਂ ਚਾਹੀਦੀ। ਪਰ ਹੁਣ ਜੇ ਮਿਆਦ ਪੂਰੀ ਹੋਈ ਤਾਂ ਇੱਕ ਸਰਕਾਰ ਨੇ ਕੰਮ ਕਰਤਾ, ਲੋਕ ਸਾਰੇ ਪੰਜਾਬ 'ਚ ਖੁਸ਼ ਨੇ ਕਿ ਇੱਕ ਸੜਕ ਦੇ ਉੱਤੇ ਬੰਦ ਹੋਇਆ ਤੇ ਬਾਕੀਆਂ ਤੇ ਵੀ ਹੋਊ। ਜਿਹੜੇ ਟੋਲ ਪਲਾਜ਼ੇ ਦੀ ਮਿਆਦ ਪੁੱਗਦੀ ਜਾਵੇ ਉੱਥੋਂ ਚੁਕਾ ਦੇਣਾ ਚਾਹੀਦਾ, ਨਹੀਂ ਤਾਂ ਫਿਰ ਖਿਜੇ ਲੋਕ ਕਿਸੇ ਦਿਨ ਚੁੱਕਣ ਵਾਲੇ ਪਾਸੇ ਨੂੰ ਤੁਰ ਪਣਗੇ। ਕਿੰਨੀ ਵਾਰੀ ਇਹਨਾਂ ਦੇ ਉੱਤੇ ਧਰਨੇ ਲਾਏ ਲੋਕਾਂ ਨੇ। ਪਰ ਸਾਹਿਬ ਗੱਲ ਇਹ ਆ ਵੀ ਇਹ ਜਿਹੜਾ ਰਿਵਾਜ ਪੈ ਗਿਆ, ਇਹਦੇ ਬਾਰੇ ਕੋਈ ਜਵਾਬ ਦੇਣ ਨੂੰ ਵੀ ਤੇ ਤਿਆਰ ਨਹੀਂ ਹੈਗਾ ਨਾ। ਜਿੱਦਾਂ ਹੁਣ ਤੁਸੀਂ ਦੱਸੀ ਹਿਸਟਰੀ ਵੀ ਕਦੋਂ ਤੋਂ ਇਹ ਕੰਮ ਸ਼ੁਰੂ ਹੋਇਆ, ਹੌਲੀ ਲੋਕਾਂ ਨੂੰ ਪਹਿਲਾਂ ਇੱਕ ਟੋਲ ਪਲਾਜ਼ਾ, ਫਿਰ ਦੂਜਾ, ਫਿਰ ਤੀਜਾ, ਫਿਰ ਇੱਕ ਸੜਕ ਤੇ 2-2 3-3 4-4। ਜੇ ਮੈਂ ਗਲਤ ਨਹੀਂ ਤੇ ਸ਼ਾਇਦ ਪਿਛਲੇ ਸਮੇਂ 'ਚ ਇੱਕ ਅਦਾਲਤੀ ਹੁਕਮ ਹੀ ਆਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ 60-65 ਕਿਲੋਮੀਟਰ ਦੇ ਅੰਦਰ ਕੋਈ ਟੋਲ ਪਲਾਜ਼ਾ ਲੱਗ ਨਹੀਂ ਸਕਦਾ। ਪਰ ਜਿਸ ਹਿਸਾਬ ਨਾਲ ਤੁਸੀਂ ਆ ਸਾਰਾ ਕੁਝ ਗਿਣਾਇਆ, ਉਹਦੇ ਤੋਂ ਤਾਂ ਇਹੋ ਹੀ ਲੱਗਦਾ ਵੀ ਅਦਾਲਤੀ ਹੁਕਮ ਵੀ ਇੱਕ ਪਾਸੇ ਰਹਿ ਜਾਂਦੇ ਤੇ ਸਰਕਾਰਾਂ ਆਪਣੇ ਹਿਸਾਬ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿੰਦੇ ਆ ਵੀ ਤੁਸੀਂ ਆਪਣਾ ਲਾਓ ਟੋਲ ਪਲਾਜ਼ਾ ਤੇ ਕਰੋ ਗਰਾਈਆਂ। ਇਹ ਜਿਹੜਾ ਰਿਵਾਜ ਪੈ ਗਿਆ, ਤੁਹਾਨੂੰ ਲੱਗਦਾ ਹੈ ਕਿ ਵੀ ਇਹ ਹੁਣ ਪੂਰੇ ਦੇਸ਼ ਦੇ ਵਿੱਚ ਆ ਤੇ ਇਹਨੂੰ ਖਤਮ ਕਰਨ ਲਈ ਦੇਸ਼ ਪੱਧਰੀ ਮੁਹਿੰਮ ਚੱਲਣੀ ਚਾਹੀਦੀ ਹੈ, ਜਾਂ ਇੱਕ ਸੂਬਾ ਵੀ ਆਪਣੇ ਤੌਰ ਤੇ ਸ਼ੁਰੂਆਤ ਕਰ ਸਕਦਾ? ਦੇਖੋ, ਇੱਕ ਸੂਬੇ ਨੇ ਸ਼ੁਰੂਆਤ ਕਰ ਦਿੱਤੀ ਆ, ਬਾਕੀ ਜੇ ਇਹਦੇ ਮਗਰ ਚੱਲਣ ਤੇ ਇਹ ਸਭ ਕੁਝ ਹੋ ਸਕਦਾ। ਜਦੋਂ ਪਹਿਲਾਂ ਟੋਲ ਪਲਾਜ਼ੇ ਨਹੀਂ ਸੀ ਹੁੰਦੇ, ਪੈਸੇ ਲੋਕੀ ਉਦੋਂ ਵੀ ਟੈਕਸ ਦਿੰਦੇ, ਸਰਕਾਰਾਂ ਕੰਮ ਕਰਦੀਆਂ ਸੀ ਨਾ ਜੀ। ਹੁਣ ਉਹਨਾਂ ਪੈਸੇ ਨਾਲ ਸਰਕਾਰਾਂ ਕੰਮ ਕਿਉਂ ਨਹੀਂ ਕਰ ਸਕਦੀਆਂ? ਸਰਕਾਰਾਂ ਨੂੰ ਕਰਨਾ ਚਾਹੀਦਾ। ਜਿਹੜਾ ਵੀ ਟੋਲ ਪਲਾਜ਼ਾ ਪਿਛਲੇ ਸਾਲਾਂ 'ਚ ਜਦੋਂ ਟੋਲ ਪਲਾਜ਼ੇ ਦੀ ਮਿਆਦ ਪੁੱਗਦੀ ਰਹੀ, ਇਹ ਐਕਸਟੈਂਡ ਕਿਉਂ ਕਰਦੇ ਰਹੇ? ਉਹਨੂੰ ਐਕਸਟੈਂਸ਼ਨ ਦੇ ਕੇ ਵਧਾ ਕੇ ਫਿਰ ਕਮਾਈ ਦਾ ਮੌਕਾ ਕਿਉਂ ਦਿੰਦੇ ਰਹੇ? ਲੋਕ ਇਹਦੇ ਵਿਰੋਧ 'ਚ ਜਾ ਕੇ ਧਰਨੇ ਮਾਰਦੇ ਰਹੇ, ਸਰਕਾਰਾਂ ਨੇ ਸ਼ਰਮ ਹੀ ਕੋਈ ਨਹੀਂ ਕੀਤੀ। ਔਰ ਇਹ ਇਕੱਲਾ ਕਿਉਂ? ਹਰ ਚੀਜ਼ ਤੇ ਸਪਾਂਸਰਸ਼ਿਪ, ਹਰ ਚੀਜ਼ ਤੇ ਸਪਾਂਸਰ, ਆ ਫਲਾਨੀ ਚੀਜ਼ ਫਲਾਣੇ ਵੱਲੋਂ ਸਪਾਂਸਰਡ ਹੈ, ਫਲਾਨੀ ਚੀਜ਼ ਫਲਾਣੇ ਵੱਲੋਂ ਸਪਾਂਸਰਡ ਹੈ। ਪੁਲਿਸ ਦੇ ਨਾਕੇ ਆ, ਉਹ ਅੱਡ ਕੰਪਨੀਆਂ ਵੱਲੋਂ ਸਪਾਂਸਰਡ ਹੈ। ਹੈਲਥ ਡਿਪਾਰਟਮੈਂਟ ਦਾ ਇਸ਼ਤਿਹਾਰ ਹੁੰਦਾ, ਉਹ ਫਲਾਨੀ ਕੰਪਨੀ ਵੱਲੋਂ ਸਪਾਂਸਰਡ ਹੈ। ਔਰ ਇਕੱਲਾ ਪੰਜਾਬ ਦੇ ਨਹੀਂ, ਬਾਕੀ ਸਾਰੇ ਸੂਬਿਆਂ ਦੇ ਨੇ ਉਹ ਹੁੰਦਾ ਪਿਆ। ਔਰ ਇੱਕ ਵਾਰੀ ਉਹ ਸਾਡੇ ਇੱਕ ਕਾਰਟੂਨਿਸਟ ਨੇ ਇਹ ਬਣਾ ਦਿੱਤਾ ਸੀ ਕਿ ਨੇਤਾ ਜੀ ਦੇ ਪੁੱਤਰ ਦਾ ਵਿਆਹ ਹੋਇਆ ਤੇ ਉਹਦੇ ਲਈ ਅਗਲੇ ਪਾਸੇ ਦੂਸਰਾ ਬੰਦਾ ਪੁੱਛਦਾ ਇਹ ਕਿਹੜੀ ਕੰਪਨੀ ਵੱਲੋਂ ਸਪਾਂਸਰਡ ਸੀ। ਯਾਨੀ ਘਰਾਂ ਦੇ ਜਿਹੜੇ ਵਿਆਹ ਸ਼ਾਦੀਆਂ ਉਹ ਵੀ ਸਪਾਂਸਰਡ। ਔਰ ਸੱਚੀ ਗੱਲ ਇਹ ਆ ਕਿ ਕਈਆਂ ਲੀਡਰਾਂ ਦੇ ਪੁੱਤਾਂ ਧੀਆਂ ਦੇ ਵਿਆਹ ਵੀ ਭਾਵੇਂ ਬਾਹਰ ਦੱਸਿਆ ਕਿ ਨਹੀਂ ਦੱਸਿਆ, ਬਗੈਰ ਦੱਸੇ ਤੋਂ ਵੀ ਸਪਾਂਸਰਡ ਹੁੰਦੇ ਰਿਹਾ। ਇੱਕ ਵਾਰੀ ਇੱਕ ਲੀਡਰ ਦੀ ਮਾਂ ਦੇ ਭੋਗ ਦੇ ਉੱਤੇ ਬਹੁਤ ਰੌਲਾ ਪੈ ਗਿਆ ਸੀ ਕਿ ਕਿਹੜੀਆਂ ਕੰਪਨੀਆਂ ਨੇ ਕਿੰਨਾ ਖਰਚਾ ਦਿੱਤਾ। ਇੱਦਾਂ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਨੇ ਇੱਥੇ। ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ। ਜਿਹੜਾ ਲੋਕਾਂ ਦਾ ਪੈਸਾ ਟੈਕਸਾਂ ਦਾ ਉਹ ਬਚਾ ਕੇ ਉਹਦੇ 'ਚੋਂ ਪੰਜੀ ਦੁੱਕੀ ਜਿੰਨੀ ਬਚਦੀ ਆ ਬਚਾ ਕੇ ਤੇ ਲੋਕਾਂ ਦੇ ਕੰਮਾਂ 'ਤੇ ਖਰਚ ਕਰਨਾ ਚਾਹੀਦਾ। ਇਹਨਾਂ ਦੀ ਐਸ਼ ਦੇ ਉੱਤੇ ਖਰਚ ਕਿਉਂ ਕੀਤਾ ਜਾਵੇ ਤੇ ਅੱਡ ਕੰਪਨੀਆਂ ਨੂੰ ਕਮਾਈ ਕਰਨ ਦਾ ਮੌਕਾ ਕਿਉਂ ਦਿੱਤਾ ਜਾਵੇ? ਉਸ ਕਮਾਈ 'ਚੋਂ ਅਗਲੀਆਂ ਚੋਣਾਂ ਵਾਸਤੇ ਦਸਵੰਧ ਆਪਣਾ ਕਢਾ ਲੈਂਦੇ ਆ। ਇਹ ਸਾਰਾ ਚੱਕਰ ਖਤਮ ਕਰਨਾ ਚਾਹੀਦਾ ਜੀ। ਅੱਛਾ, ਦੂਸਰੀ ਗੱਲ ਕਰਾਂ ਪੰਸੋ ਤੁਹਾਡੇ ਨਾਲ, ਥੋੜ੍ਹੀ ਜਿਹੀ ਰਾਜਨੀਤੀ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਜਿਹੜੀ ਇਹ ਦੂਸ਼ਣਬਾਜ਼ੀ ਲੱਗਦੀ ਹੈ ਕਿ ਵੀ ਇੱਕ ਸਰਕਾਰ ਆਉਂਦੀ ਹੈ ਜੀ, ਫਿਰ ਉਹ ਸਰਕਾਰ ਦੇ ਕੁਝ ਚਹੇਤੇ ਬਣ ਜਾਂਦੇ ਨੇ, ਫਿਰ ਉਹ ਉਹਨਾਂ ਚਹੇਤਿਆਂ ਦੇ ਆਲੇ ਦੁਆਲੇ ਘੁੰਮਣ ਲੱਗ ਜਾਂਦੀ ਹੈ ਤੇ ਚਹੇਤਿਆਂ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇਹ ਸਰਕਾਰ ਬਣੀ ਰਵੇ। ਇਸੇ ਤਰ੍ਹਾਂ ਦਾ ਹੀ ਕਿਉਂਕਿ ਕਾਂਗਰਸ ਨੇ ਇੱਕ ਬੜਾ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ, ਉਹਦੇ ਚਾਹੇ ਉਹਨਾਂ ਨੇ ਗੱਲ ਮਹਿੰਗਾਈ ਦੀ ਕੀਤੀ, ਹੋਰ ਮਸਲਿਆਂ ਦੀ ਕੀਤੀ, ਪਰ ਰਾਹੁਲ ਗਾਂਧੀ ਹੋਰਾਂ ਦੇ ਨਿਸ਼ਾਨੇ ਇਸ ਚੀਜ਼ ਤੇ ਸੀਗੇ ਕਿ ਵੀ ਜਿਹੜੇ ਚੰਦ ਕੁ ਸੱਜਣ ਮਿੱਤਰ ਨੇ ਜਾਂ ਚੰਦ ਕੁ ਕਾਰਪੋਰੇਟ ਅਦਾਰੇ ਨੇ, ਉਹਨਾਂ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਵੀ ਜੋ ਕੁਝ ਵੀ ਮਾਫੀਆਂ ਨੇ ਉਹ ਸਾਰੀਆਂ ਤੁਸੀਂ ਚਾਹੇ ਉਹਨਾਂ ਨੂੰ ਦੇ ਦਿਓ, ਜੇ ਪੈਸਾ ਹੈ ਤਾਂ ਵੀ ਉਹਨਾਂ ਨੂੰ ਦੇ ਦਿਓ, ਚੀਜ਼ਾਂ ਵੀ ਉਹਨਾਂ ਨੂੰ ਦੇ ਦਿਓ, ਤੇ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਜੀ ਪਿਸ ਰਹੇ ਆ। ਇਹ ਜਿਸ ਹਿਸਾਬ ਨਾਲ ਰਾਹੁਲ ਗਾਂਧੀ ਹੋਰਾਂ ਨੇ ਨਿਸ਼ਾਨਾ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਤੇ ਜਾਂ ਬੀਜੇਪੀ ਤੇ, ਇਹਨੂੰ ਕਿੰਨਾ ਕੁ ਸਹੀ ਮੰਨਦੇ ਹੋ ਤੁਸੀਂ? ਇਹ ਰਿਵਾਜ ਹੁਣੇ ਹੀ ਪਿਆ ਜਾਂ ਇਹਦੋਂ ਪਹਿਲਾਂ ਵੀ ਹੈਗਾ ਕਿਤੇ? ਦੇਖੋ, ਰਾਹੁਲ ਗਾਂਧੀ ਨੇ ਜਿੰਨੀਆਂ ਗੱਲਾਂ ਆਖੀਆਂ ਉਹ ਸਾਰੀਆਂ ਠੀਕ ਹੈ। ਜੇ ਕਹਿਣਾ ਹੋਵੇ ਵੀ ਉਹਨੇ ਗਲਤ ਕੀ ਆਖਿਆ, ਉਹਨੇ ਕੋਈ ਗਲਤ ਨਹੀਂ ਆਖਿਆ, ਸਾਰੀਆਂ ਗੱਲਾਂ ਹੀ ਠੀਕ ਆਖੀਆਂ ਨੇ। ਉਹਨੇ ਆਖਿਆ ਮਹਿੰਗਾਈ ਵੱਧ ਗਈ ਹੈ ਤੇ ਸੱਚੀ ਮੁੱਚ ਮਹਿੰਗਾਈ ਵੱਧ ਗਈ ਹੈ।
ਜਿੰਨੀ ਤੇਜ਼ੀ ਨਾਲ ਨਰਿੰਦਰ ਮੋਦੀ ਦੇ ਰਾਜ ਵਿੱਚ ਵਧੀ ਆ, ਇੰਨੀ ਪਹਿਲਾਂ ਤਾਂ ਕਦੇ ਵਧੀ ਨਹੀਂ ਸੀ। ਸੱਚਮੁੱਚ ਬਹੁਤ ਵੱਧ ਗਈ ਹੈ। ਇਹਦੇ ਰਾਜ ਵਿੱਚ ਡੀਜ਼ਲ ਪੈਟਰੋਲ ਹਰ ਚੀਜ਼ ਦੇ ਭਾਅ ਤੇਜ਼ੀ ਨਾਲ ਵਧੇ ਆ, ਸਭ ਕੁਝ ਪਤਾ। ਇਹਦੇ ਰਾਜ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਸੀ, ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਦੇ ਦਿੱਤੀਆਂ ਗਈਆਂ ਔਰ ਚਹੇਤੇ ਸਰਮਾਏਦਾਰਾਂ ਨੂੰ ਦਿੱਤੀਆਂ ਗਈਆਂ ਤੇ ਅਜੇ ਦਿੱਤੀਆਂ ਜਾ ਰਹੀਆਂ ਨੇ। ਇਹ ਵੀ ਸਾਰਿਆਂ ਨੂੰ ਪਤਾ। ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਣਗੇ, ਪਰ ਵੱਡੇ ਵੱਡੇ ਸਰਮਾਏਦਾਰਾਂ ਦੇ ਉਹ ਜਿਹੜੇ ਕਰਜ਼ੇ ਆ ਮੁਆਫ ਕਰਨ ਦੀ ਥਾਂ ਉਹਨਾਂ ਨੂੰ ਰਾਈਟ ਆਫ ਕੀਤਾ ਜਾ ਰਿਹਾ, ਕਾਟਾ ਹੀ ਮਾਰ ਦਿੱਤਾ। ਉਹ ਮੁਆਫੀ ਤੋਂ ਵੀ ਭੈੜੀ ਚੀਜ਼ ਆ। ਬਿਲਕੁਲ ਹੀ ਕੋਈ ਲੇਖਾ ਪੱਕਤਾ ਹੋਵੇ ਹੀ ਨਾ, ਬਿਲਕੁਲ ਇੱਦਾਂ ਹੀ ਕਰ ਦਿਓ, ਚੁੱਪ ਚਪੀਤੇ ਕਰੀ ਜਾ ਰਹੇ ਨੇ। ਇਹ ਸਾਰਾ ਕੁਝ ਜੋ ਰਾਹੁਲ ਗਾਂਧੀ ਕਹਿੰਦਾ ਠੀਕ ਕਹਿੰਦਾ, ਪਰ ਉਹਦਾ ਨਿਸ਼ਾਨਾ ਇਹ ਨਹੀਂ ਕਿ ਭਾਰਤ ਵਿੱਚ ਮਹਿੰਗਾਈ ਵੱਧਦੀ ਹੈ ਤੇ ਲੋਕਾਂ ਦਾ ਸਾਹ ਸੌਖਾ ਕਰਾਉਣਾ। ਜੇ ਸਾਹ ਸੌਖਾ ਕਰਾਉਣਾ ਹੋਵੇ ਤੇ ਫਿਰ ਜਦੋਂ ਉਹਨਾਂ ਰਾਜ ਸੀ ਉਦੋਂ ਮਹਿੰਗਾਈ ਦੇ ਖਿਲਾਫ ਉਹ ਕਿਉਂ ਨਾ ਬੋਲਿਆ। ਇੱਥੇ ਇੱਕ ਚੰਦਰਾ ਰਿਵਾਜ ਪਿਆ। ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਹੁੰਦੀ ਸੀ ਤੇ ਉਹਦੀ ਸਰਕਾਰ ਦੇ ਵਕਤ ਗੰਢੇ ਬਹੁਤ ਮਹਿੰਗੇ ਹੋ ਗਏ ਸੀ ਤੇ ਮੁਰਾਰਜੀ ਦੇਸਾਈ ਨੂੰ ਕਿਸੇ ਨੇ ਆਖਿਆ ਕਿ ਇਹ ਤਾਂ ਦੇਸਾਈ ਸਾਹਿਬ ਗੰਢੇ ਬਹੁਤ ਮਹਿੰਗੇ ਹੋ ਗਏ, ਪਿਆਜ਼ ਬਹੁਤ ਮਹਿੰਗਾ ਹੋ ਗਿਆ। ਕਹਿੰਦਾ ਰੋਟੀ ਨਾਲ ਹੀ ਖਾਣਾ, ਸੇਬ ਬਹੁਤ ਸਸਤਾ, ਤੁਸੀਂ ਪਿਆਜ਼ ਦੇ ਬਜਾਏ ਸੇਬ ਖਾਇਆ ਕਰੋ। ਤੇ ਲੋਕਾਂ ਨੇ ਆਖਿਆ ਜੀ ਦਾਲ ਨੂੰ ਤੜਕਾ ਲਾਉਣ ਵਾਸਤੇ ਉਹਦੇ ਵਿੱਚ ਘਿਓ 'ਚ ਸੇਬ ਪਾ ਕੇ ਭੁੰਨਿਆ ਕਰੀਏ। ਉਹਦੇ ਤੋਂ ਬਾਅਦ ਇੰਦਰਾ ਗਾਂਧੀ ਆ ਗਈ। ਉਹਨੂੰ ਕਿਸੇ ਨੇ ਪੁੱਛਿਆ ਜੀ ਖੰਡ ਬਹੁਤ ਮਹਿੰਗੀ ਹੋ ਗਈ ਹੈ। ਕਹਿੰਦੀ ਪਿਆਜ਼ ਤਾਂ ਸਸਤਾ ਕਰਤਾ ਨਾ ਮੈਂ। ਤੇ ਉਹ ਕਹਿੰਦੇ ਜੀ ਚਾਹ ਦੇ ਵਿੱਚ ਹੁਣ ਪਿਆਜ਼ ਭਲ ਕੇ ਕੱਟ ਕੇ ਪਾ ਦਈਏ। ਖੰਡ ਦੀ ਥਾਂ ਖੰਡ ਚਾਹੀਦੀ ਆ, ਪਿਆਜ਼ ਦੀ ਥਾਂ ਪਿਆਜ਼ ਚਾਹੀਦਾ। ਮੁਰਾਰਜੀ ਦੇਸਾਈ ਹੋਵੇ ਜਾਂ ਇੰਦਰਾ ਗਾਂਧੀ, ਉਹਨਾਂ ਦੋਵਾਂ ਦਾ ਆਪਸ ਵਿੱਚ ਵਿਰੋਧ ਹੋਵੇਗਾ। ਫਸਦੇ ਤਾਂ ਲੋਕ ਪਏ ਨੇ। ਇੱਕ ਦੇ ਰਾਜ ਵਿੱਚ ਗੰਢੇ ਮਹਿੰਗੇ ਹੋ ਜਾਣ, ਦੂਸਰੇ ਦੇ ਰਾਜ ਵਿੱਚ ਖੰਡ ਮਹਿੰਗੀ ਹੋ ਜੇ, ਇੱਕ ਦੂਸਰੇ ਨੂੰ ਮਿਹਣੇ ਦਿੰਦੇ ਨੇ। ਕਿ ਰਾਹੁਲ ਗਾਂਧੀ ਦੀ ਪਾਰਟੀ ਦੇ ਰਾਜ ਵਿੱਚ ਮੁਸ਼ਕਲਾਂ ਨਹੀਂ ਸਨ ਵਧੀਆਂ? ਮੁਸ਼ਕਲਾਂ ਤਾਂ ਉਦੋਂ ਹੀ ਵੱਧਦੀਆਂ ਗਈਆਂ। ਫਿਰ ਸਵਾਲ ਇਹ ਖੜਾ ਹੁੰਦਾ ਕਿ ਜੇ ਮੁਸ਼ਕਲਾਂ ਵੱਧਦੀਆਂ ਗਈਆਂ ਸਨ ਤੇ ਹੁਣ ਉਹ ਕਾਹਦੇ ਵਾਸਤੇ ਸਭ ਕੁਝ ਕਰਦਾ ਪਿਆ? ਅਸਲ ਗੱਲ ਇਹ ਆ ਕਿ ਇਸ ਮੁੰਡੇ ਨੂੰ ਕੱਚੀ ਉਮਰ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਮਾਂ ਚਾਹੁੰਦੀ ਸੀ, ਹਰ ਮਾਂ ਚਾਹੁੰਦੀ ਸੀ ਮੇਰੇ ਪੁੱਤਰ ਤੋਂ ਵਧੀਆ ਸਿਆਣਾ ਮੁੰਡਾ ਤੇ ਦੂਸਰਾ ਕੋਈ ਸਾਰੀ ਦੁਨੀਆ ਤੇ ਨਹੀਂ ਜੰਮਿਆ। ਉਹਨੂੰ ਵੀ ਇਹ ਜਾਪਦਾ ਸੀ ਕਿ ਮੇਰੇ ਮੁੰਡੇ ਵਰਗਾ ਸਿਆਣਾ ਮੁੰਡਾ ਕੋਈ ਜੰਮਿਆ ਹੀ ਨਹੀਂ। ਉਹਨੇ ਇਹਨੂੰ ਕਾਂਗਰਸ ਦਾ ਪ੍ਰਧਾਨ ਬਣਵਾਤਾ। ਚਾਪਲੂਸਾਂ ਦੀ ਢਾਣੀ ਸਾਰੇ ਉਹਦੇ ਅੱਗੇ ਪਿੱਛੇ ਸਿਫਤਾਂ ਕਰਦੇ ਪਏ ਸਨ। ਮੁੰਡੇ ਨੂੰ ਟਕੇ ਦੀ ਅਕਲ ਨਹੀਂ ਸੀ, ਉਹਨੇ ਕੋਈ ਚੱਜ ਦਾ ਕੰਮ ਹੀ ਨਹੀਂ ਕੀਤਾ। ਉਹਦੀ ਤਾਂ ਹਾਲਤ ਇਹ ਸੀ ਕਿ ਤੁਸੀਂ ਦੇਖੋ ਭਰੀ ਪਾਰਲੀਮੈਂਟ ਦੇ ਵਿੱਚ ਉਹਨੇ ਇੱਕ ਪਾਰਲੀਮੈਂਟ ਮੈਂਬਰ ਨੂੰ ਉਹ ਤਾਮਿਲਨਾਡੂ ਵਾਲੀ ਕੁੜੀ ਦੀ ਨਕਲ ਕਰਦਿਆਂ ਅੱਖ ਮਾਰ ਦਿੱਤੀ। ਸਾਰੇ ਪਾਸੇ ਰੌਲਾ ਪੈ ਗਿਆ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਉਹਦਾ ਪ੍ਰਧਾਨ ਅੱਖ ਮਾਰਦਾ। ਇਹਦਾ ਜੇ ਰੌਲਾ ਮੁੱਕਿਆ ਨਾ ਤੇ ਫਿਰ ਇੱਕ ਵਾਰੀ ਤਕਰੀਰ ਕਰਦਿਆਂ ਕਹਿੰਦਾ ਤੁਸੀਂ ਕਹਿੰਦੇ ਹੋ ਮੈਂ ਨਰਿੰਦਰ ਮੋਦੀ ਨੂੰ ਨਫ਼ਰਤ ਕਰਦਾ, ਮੈਂ ਕੋਈ ਨਫ਼ਰਤ ਨਹੀਂ ਕਰਦਾ, ਵੇਖੋ ਮੈਨੂੰ ਬਹੁਤ ਪਿਆਰ ਕਰਦਾ। ਉੱਠਿਆ ਆਪਣੀ ਕੁਰਸੀ ਤੋਂ, ਘੇਰੇ ਦੀ ਘੁੰਮ ਕੇ ਜਾ ਕੇ ਤੇ ਉਹਨੂੰ ਨਰਿੰਦਰ ਮੋਦੀ ਨੂੰ ਬੈਠੇ ਨੂੰ ਜੱਫੀ ਪਾ ਲਈ ਵਧੋ ਵਧੀ। ਇਹਦਾ ਖਿਆਲ ਸੀ ਕਿ ਮੈਂ ਉੱਥੇ ਜਾਊਂਗਾ ਤੇ ਉੱਠ ਕੇ ਮਿਲੂਗਾ ਮੈਨੂੰ। ਉਹ ਆਰਾਮ ਨਾਲ ਬੈਠਾ ਰਿਹਾ, ਬੈਠੇ ਨੂੰ ਜਾ ਕੇ ਜੱਫੀ ਪਾ ਕੇ ਮੁੜ ਆਇਆ। ਸਾਡੇ ਪੰਜਾਬੀ ਦਾ ਇੱਕ ਮੁਹਾਵਰਾ ਅੱਖੀ ਡਿੱਠਾ ਭਾਵੇ ਨਾ ਤੇ ਕੁਛੜ ਬਹਿ ਨਲੱਜ। ਉਹ ਤੇ ਅਗਲੇ ਪਾਸੇ ਤੇਰੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ, ਤੇਰੇ ਨਾਲ ਬੋਲਣ ਨੂੰ ਤਿਆਰ ਨਹੀਂ ਗੇ ਤੇ ਵਧੋ ਵਧੀ ਜਾ ਕੇ ਜੱਫੀ ਪਾ ਲਈ। ਤੇ ਉਹਨੇ ਅੱਗੋਂ ਆਖਿਆ ਕਹਿੰਦਾ ਮੇਰੀ ਕੁਰਸੀ ਵੇਖਣ ਆਇਆ ਸੀ ਕਿੱਦਾਂ ਦੀ ਹੈ ਜੀ ਤੇ ਬਹਿਣ ਦਾ ਮੌਕਾ ਨਹੀਂ ਮਿਲਦਾ। ਹੁਣ ਇਹ ਕਾਂਗਰਸ ਵਾਲਿਆਂ ਕੋਲ ਇਸ ਵੇਲੇ ਪ੍ਰਧਾਨ ਕੋਈ ਨਹੀਂ। ਨਵਾਂ ਪ੍ਰਧਾਨ ਚੁਣਨ ਵਾਸਤੇ ਚੋਣ ਸੂਚੀ ਇਹਨਾਂ ਜਾਰੀ ਕਰ ਦਿੱਤੀ ਹੈ। ਉਹਦਾ ਸਾਰਾ ਜਿਹੜਾ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰ ਚੁੱਕੇ ਆ। ਅੱਗੋਂ ਸਿਆਪਾ ਇਹ ਆ ਕਿ ਜਿੰਨੇ ਇੱਕ ਸੀਨੀਅਰ ਲੀਡਰ ਨੇ ਇੱਕ ਇੱਕ ਕਰਕੇ ਛੱਡਦੇ ਜਾ ਰਹੇ ਆ। ਜਿਹੜੇ ਪਾਰਟੀ ਦੇ ਵਿੱਚ ਆ ਉਹਨਾਂ 'ਚੋਂ ਕਿਸੇ ਦੀ ਹਿੰਮਤ ਨਹੀਂ ਬਣਦੀ ਕਿ ਮੈਂ ਪਾਰਟੀ ਨੂੰ ਇਹੋ ਜਿਹੀ ਹਾਲਤ ਵਿੱਚ ਸਾਂਭਾਂ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਆਖਿਆ ਕਿ ਤੁਸੀਂ ਆ ਜਾਓ ਜੀ ਨੈਸ਼ਨਲ ਪ੍ਰੈਜ਼ੀਡੈਂਟ ਬਣ ਜਾਓ ਕਾਂਗਰਸ ਦੇ। ਕਹਿੰਦਾ ਨਹੀਂ ਜੀ ਮੈਂ ਰਾਜਸਥਾਨ 'ਚ ਠੀਕ ਹੈ, ਰਾਹੁਲ ਗਾਂਧੀ ਜੀ ਉੱਥੇ ਠੀਕ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਜਾ ਕੇ ਨੈਸ਼ਨਲ ਪ੍ਰੈਜ਼ੀਡੈਂਟ ਬਣ ਗਿਆ, ਬਾਕੀਆਂ 'ਚੋਂ ਸੀਨੀਅਰ ਸਚਿਨ ਪਾਇਲਟ ਆ ਤੇ ਉਹਨੂੰ ਮੁੱਖ ਮੰਤਰੀ ਬਣਾਉਣਾ ਪੈਣਾ ਰਾਜਸਥਾਨ ਦਾ। ਤੇ ਸਚਿਨ ਪਾਇਲਟ ਨੇ ਆਉਂਦਿਆਂ ਹੀ ਅਸ਼ੋਕ ਗਹਿਲੋਤ ਦੀਆਂ ਜੜ੍ਹਾਂ ਵੱਢ ਦੇਣੀਆਂ। ਉਹ ਆਪਣੀ ਥਾਂ ਤੇ ਡਰਦਾ। ਫਿਰ ਪਾਰਟੀ ਦਾ ਰਾਜ ਸਭਾ ਦੇ ਵਿੱਚ ਸੀਨੀਅਰ ਲੀਡਰ ਸਭ ਤੋਂ ਸੀਨੀਅਰ ਜਿਹੜਾ ਮੱਲਿਕਾਰਜੁਨ ਖੜਗੇ ਆ, ਇਸ ਵੇਲੇ ਰਾਜ ਸਭਾ ਦੇ ਵਿੱਚ ਆਪੋਜੀਸ਼ਨ ਲੀਡਰ ਵੀ ਉਹਨੂੰ ਬਣਾਈ ਬੈਠੇ ਨੇ। ਉਹਨੂੰ ਆਖਿਆ ਤੂੰ ਪਾਰਟੀ ਪ੍ਰੈਜ਼ੀਡੈਂਟ ਬਣ ਜਾ। ਕਹਿੰਦਾ ਨਹੀਂ ਰਾਹੁਲ ਜੀ ਤੋਂ ਸਿਆਣਾ ਸਾਡੇ ਕੋਲ ਹੈਗਾ ਹੀ ਕੋਈ ਨਹੀਂ। ਮੈਨੂੰ ਹੈਰਾਨੀ ਇਹ ਆ ਵੀ ਇੱਕ ਵਾਰੀ ਦਿੱਲੀ ਦੀ ਕਾਨਫਰੰਸ ਦੇ ਵਿੱਚ ਕਮਲਾਪਤੀ ਤ੍ਰਿਪਾਠੀ ਹੁੰਦਾ ਸੀ ਤੇ ਉਹਨੇ ਆਖਿਆ ਸੀ ਕਿ ਇੰਦਰਾ ਗਾਂਧੀ ਸਾਡੀ ਪਾਰਟੀ ਦੀ ਮਾਂ ਹੈ ਔਰ ਉਹ ਬੰਦਾ ਆਪ ਇੰਦਰਾ ਗਾਂਧੀ ਤੋਂ 19 ਸਾਲ ਵੱਡਾ ਸੀ। 19 ਸਾਲ ਵੱਡਾ ਆਪਣੇ ਤੋਂ 19 ਸਾਲ ਛੋਟੀ ਨੂੰ ਮਾਂ ਲਫ਼ਜ਼ ਬੋਲ ਗਿਆ ਸੀ। ਇਸੇ ਤਰ੍ਹਾਂ ਹੀ ਹੁਣ ਜਿੰਨੇ ਨੇ ਮੱਲਿਕਾਰਜੁਨ ਖੜਗੇ ਵਗੈਰਾ ਸਾਰੀ ਉਮਰ ਜਿਹਨਾਂ ਰਾਜਨੀਤੀ ਕੀਤੀ ਹੈ ਉਹ ਰਾਹੁਲ ਜੀ ਕਰੀ ਜਾਂਦੇ ਆ। ਉਹਨਾਂ ਨੂੰ ਰਾਹੁਲ ਤੋਂ ਸਿਵਾ ਦੂਸਰਾ ਕੋਈ ਦਿਸਦਾ ਹੀ ਨਹੀਂ ਗਾ। ਔਰ ਰਾਹੁਲ ਜੀ ਦੀ ਹਾਲਤ ਇਹ ਹੈ ਕਿ ਅਜੇ ਤੱਕ ਚੋਣਾਂ ਬਿਹਾਰ ਵਿੱਚ ਹੁੰਦੀਆਂ ਨੇ ਤੇ ਉਹ ਸ਼ਿਮਲੇ ਜਾ ਵੜਦਾ, ਚੋਣਾਂ ਯੂਪੀ 'ਚ ਹੁੰਦੀਆਂ ਨੇ ਉਹ ਥਾਈਲੈਂਡ ਨੂੰ ਤੁਰ ਜਾਂਦਾ। ਜਦੋਂ ਪਤਾ ਕਿ ਉਹ 'ਚ ਲੀਡਰੀ ਵਾਲਾ ਕੋਈ ਤੰਤ ਹੀ ਨਹੀਂ
ਤੇ ਉਹ ਲੀਡਰ ਕੀ ਬਣਾ ਦਿਓਗੇ? ਇਹ ਹੱਲਾ ਬੋਲ ਦੇ ਨਾਂ ਦੇ ਉੱਤੇ ਉੱਥੇ ਜਾ ਕੇ ਇੱਕ ਰੈਲੀ ਕਰ ਲਈ ਹੈ। ਇਹਦੇ ਬਾਅਦ ਇਹਨਾਂ ਨੇ ਕੇਰਲਾ ਤੋਂ ਜਾ ਕੇ ਯਾਤਰਾ ਸ਼ੁਰੂ ਕਰਨੀ ਹੈ, ਜਿਹੜੀ 12-13 ਸੂਬਿਆਂ ਦੇ ਵਿੱਚੋਂ ਘੁੰਮਦੀ ਘਮਾਉਂਦੀ ਪੈਦਲ ਚੱਲਦਿਆਂ ਚਲਾਉਂਦਿਆਂ ਇਹਨਾਂ ਨੇ ਜੰਮੂ ਕਸ਼ਮੀਰ ਤੱਕ ਜਾਣਾ ਹੈ। ਪਤਾ ਨਹੀਂ ਜਾਂਦੇ ਕਿ ਨਹੀਂ ਜਾਂਦੇ, ਪਰ ਅਸਲ ਗੱਲ ਇਹ ਆ ਕਿ ਉਸ ਯਾਤਰਾ ਦੇ ਬਹਾਨੇ ਤੇ ਇਸ ਹੱਲਾ ਬੋਲ ਪ੍ਰੋਗਰਾਮ ਦੇ ਬਹਾਨੇ ਰਾਹੁਲ ਗਾਂਧੀ ਨੂੰ ਇੱਕ ਵਾਰੀ ਫਿਰ ਸ਼ਿੰਗਾਰਿਆ ਜਾ ਰਿਹਾ ਕਿ ਇਹਨੂੰ ਬਣਾ ਕੇ ਵੱਡਾ ਲੀਡਰ ਤੇ ਪੇਸ਼ ਕੀਤਾ ਜਾਵੇ। ਵੀ ਜਿੱਡਾ ਮਰਜ਼ੀ ਵੱਡਾ ਬਣਾ ਲਓ, ਇਸ ਤਰ੍ਹਾਂ ਦੀ ਲੀਡਰੀ 'ਚੋਂ ਰਾਹੁਲ ਗਾਂਧੀ ਇਸ ਪਾਰਟੀ ਨੂੰ ਨਹੀਂ ਚਲਾ ਸਕਦਾ। ਇਹ ਲੋਕਾਂ ਨੂੰ ਪਤਾ ਕਿ ਇਹਦੇ ਵਿੱਚ ਕਿੰਨੇ ਕੁ ਅਕਲ ਦੇ ਗੁਣ ਨੇ ਤੇ ਕਿੰਨਾ ਕੁ ਪਾਰਟੀ ਲੀਡਰੀ ਕਰ ਸਕਦਾ। ਜਦੋਂ ਕਰਨ ਦਾ ਵਕਤ ਸੀਗਾ, ਮਨਮੋਹਨ ਸਿੰਘ ਦੇ ਨਾਲ ਲੱਗ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰੀ ਹੈਗੇ ਸਨ, ਉਹਨਾਂ ਦੇ ਨਾਲ ਇਹਨੂੰ ਮੰਤਰੀ ਬਣਾ ਦਿੰਦੇ, ਮਹਿਕਮਾ ਇਹਦੀ ਮਰਜ਼ੀ ਦਾ ਦੇ ਦਿੰਦੇ ਔਰ ਕਹਿੰਦੇ ਕਿ ਤੁਸੀਂ ਰਾਹੁਲ ਜੀ ਚਲਾਓ, ਨਾਲ ਇਹ ਕੋਈ ਤਜਰਬਾ ਹੀ ਸਿੱਖ ਲੈਂਦਾ। ਇਹ ਉਸ ਵਕਤ ਵੀ ਸਰਕਾਰ ਦੀ ਕੀਤੀ ਕਤਰੀ ਦੇ ਉੱਤੇ ਖੇਹ ਪਾਉਣ ਲੱਗਾ ਰਿਹਾ। ਜਦੋਂ ਕਾਂਗਰਸ ਪਾਰਟੀ ਨੇ ਮਤਾ ਪਾਸ ਕਰਤਾ, ਉਹਦੇ ਉੱਤੇ ਭਾਰਤ ਸਰਕਾਰ ਦੇ ਜਿਹੜੇ ਮੰਤਰੀ ਮੰਡਲ ਉਹਨੂੰ ਪਾਸ ਕਰ ਦਿੱਤਾ। ਪਾਸ ਕੀਤੇ ਦੇ ਉੱਤੇ ਰਾਸ਼ਟਰਪਤੀ ਨੇ ਦਸਤਖਤ ਕਰ ਦਿੱਤੇ, ਪਾਰਲੀਮੈਂਟ 'ਚੋਂ ਵੀ ਹੋ ਗਿਆ ਸੀ। ਇਹਨੇ ਜਾ ਕੇ ਤੇ ਉਹ ਭਰੀ ਪ੍ਰੈਸ ਕਾਨਫਰੰਸ 'ਚ ਪਾੜ ਦਿੱਤਾ ਔਰ ਪਾੜਿਆ ਵੀ ਉਦੋਂ ਜਦੋਂ ਡਾਕਟਰ ਮਨਮੋਹਨ ਸਿੰਘ ਵਿਦੇਸ਼ ਵਿੱਚ ਅਮਰੀਕਾ 'ਚ ਗਿਆ ਸੀ। ਉੱਥੇ ਉਹਨੂੰ ਸਾਰੇ ਪੁੱਛਣ ਕਿ ਤੁਸੀਂ ਚੰਗੇ ਪ੍ਰਧਾਨ ਮੰਤਰੀ ਹੋ, ਤੁਸੀਂ ਮਤਾ ਪਾਸ ਕਰਕੇ ਉਹਨੇ ਇੱਕ ਨੋਟੀਫਿਕੇਸ਼ਨ ਪਾਸ ਕਰਕੇ ਉਹਨੇ ਰਾਸ਼ਟਰਪਤੀ ਦੇ ਦਸਤਖਤ ਹੋ ਗਿਆ ਤੇ ਤੁਹਾਡਾ ਪਾਰਟੀ ਪ੍ਰਧਾਨ ਜਿਹੜਾ ਫੜ ਕੇ ਪਾੜ ਦਿੰਦਾ। ਤੇ ਉਹ ਵਿਚਾਰਾ ਸਾਊ ਆਦਮੀ ਕਹਿੰਦਾ ਮੈਂ ਵਾਪਸ ਜਾਵਾਂਗਾ ਭਾਰਤ ਵਿੱਚ, ਉੱਥੇ ਜਾ ਕੇ ਮੈਂ ਸਾਰੇ ਹਾਲਾਤ ਦਾ ਪਤਾ ਕਰਾਂਗਾ ਕਿ ਕੀ ਹੋਇਆ ਸੀ ਤੇ ਕਿਉਂ ਪਾੜਿਆ ਗਿਆ। ਮੈਂ ਉਹਦੇ ਤੋਂ ਬਾਅਦ ਹੀ ਕਿਸੇ ਦੀ ਕੋਈ ਗੱਲ ਜਿਹੜੀ ਆ ਉਹ ਕਹਿ ਸਕਣ ਦੀ ਪੋਜੀਸ਼ਨ 'ਚ ਹੋਵਾਂਗਾ। ਅਜੇ ਮੈਂ ਤੇ ਕੁਝ ਨਹੀਂ ਕਹਿਣਾ। ਉਦੋਂ ਰਾਹੁਲ ਨੂੰ ਕਿਸੇ ਨੇ ਆਖਿਆ ਸੀ ਕਿ ਤੂੰ ਆਹ ਕੰਮ ਨਾ ਕਰ? ਉਹਨੂੰ ਸਾਰੇ ਹੀ ਆਖੀ ਗਏ ਰਾਹੁਲ ਜੀ ਬਹੁਤ ਸਿਆਣੇ, ਰਾਹੁਲ ਜੀ ਬਹੁਤ ਧੜੱਲੇਦਾਰ ਲੀਡਰ ਨੇ। ਵੇਖੋ ਜੀ, ਪਰਵਾਹ ਹੀ ਨਹੀਂ ਕੀਤੀ ਸਰਕਾਰ ਦਾ, ਪਾਸ ਕੀਤਾ, ਮਤਾ ਵੀ ਪਾੜ ਕੇ ਸੁੱਟਤਾ। ਹੁਣ ਉਹ ਤੋਂ ਚਾਹੁੰਦੇ ਕੀ ਹੈ? ਕੱਖ ਵੀ ਨਹੀਂ, ਉਹ ਕੁਝ ਨਹੀਂ ਦੇ ਸਕਦਾ। ਪਰ ਸਰ ਤੁਸੀਂ ਕੱਲ ਦਾ ਬੱਚਾ ਸ਼ਬਦ ਕਈ ਵਾਰ ਵਰਤਦੇ ਹੋ। ਜੇ ਮੈਂ ਵੇਖਾਂ ਤੇ ਇੰਟਰਨੈਟ ਤੇ 52 ਸਾਲ ਉਮਰ ਦੱਸਦਾ ਜੀ ਰਾਹੁਲ ਗਾਂਧੀ ਹੋਰਾਂ ਦੀ, ਤੇ 52 ਸਾਲਾਂ ਦਾ ਤੇ ਚੰਗਾ ਭਲਾ ਬੰਦਾ ਹੁੰਦਾ ਮੇਰੇ ਖਿਆਲ ਨਾਲ। ਉਦੋਂ ਤੱਕ ਤੇ ਬੰਦਾ ਹੌਲੀ ਹੌਲੀ ਗਾਂ ਅਗਲੇ ਬੰਨੇ ਦੀ ਵੀ ਤਿਆਰੀ ਕਰਦਾ ਵੀ ਨਿਆਣਿਆਂ ਦਾ ਗਾਂ ਸੈੱਟ ਸੁੱਟ ਕਰਕੇ ਜੀ ਵਿਆਹ ਸ਼ਾਦੀ ਦਾ ਵੇਖੀਏ ਕੁਛ। ਤੇ ਤੁਸੀਂ ਕਹਿੰਦੇ ਵੀ ਅਜੇ ਤੱਕ ਹੋ ਜੇ ਕੱਲ ਦਾ ਬੱਚਾ ਜੀ। ਤੇ ਫਿਰ ਜੇ ਵੇਖੀਏ ਕੁਛ ਤੇ ਹੁਣ ਤੱਕ ਉਹਦਾ ਵਿਆਹ ਹੋ ਕਿਉਂ ਨਹੀਂ ਗਿਆ? ਜੇ 52 ਸਾਲਾਂ ਦਾ ਬੱਚਾ, ਉਹਨੂੰ ਬੱਚਾ ਇਸ ਕਰਕੇ ਆਖਿਆ ਜਾ ਰਿਹਾ ਕਿ ਅੱਖਰ ਉਲਟੇ ਕਰਕੇ ਜੇ 50 ਸਾਲਾਂ ਦੀ ਉਮਰ 'ਚ ਹੀ ਉਹ ਫਿਰਦਾ। ਅੱਜ ਕੱਲ੍ਹ IQ ਟੈਸਟ ਹੁੰਦਾ ਬੱਚਿਆਂ ਦਾ ਔਰ ਕਦੇ ਰਿਪੋਰਟ ਆਉਂਦੀ ਹੈ ਕਿ ਫਲਾਨਾ ਬੱਚਾ IQ ਟੈਸਟ ਦੇ ਵਿੱਚ ਆਇਨਸਟਾਈਨ ਜਿੰਨਾ ਨੰਬਰ ਲੈ ਗਿਆ। ਇਹਨੂੰ ਆਖੋ ਆਇਨਸਟਾਈਨ ਦੇ ਨੰਬਰਾਂ ਦਾ 1% ਲੈ ਕੇ ਵਿਖਾ ਦੇ। ਅਸਲ ਗੱਲ ਕੀ ਆ ਕਿ ਬੱਚੇ ਉਹ ਜਿਹੜੇ ਆ ਉਹ ਸਿਆਣੇ ਹੁੰਦੇ ਆ ਜਿਨ੍ਹਾਂ ਨੂੰ ਸ਼ੁਰੂ ਤੋਂ ਇੰਡੀਪੈਂਡੈਂਟ ਆਪਣੇ ਤੌਰ ਤੇ ਕੰਮ ਕਰਨ ਦਾ ਕੋਈ ਮੌਕਾ ਦਿੱਤਾ ਜਾਂਦਾ। ਜਿਨ੍ਹਾਂ ਨੂੰ ਜੰਮਦੇ ਜਵਾਕਾਂ ਨੂੰ ਚਾਪਲੂਸਾਂ ਦੀ ਧਾੜ ਦੇ ਵਿੱਚ ਖੇਡਣ ਵਾਸਤੇ ਲਾ ਦਿੱਤਾ ਜਾਂਦਾ। ਜਿਹੜੇ ਵੱਡੇ ਵੱਡੇ ਲੀਡਰ ਆਉਂਦੇ ਆ ਉਹ ਵੀ ਆਉਂਦਿਆਂ ਨੂੰ ਚੁੱਕ ਚੁੱਕ ਕੇ ਆਖੀ ਜਾਂਦੇ ਆ ਇਹ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹ ਸਾਡੇ ਭਾਰਤ ਦਾ ਭਵਿੱਖ ਆ, ਇਹ ਸਾਡੇ ਪੰਜਾਬ ਦਾ ਭਵਿੱਖ ਆ। ਉਹ ਜੰਮਦੇ ਜਵਾਕਾਂ ਨੂੰ ਜਦੋਂ ਇਸ ਤਰ੍ਹਾਂ ਝਮਲਾਉਣਾ ਸ਼ੁਰੂ ਕਰ ਦਿੰਦੇ ਆ, ਉਹ ਵਿਚਾਰੇ ਫਿਰ ਸਿਆਣੇ ਸੁਣੇ ਨਹੀਂ ਹੁੰਦੇ। ਉਹ ਇਹਨਾਂ ਘੇਰੇ ਘੇਰੇ ਆਉਣ ਵਾਲਿਆਂ ਦੇ ਸਿਰ ਦੇ ਉੱਤੇ ਨਾਲ ਉਹਨੇ ਖੁਸ਼ ਹੋ ਕੇ ਤਾੜੀਆਂ ਵਜਾਈ ਜਾਂਦੇ ਆ। ਉਹਨਾਂ ਦੇ ਮਨ ਵਿੱਚ ਇੱਕ ਵਹਿਮ ਪਈ ਜਾਂਦਾ ਕਿ ਮੇਰੇ ਬਿਨਾ ਬਸ ਇਹ ਹਿੰਦੁਸਤਾਨ ਚੱਲ ਨਹੀਂ ਸਕਣਾ। ਇਹ ਵਹਿਮ ਕਈਆਂ ਦੇ ਮਨ 'ਚ ਆ। ਤੇ ਕਾਂਗਰਸ ਪਾਰਟੀ ਦਾ ਕਲਚਰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਜਿਸ ਦਿਨ ਪ੍ਰਿਯੰਕਾ ਗਾਂਧੀ ਦੇ ਘਰ ਪੁੱਤਰ ਜੰਮਿਆ ਤੇ ਸੋਨੀਆ ਗਾਂਧੀ ਦੇ ਘਰ ਜਾ ਕੇ ਯੂਥ ਕਾਂਗਰਸੀਆਂ ਨੇ ਢੋਲ ਵਜਾਰੇ ਕੇ ਨਾਰੇ ਲਾਏ ਤੇ ਨਾਲੇ ਭੰਗੜਾ ਪਾ ਕੇ ਗਾਉਂਦੇ ਰਹੇ, ਆਹਾ ਮੈਂ ਤਾਂ ਮਾਮਾ ਬਣ ਗਿਆ, ਮੈਂ ਤਾਂ ਮਾਮਾ ਬਣ ਗਿਆ। ਇਹ ਤਾਂ ਜਿਹੜਾ ਕੁਝ ਜਿਹੜੇ ਉੱਥੇ ਜਾ ਕੇ ਕਹਿੰਦੇ ਸੀ ਆਹਾ ਮੈਂ ਤਾਂ ਮਾਮਾ ਬਣ ਗਿਆ, ਉਹਨਾਂ ਨੇ ਰਾਹੁਲ ਗਾਂਧੀ ਨੂੰ ਕਿਸੇ ਕੰਮ ਜੋਗਾ ਛੱਡਿਆ ਹੀ ਨਹੀਂ ਜੀ। ਅੱਛਾ ਪੰਨ ਸਾਹਿਬ, ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟੀਏ ਤੇ ਪੰਜਾਬ 'ਚ ਇੱਕ ਪਰਚਾ ਦਰਜ ਹੁੰਦਾ ਜੀ ਮੋਹਾਲੀ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਰਾਇਆ ਜਾਂਦਾ ਤੇ ਕਾਰਨ ਦੱਸਿਆ ਜਾਂਦਾ ਕਿ ਰਾਜਾ ਵੜਿੰਗ ਸਾਹਿਬ ਤੇ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਜੀ ਜਿਹੜੀ ਵੀ ਉਹ ਜਾਣਕਾਰੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪਾਈ ਸੀ ਉਹ ਵੀ ਗਲਤ ਸੀ। ਉਹ ਕਹਿੰਦੇ ਜੀ ਇਹ ਗਲਤ ਬਿਆਨੀ ਹੈ ਤੇ ਇਸ ਗਲਤ ਬਿਆਨੀ ਦੇ ਉੱਪਰ ਜਿਹੜਾ ਪਰਚਾ ਹੋ ਗਿਆ। ਹਾਲਾਂਕਿ ਇਹਦਾ ਵਿਰੋਧ ਜਿਹੜਾ ਉਹ ਖਹਿਰਾ ਸਾਹਿਬ ਨੇ ਵੀ ਕੀਤਾ, ਰਾਜਾ ਵੜਿੰਗ ਸਾਹਿਬ ਨੇ ਵੀ ਕੀਤਾ। ਉਹ ਕਹਿੰਦੇ ਵੀ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਕੁਝ ਕਿਹਾ ਜਾਣਾ ਤੇ ਉਸ ਤੋਂ ਬਾਅਦ ਉਹਦੀ ਗੱਲ ਪਰਚੇ ਤੱਕ ਪਹੁੰਚ ਜਾਣੀ ਹੈ, ਇਹਨੂੰ ਕਿੱਦਾਂ ਦੇਖਦੇ ਹੋ ਜੀ? ਦੇਖੋ, ਸੁਖਪਾਲ ਸਿੰਘ ਖਹਿਰਾ ਤਾਂ ਸੀਰੀਅਸ ਮੈਂ ਨਹੀਂ ਉਹਨੂੰ ਲੈਂਦਾ, ਉਹਦੀ ਗੱਲ ਤਾਂ ਛੱਡ ਦਿਓ। ਜਿਹੜਾ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਦੇ ਖਿਲਾਫ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਬਹੁਤੀ ਨਹੀਂ ਸੀ ਸੁਣੀ ਗਈ। ਜਿਸ ਤਰ੍ਹਾਂ ਹੁਣ ਹੋਇਆ, ਬਿਹਤਰ ਇਹ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਦਾਂ ਸੱਦ ਕੇ ਗੱਲ ਕਰਦੀ ਕਿ ਤੁਸੀਂ ਗਲਤ ਕਰਦੇ ਹੋ, ਜਾਂ ਉਹਨਾਂ ਦੇ ਖਿਲਾਫ ਬਿਆਨ ਜਾਰੀ ਕਰ ਦਿੰਦੀ ਕਿ ਬਿਲਕੁਲ ਗਲਤ ਬਿਆਨੀ ਕਰ ਰਹੇ ਨੇ, ਇਹੋ ਜਿਹੀ ਕੋਈ ਗੱਲ ਨਹੀਂ।
ਉਹਨਾਂ ਨੇ ਜਿਹੜਾ ਪਰਚਾ ਦਰਜ ਕਰਵਾਤਾ ਜਾਂ ਉਹਨਾਂ ਦੀ ਪਾਰਟੀ ਦੀ ਕਿਸੇ ਬੀਬੀ ਨੇ ਦਰਜ ਕਰਾਤਾ, ਇਹ ਨੌਬਤ ਨਾ ਆਉਂਦੀ ਤੇ ਚੰਗਾ ਸੀ। ਦੂਸਰੀ ਗੱਲ ਉਹ ਇਹ ਕਿ ਇਹਨਾਂ ਦੇ ਕੋਲੋਂ ਖਬਰ ਕਿੱਥੋਂ ਆਈ, ਅਰਵਿੰਦ ਕੇਜਰੀਵਾਲ ਦਾ ਲੈਟਰ ਹੈਡ ਨੇ ਕਿੱਥੋਂ ਵਰਤਿਆ, ਜਿਹਦੇ 'ਚ ਲਿਸਟ ਦੱਸੀ ਗਈ ਕਿ ਉੱਥੋਂ ਇਹੋ ਜਿਹੀ ਲਿਸਟ ਆਈ ਆ ਜਿਹਦੇ 'ਚ ਚੇਅਰਮੈਨਾਂ ਦੇ ਬਾਰੇ ਦੱਸਿਆ ਗਿਆ ਕਿ ਆਹ ਬਣਾਉਣੇ ਆ। ਉਹ ਸਾਰਾ ਕੁਝ ਇਹਨਾਂ ਨੂੰ ਕਿਹਨੇ ਦੱਸਿਆ ਸਾਨੂੰ ਨਹੀਂ ਪਤਾ। ਮੈਂ ਥੋੜ੍ਹਾ ਜਿਹਾ ਗੁਰਪ੍ਰੀਤ ਜੀ ਤੁਹਾਨੂੰ ਇਹ ਚੇਤਾ ਕਰਾਉਣਾ ਚਾਹੁੰਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ, ਪਿਛਲਿਆਂ 5 ਦਿਨਾਂ ਦੇ ਅੰਦਰ ਅੰਦਰ 8 ਵਾਰੇ ਚਿੱਠੀਆਂ ਜਾਰੀ ਹੋਈਆਂ ਸਨ ਕਿ ਉਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ, ਤੇ ਉਹ ਜਾਲੀ ਚਿੱਠੀਆਂ ਸਨ। ਅਖੀਰਲੀ ਚਿੱਠੀ ਜਦੋਂ ਆਈ ਉਦੋਂ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ 'ਚੋਂ ਬਕਾਇਦਾ ਰਿਲੀਜ਼ ਹੋਈ ਸੀ। ਜਿਨ੍ਹਾਂ ਕੋਲੋਂ ਚਿੱਠੀਆਂ ਪਹਿਲਾਂ ਆ ਗਈਆਂ ਸੀ ਉਹ ਸਾਰੇ ਸਾਨੂੰ ਕਹਿੰਦੇ ਸੀ ਤੁਸੀਂ ਚੰਗੇ ਬੰਦੇ, ਤੁਸੀਂ ਮੰਨਦੇ ਨਹੀਂ, ਚਿੱਠੀ ਤੇ ਆ ਗਈ ਨਵਜੋਤ ਸਿੱਧੂ ਦੇ ਨਾਂ ਦੀ। ਮੈਂ ਕਿਹਾ ਜੇ ਨਹੀਂ ਆਈ, ਉਹ ਆਖਰ ਆ ਗਈ ਸਾਡੇ ਕੋਲ ਆ। ਮੈਂ ਕਿਹਾ ਤੁਹਾਡੇ ਕੋਲ ਆ, ਇਹਨੂੰ ਸ਼ੀਸ਼ੇ 'ਚ ਮੜਾ ਕੇ ਲਾ ਲਓ, ਜੇ ਚਿੱਠੀ ਨਹੀਂ ਆਈ। ਉਹ ਮੈਂ ਉੱਥੇ ਚੰਡੀਗੜ੍ਹ ਗਿਆ ਸੀ, ਉੱਥੇ ਹਸਪਤਾਲ ਦੇ ਵਿੱਚ ਅਸੀਂ ਖੜੇ, ਉੱਥੇ ਮੈਨੂੰ 5-6 ਦੇ ਫੋਨ ਆ ਗਏ, ਆ ਚਿੱਠੀ। ਮੈਂ ਕਿਹਾ ਮੈਂ ਵੇਖ ਲਈ ਆ ਚਿੱਠੀ, ਇਹ ਚਿੱਠੀ ਜਾਲੀ ਆ। ਉਹ ਮੰਨਣ ਨੂੰ ਤਿਆਰ ਨਹੀਂ ਸੀ, ਅਗਲੇ ਦਿਨ ਮੰਨ ਲਿਆ ਉਹਨਾਂ ਨੇ ਕਿ ਚਿੱਠੀ ਜਾਲੀ ਹੈ। ਹੁਣ ਇੱਦਾਂ ਦੀਆਂ ਘਟਨਾਵਾਂ ਕਈ ਵਾਰ ਵਾਪਰ ਜਾਂਦੀਆਂ। ਇਹਨਾਂ ਦੇ ਕੋਲ ਕੇਜਰੀਵਾਲ ਦੀ ਚਿੱਠੀ ਵਾਲਾ ਲੈਟਰ ਹੈਡ ਕਿੱਥੋਂ ਆਇਆ, ਕਿਹਨੇ ਉਹ ਖਬਰ ਪਾਈ, ਇਹਨਾਂ ਨੂੰ ਪਤਾ ਕਰਨਾ ਚਾਹੀਦਾ ਸੀ, ਕਨਫਰਮ ਕਰ ਲੈਂਦੇ। ਜੇ ਕਨਫਰਮ ਨਹੀਂ ਸੀ ਕੀਤਾ ਤੇ ਅੱਗੇ ਨਾ ਭੇਜਦੇ। ਇੱਦਾਂ ਦੀਆਂ ਗੱਲਾਂ ਮੈਂ ਦਰਸ਼ਕਾਂ ਨੂੰ ਵੀ ਆਖੂੰਗਾ ਕਿ ਜੋ ਤੁਹਾਡੇ ਕੋਲ ਆ ਜਾਂਦਾ ਤੁਸੀਂ ਉਸੇ ਵੇਲੇ ਫਟਾਫਟ ਭੇਜਣਾ ਸ਼ੁਰੂ ਕਰ ਦਿੰਦੇ ਆ। ਪਿਛਲੇ ਮਹੀਨੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਭੇਜ ਦਿੱਤਾ ਕਿ ਉਹ ਤਾਂ ਜੀ ਹੁਣ ਚਲੋ ਮੈਂ ਕੀ ਕਹਿਣਾ। ਅੱਛਾ, ਉਹ ਕਈਆਂ ਲੋਕਾਂ ਨੇ ਅੱਗੇ ਦਾ ਅੱਗੇ ਤੋਰਨਾ ਸ਼ੁਰੂ ਕਰ ਦਿੱਤਾ, ਬਾਅਦ ਵਿੱਚ ਵੇਖਿਆ ਗਿਆ ਕਿ ਉਹ ਠੀਕ ਠਾਕ ਨੇ। ਹਰਕਿਸ਼ਨ ਸਿੰਘ ਸਰਜੀਤ ਨੂੰ ਜਿਉਂਦੇ ਨੂੰ 3 ਸੂਬਿਆਂ ਦੇ ਵਿੱਚ ਸ਼ਰਧਾਂਜਲੀਆਂ ਸਰਕਾਰਾਂ ਨੇ ਭੇਟ ਕਰ ਦਿੱਤੀਆਂ ਸੀ, ਔਰ ਉਹ ਬਾਅਦ ਵਿੱਚ ਪਤਾ ਲੱਗਾ ਕਿ ਉਹ ਤਾਂ ਠੀਕ ਠਾਕ ਨੇ। ਉਹ ਤੋਂ ਕਈ ਮਹੀਨੇ ਬਾਅਦ ਮੁੜ ਕੇ ਦੁਨੀਆ ਤੋਂ ਗਏ ਸਨ। ਇੱਦਾਂ ਦੀਆਂ ਕਈ ਗੱਲਾਂ ਅੱਜ ਕੱਲ੍ਹ ਅਫਵਾਹਾਂ ਜਿਹੜੀਆਂ ਫੈਲਦੀਆਂ ਉਹਨਾਂ ਤੋਂ ਬਚਣਾ ਚਾਹੀਦਾ। ਇਹ ਮੈਂ ਇਸ ਕਰਕੇ ਵੀ ਕਹਿਣਾ ਕਿ ਜਦੋਂ ਸੱਚੇ ਸੌਦੇ ਵਾਲੇ ਦਾ ਚੱਕਰ ਚੱਲਦਾ ਸੀ ਉਦੋਂ ਇੱਕ ਪੱਤਰਕਾਰ ਦੇ ਕੋਲ ਇੱਕ ਇਹੋ ਜਿਹੀ ਫੋਟੋ ਆ ਗਈ ਜਿਹੜੀ ਬੜੀ ਆਬਜੈਕਸ਼ਨੇਬਲ ਸੀ ਤੇ ਅਕਾਲੀ ਦਲ ਦੀ ਇੱਕ ਬੀਬੀ ਬਾਰੇ ਸੀ। ਉਸ ਪੱਤਰਕਾਰ ਨੇ ਕਿਸੇ ਅਕਾਲੀ ਵਰਕਰ ਨੂੰ ਵਿਖਾਤੀ, ਅਕਾਲੀ ਵਰਕਰ ਦੀ ਤੇ ਉਹਦੀ ਆਪੋ ਵਿੱਚ ਉੱਦਾਂ ਬਣਦੀ ਨਹੀਂ ਸੀ, ਹਾਸੇ 'ਚ ਉਹਨੇ ਵਿਖਾਤੀ। ਥੋੜ੍ਹਾ ਜਿਹਾ ਅੱਗੇ ਜਾ ਕੇ ਤੇ ਉਹਨੇ ਵਰਕਰ ਨੇ ਉਹਨੂੰ ਫੋਨ ਕੀਤਾ, ਯਾਰ ਤੇਰੇ ਕੋਲ ਜਿਹੜੀ ਫੋਟੋ ਸੀ ਤੂੰ ਮੈਨੂੰ ਭੇਜੇਂਗਾ? ਕਹਿੰਦਾ ਮੈਂ ਭੇਜ ਦਿੰਦਾ। ਤੇ ਉਹਨੇ ਉਸ ਵੇਲੇ WhatsApp ਕਰ ਦਿੱਤੀ। 1 ਘੰਟੇ ਬਾਅਦ ਪੁਲਿਸ ਕੋਲ ਜਾ ਕੇ ਕੇਸ ਦਰਜ ਹੋ ਗਿਆ ਕਿ ਫਲਾਨਾ ਪੱਤਰਕਾਰ ਤੁਹਾਡੇ ਖਿਲਾਫ ਆਹ ਖਬਰਾਂ ਫੈਲਾਉਂਦਾ, ਅਫਵਾਹ ਫੈਲਾਉਂਦਾ। ਉਹ ਮੁੜ ਕੇ ਜ਼ਮਾਨਤਾਂ ਕਰਾਉਂਦਾ ਫਿਰੇ। ਹੁਣ ਜਿਹੜੀ ਚੀਜ਼ ਤੁਹਾਡੇ ਕੋਲ ਆਈ ਆ ਜੋ ਗਲਤ ਹੈ, ਤੁਸੀਂ ਅਗਲੇ ਪਾਸੇ ਕਿਸੇ ਨੂੰ ਭੇਜ ਬੈਨੇ ਆ ਤੇ ਉਹਦੇ ਨਾਲ ਇੱਕ ਕਿਸਮ ਦਾ ਤੁਸੀਂ ਇੱਕ ਜੁਰਮ ਵਿੱਚ ਸ਼ਾਮਲ ਹੋ ਜਾਂਦੇ ਆ। ਇਹ ਦੋਵੇਂ ਸਿਆਣੇ ਬਿਆਣੇ ਲੀਡਰ ਸੀ, ਇਹਨਾਂ ਨੂੰ ਇਸ ਚੀਜ਼ ਬਾਰੇ ਪਹਿਲਾਂ ਚੰਗੀ ਤਰ੍ਹਾਂ ਪਤਾ ਕਰਨਾ ਚਾਹੀਦਾ ਸੀ ਕਿ ਚਿੱਠੀ ਇਹੋ ਜਿਹੀ ਕੋਈ ਹੈਗੀ ਵੀ ਆ ਜਾਂ ਕਿਸੇ ਨੇ ਬਣਾ ਕੇ ਉੱਦਾਂ ਹੀ ਅਫਵਾਹ ਫੈਲਾਈ ਹੈ। ਇਹਨਾਂ ਨੇ ਆਉਂਦੀ ਫਟਾਫਟ ਅਗਲੇ ਪਾਸੇ ਤੋੜ ਦਿੱਤੀ। ਇੱਦਾਂ ਦੀਆਂ ਗਲਤੀਆਂ ਕੇਂਦਰ ਸਰਕਾਰ ਦੇ ਵਿੱਚ ਬੈਠੇ 2-3 ਕੇਂਦਰੀ ਮੰਤਰੀ ਵੀ ਕਰ ਚੁੱਕੇ ਆ ਤੇ ਬਾਅਦ 'ਚ ਉਹਨਾਂ ਨੂੰ ਇਸ ਗੱਲ 'ਤੇ ਸ਼ਰਮਿੰਦੇ ਹੋਣਾ ਪਿਆ। ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਬਾਰੇ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ, ਮੰਤਰੀਆਂ ਨੂੰ ਵੀ, ਨਾਨ ਮੰਤਰੀਆਂ, ਵਿਰੋਧੀ ਧਿਰ ਦੇ ਲੀਡਰਾਂ ਨੂੰ ਵੀ, ਤੇ ਸਾਡੇ ਆਮ ਦਰਸ਼ਕਾਂ ਨੂੰ ਵੀ ਕੱਲ੍ਹ ਨੂੰ ਕਿਸੇ ਉਲਝਣ 'ਚ ਫਸ ਸਕਦੇ ਆ। ਮੈਂ ਫਿਰ ਇਹ ਕਹਿਣਾ ਕਿ ਪੰਜਾਬ ਦੇ ਜਿਹੜਾ ਕੇਸ ਦਰਜ ਹੋਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ, ਇਹ ਕੇਸ ਨਾ ਦਰਜ ਹੁੰਦਾ ਤੇ ਚੰਗਾ ਸੀ। ਇਹਦੇ ਨਾਲ ਬਿਹਤਰ ਇਹ ਸੀ ਕਿ ਜੇ ਇਹਨਾਂ ਬਿਆਨ ਜਾਰੀ ਕਰਤਾ ਸੀ, ਪੰਜਾਬ ਸਰਕਾਰ ਇਹਨਾਂ ਦੀ ਨਿਖੇਧੀ ਦਾ ਬਿਆਨ ਜਾਰੀ ਕਰ ਦਿੰਦੀ। ਇਹ ਕਹਿੰਦੀ ਆਮ ਆਦਮੀ ਪਾਰਟੀ ਕਿ ਇਹਨਾਂ ਨੇ ਬਹੁਤ ਗਲਤ ਕੀਤਾ, ਇਹ ਖਬਰ ਸਾਰੀ ਝੂਠੀ ਆ, ਅਗਲੇ ਦਿਨ ਤੱਕ ਪਤਾ ਲੱਗ ਜਾਣਾ ਸੀ ਝੂਠੀ ਆ। ਪਰ ਕੇਸ ਦੀ ਨੌਬਤ ਨਾ ਆਉਂਦੀ ਤੇ ਚੰਗਾ ਸੀ। ਇਹਦੇ ਨਾਲ ਇੱਕ ਨਵੀਂ ਕਿਸਮ ਦੀ ਕੁੜੱਤਣ ਪੈਦਾ ਹੋਊਗੀ ਜੀ। ਸੋ ਅੱਗੇ ਵੀ ਅਸੀਂ ਬੇਨਤੀ ਕਰਦੇ ਨੇ, ਜਿੱਦਾਂ ਪਨੂ ਸਾਹਿਬ ਨੇ ਕਿਹਾ ਉਸ ਹਿਸਾਬ ਨਾਲ ਤੁਸੀਂ ਜ਼ਰੂਰ ਇਸ ਗੱਲ ਦਾ ਖਿਆਲ ਰੱਖਿਆ ਕਰੋ ਕਿ ਸੋਸ਼ਲ ਮੀਡੀਆ ਇੱਕ ਫੇਕ ਦੁਨੀਆ, ਉਹਦੇ ਤੇ ਸਾਰੇ ਕੁਝ ਦੇ ਉੱਪਰ ਇਤਬਾਰ ਨਹੀਂ ਕੀਤਾ ਜਾਣਾ ਚਾਹੀਦਾ। ਦੂਜੀ ਗੱਲ ਪਨੂ ਸਾਹਿਬ ਇੱਕ ਹੋਰ ਸਾਂਝੀ ਕਰਾਂ ਤੁਹਾਡੇ ਨਾਲ, ਪਿਛਲੇ ਦਿਨੀ ਮਸਤੂਆਣਾ ਸਾਹਿਬ ਵਿਖੇ ਇੱਕ ਹਸਪਤਾਲ ਦਾ ਉਦਘਾਟਨ ਜਿਹੜਾ ਸੀਗਾ, ਨੀਂਹ ਪੱਥਰ ਜਿਹੜਾ ਸੀਗਾ ਉਹ ਮੁੱਖ ਮੰਤਰੀ ਸਾਹਿਬ ਰੱਖਦੇ ਆ ਤੇ ਨਾਲ ਉਹ ਦਾਅਵਾ ਕਰ ਦਿੰਦੇ ਆ ਵੀ 31 ਮਾਰਚ 2023 ਤੱਕ ਜਾਂਦੇ ਹਸਪੀਟਲ ਜਿਹੜਾ ਇਹ ਤਿਆਰ ਹੋ ਜਾਏਗਾ ਤੇ ਇੱਥੇ ਆਪਾਂ ਕਲਾਸਾਂ ਵੀ ਸ਼ੁਰੂ ਕਰ ਦੇਣੀਆਂ। ਅਚਾਨਕ ਉਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਾਹਮਣੇ ਆਉਂਦੀ ਹੈ ਗੱਲ ਵੀ ਉਹ ਇੱਕ ਜਿਹੜੀ ਜ਼ਮੀਨ ਦੇ ਉੱਪਰ ਬਣਨਾ ਸੀਗਾ, ਉਸ ਜ਼ਮੀਨ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਟੇ ਲੈ ਲਿਆ, ਕਿਉਂਕਿ ਉਹਨਾਂ ਦਾ ਇਤਰਾਜ਼ ਉਜਰ ਇਹ ਸੀਗਾ ਕਿ ਜਿਸ ਟਰਸਟ ਨੇ ਵੀ ਇਹ ਜ਼ਮੀਨ ਦਿੱਤੀ ਹੈ ਉਹਨਾਂ ਨੂੰ ਕੋਈ ਹੱਕ ਹਕੂਕ ਹੈ ਨਹੀਂ ਗਾ ਤੇ ਸਾਡੇ ਕੋਲੋਂ ਪੁੱਛਿਆ ਨਹੀਂ ਗਿਆ। ਤੇ ਹੁਣ ਇਹ ਪਤਾ ਲੱਗਦਾ ਫਿਰਦਾ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵੱਲੋਂ ਜਿਹੜਾ ਕੇਸ ਹੈ ਉਹ ਵਾਪਸ ਲੈਣ ਦੀ ਗੱਲ ਸ਼ੁਰੂ ਕਰ ਲਈ ਹੈ ਤੇ ਸ਼ਾਇਦ ਉਹ ਜਿਹੜਾ ਹਸਪੀਟਲ ਹੈ ਉਹ ਸਮੇਂ ਅਨੁਸਾਰ ਬਣ ਸਕੇ। ਤੁਹਾਡੀ ਗੱਲ ਠੀਕ ਹੈ, ਉਹ ਹਸਪਤਾਲ ਸਮੇਂ ਅਨੁਸਾਰ ਬਣ ਜਾਵੇਗਾ।
ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ ਜੋ ਕੀਤਾ ਸੀ ਉਹ ਠੀਕ ਨਹੀਂ ਸੀ। ਇਹਨਾਂ ਨੂੰ ਅਦਾਲਤ ਵਿੱਚ ਨਹੀਂ ਸੀ ਜਾਣਾ ਚਾਹੀਦਾ। ਰਾਜਨੀਤਿਕ ਕਿਹੜਾ ਕੱਢਣ ਵਾਸਤੇ ਇੱਕ ਹੱਦ ਤੱਕ ਰਹਿਣਾ ਚਾਹੀਦਾ, ਪਰ ਜੇ ਚਲੇ ਵੀ ਗਏ, ਇਲਾਕੇ ਦੇ ਲੋਕਾਂ ਦਾ ਇੱਕ ਤਰਫਾ ਦਬਾਅ ਸੀ ਕਿ ਸਾਨੂੰ ਹਸਪਤਾਲ ਦੀ ਲੋੜ ਹੈ, ਹਸਪਤਾਲ ਬਣਨ ਲੱਗਾ, ਤੁਸੀਂ ਕੀ ਕਰਦੇ ਪਏ ਹੋ। ਅਖੀਰ ਇੱਕ ਸਮਝੌਤਾ ਹੋ ਗਿਆ, ਦੇਰ ਆਏ ਦਰੁਸਤ ਆਏ, ਕਿਉਂਕਿ ਦੋਵਾਂ ਤਰ੍ਹਾਂ ਸਮਝੌਤਾ ਹੋ ਗਿਆ ਤੇ ਇਹਨਾਂ ਨੇ ਕਹਿਤਾ ਕਿ ਅਸੀਂ ਕੇਸ ਵਾਪਸ ਲੈ ਲੈਣ ਲੱਗੇ ਹਾਂ ਤੇ ਹਸਪਤਾਲ ਬਣਦਾ ਇਲਾਕੇ ਦੀ ਸੇਵਾ ਵਾਸਤੇ, ਇਲਾਕੇ ਦੀ ਲੋੜ ਵਾਸਤੇ, ਤੇ ਚੰਗੀ ਗੱਲ ਆ ਕਿਉਂਕਿ ਸਾਰਾ ਸਮਝੌਤਾ ਇੱਕ ਕਿਸਮ ਦਾ ਹੋ ਗਿਆ ਪੰਜਾਬ ਸਰਕਾਰ ਦਾ ਤੇ ਇਹਨਾਂ ਦਾ ਤੇ ਲੋਕਾਂ ਦਾ। ਉਸ ਸਮਝੌਤੇ ਦਾ ਧਿਆਨ ਕਰਦਾ ਮੈਂ ਸਮਝਦਾ ਇਹਦੇ ਉੱਤੇ ਬਹੁਤੀ ਚੀਰਫਾੜ ਨਹੀਂ ਕਰਨੀ ਚਾਹੀਦੀ। ਇੰਨਾ ਕਹਿਣਾ ਚਾਹੀਦਾ ਕਿ ਜੇ ਉੱਥੇ ਹਸਪਤਾਲ ਬਣਨ ਵਾਸਤੇ ਸਾਰੀਆਂ ਤਰ੍ਹਾਂ ਦਾ ਸਮਝੌਤਾ ਹੋ ਗਿਆ ਤੇ ਸਮਝੌਤਾ ਸਵਾਗਤਯੋਗ ਆ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹੜਾ ਹਸਪਤਾਲ ਮਨ ਵਿੱਚ ਚਿਤਵਿਆ ਗਿਆ, ਸਰਕਾਰ ਨੇ ਜਿਹੜਾ ਪਲਾਨ ਕੀਤਾ, ਜਿਹੜਾ ਲੋਕ ਚਾਹੁੰਦੇ ਆ ਉਹ ਬਣੇ ਤੇ ਛੇਤੀ ਬਣੇ ਤੇ ਲੋਕਾਂ ਦੀ ਸੇਵਾ ਵਾਸਤੇ ਪੇਸ਼ ਹੋਵੇ। ਅਸੀਂ ਬਾਕੀ ਗੱਲਾਂ ਇਹਨਾਂ ਦੀਆਂ ਪਿੱਛੇ ਕੀ ਕੁਝ ਹੁੰਦਾ ਰਿਹਾ, ਕਿਉਂ ਹੁੰਦਾ ਰਿਹਾ, ਉਹਦੀ ਚਰਚਾ 'ਚ ਪਾਵਾਂਗੇ ਤੇ ਉਹ ਜ਼ਿਆਦਾ ਚੰਗਾ ਸ਼ਾਇਦ ਫਾਇਦੇਮੰਦ ਨਾ ਹੋਵੇ। ਜੀ ਚਲੋ, ਚੰਗੀ ਗੱਲ ਹੈ ਜੀ ਵੀ ਜੇ ਇਹ ਸਾਰਾ ਕੁਝ ਨਿਵਰਤ ਹੋ ਗਿਆ ਤੇ ਉੱਥੇ ਹਸਪੀਟਲ ਬਣੂਗਾ, ਲੋਕਾਂ ਦੀ ਸਿਹਤ ਜਿਹੜੀ ਹੈ ਜੀ ਉਹਦੇ ਲਈ ਉਹਨਾਂ ਨੂੰ ਲਾਗੇ ਸਿਹਤ ਸਹੂਲਤਾਂ ਮਿਲਣਗੀਆਂ। ਅਗਲੀ ਗੱਲ ਪੰਜ ਸਾਹਿਬ ਕਰਾਂ ਤੇ ਪਿਛਲੇ ਦਿਨਾਂ ਦਾ ਇੱਕ ਮਸਲਾ ਬੜਾ ਭਖਿਆ ਤੇ ਉਹ ਮਸਲਾ ਸੀਗਾ ਕਿ ਦਿੱਲੀ 'ਚ ਇੱਕ ਨਵੀਂ ਐਕਸਾਈਜ਼ ਪਾਲਿਸੀ ਲਿਆਂਦੀ ਆਮ ਆਦਮੀ ਪਾਰਟੀ ਨੇ। ਜੇ ਮੈਂ ਗਲਤ ਨਹੀਂ ਤੇ ਸ਼ਾਇਦ ਅਜੇ ਉਹਨੂੰ ਲਾਗੂ ਨਹੀਂ ਕੀਤਾ ਸੀ, ਜੁਲਾਈ 'ਚ ਫਿਰ ਰੋਕ ਲਈ ਸੀ ਅਗਲੇ 6 ਮਹੀਨਿਆਂ ਲਈ। ਪਰ ਉਹਦਾ ਕਰਕੇ ਜਿਹੜਾ ਉਹ CBI ਦੇ ਛਾਪਿਆਂ ਵਾਲਾ ਕੰਮ, ਉਸ ਤੋਂ ਬਾਅਦ ED ਵਾਲਾ ਕੰਮ ਚੱਲ ਪਿਆ। ਮਨੀਸ਼ ਸਿਸੋਦੀਆ ਸਾਹਿਬ ਦੇ ਉੱਪਰ ਦਬਾਅ ਪੈ ਗਿਆ ਜੀ ਸ਼ਾਇਦ ਉਹਨਾਂ ਦੀ ਗ੍ਰਿਫਤਾਰੀ ਹੋ ਜੇ। ਉਸ ਤੋਂ ਬਾਅਦ ਪੰਜਾਬ ਵਾਲੇ ਪਾਸੇ ਨੂੰ ਧਿਆਨ ਹੋ ਗਿਆ ਸੀ। ਇਸ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੁੱਦਾ ਚੁੱਕਿਆ ਵੀ ਸੇਮ ਪਾਲਿਸੀ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ, ਜੇ ਉੱਥੇ ਗਲਤ ਹੈ ਤੇ ਪੰਜਾਬ 'ਚ ਸਹੀ ਕਿੱਦਾਂ ਹੋ ਸਕਦੀ, ਇਸ ਕਰਕੇ ਜਾਂਚ ਇੱਥੇ ਵੀ ਹੋਣੀ ਚਾਹੀਦੀ ਹੈ। ਰਾਜਪਾਲ ਸਾਹਿਬ ਤੱਕ ਪਹੁੰਚ ਹੋਈ ਸੀ, ਅਕਾਲੀ ਦਲ ਵੀ ਗਿਆ, ਕਾਂਗਰਸ ਪਾਰਟੀ ਵਾਲੇ ਵੀ ਗਏ, ਵੱਖ-ਵੱਖ ਦਿਨ ਵਫਦ ਲੈ ਕੇ ਉਹ ਕਹਿੰਦੇ ਵੀ ਇਹਦੀ ਜਾਂਚ ਕਰਾਓ। ਪਰ ਹੁਣ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਪਈ ਹੈ ਵੀ ਸ਼ਾਇਦ ਇਸੇ ਐਕਸਾਈਜ਼ ਪਾਲਿਸੀ ਦਾ ਕਰਕੇ ਕੋਈ ਪੈਸਾ ਪੂਸਾ ਜਿਹੜਾ ਜੀ ਉਹ ਵੱਧ ਵਟਿਆ ਪੰਜਾਬ ਸਰਕਾਰ ਨੇ। ਇਹਦੇ 'ਚ ਹੁਣ ਕਿਹੜੀ ਗੱਲ ਨੂੰ ਸਹੀ ਮੰਨੀਏ ਵੀ ਜੇ ਉਹ ਪਾਲਿਸੀ ਗਲਤ ਹੈ ਤੇ ਫਿਰ ਪੈਸਾ ਵੱਧ ਕਿੱਦਾਂ ਆ ਗਿਆ, ਤੇ ਜੇ ਮੰਨ ਲਓ ਪੈਸਾ ਜਿਹੜਾ ਉਹ ਪਹਿਲਾਂ ਵੀ ਆ ਸਕਦਾ ਸੀਗਾ ਪਾਲਿਸੀ ਦੇ ਹਿਸਾਬ ਨਾਲ, ਜੇ ਪਹਿਲਾਂ ਘੱਟ ਕੇ ਆਉਂਦਾ ਰਿਹਾ ਤੇ ਹੁਣ ਵੱਧ ਕਿੱਦਾਂ ਆ ਗਿਆ। ਫਿਰ ਕਿੱਥੇ ਕਿਤੇ ਜਾ ਕੇ ਤੁਹਾਨੂੰ ਲੱਗਦਾ ਵੀ ਕਿਹੜਾ ਟਾਂਕਾ ਥੋੜਾ ਢਿੱਲਾ? ਮੈਨੂੰ ਲੱਗਦਾ ਕਿ ਪਿਛਲੀ ਸਰਕਾਰ ਦੀ ਪਾਲਿਸੀ ਗਲਤ ਸੀ। ਇੱਥੇ ਜਾਣਬੁੱਝ ਕੇ ਸ਼ਰਾਬ ਮਹਿੰਗੀ ਕੀਤੀ ਜਾਂਦੀ ਸੀ। ਉਹਦਾ ਨਤੀਜਾ ਇਹ ਸੀ ਕਿ ਇੱਥੋਂ ਦੀ ਸ਼ਰਾਬ ਘੱਟ ਵਿਕਦੀ ਸੀ। ਸ਼ਰਾਬ ਵਿਕੇ ਤੇ ਉਹਦੇ ਤੇ ਐਕਸਾਈਜ਼ ਦੀ ਕਮਾਈ ਹੋਣੀ ਹੁੰਦੀ ਆ ਪੰਜਾਬ ਸਰਕਾਰ ਨੂੰ। ਜਦੋਂ ਇੱਥੋਂ ਦੀ ਘੱਟ ਵਿਕਦੀ ਸੀ, ਗੁਆਂਢ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੀ ਸਸਤੀ ਹੋਵੇ, ਚੰਡੀਗੜ੍ਹ 'ਚ ਵੀ ਸਸਤੀ ਹੋਵੇ, ਹਰਿਆਣੇ 'ਚ ਵੀ ਸਸਤੀ ਹੋਵੇ, ਉੱਥੋਂ ਟਰੱਕਾਂ ਦੇ ਟਰੱਕ ਭਰ ਕੇ ਸਮਗਲਿੰਗ ਹੁੰਦੀ ਸੀ ਤੇ ਪੰਜਾਬ 'ਚ ਆ ਕੇ ਵਿਕਦੀ ਸੀ। ਸਾਰੇ ਠੇਕਿਆਂ ਦੇ ਉੱਤੇ ਆ ਕੇ ਵਿਕਣ ਡਈ ਸੀ। ਕੋਈ ਵਿਰਲਾ ਵਾਂਝਾ ਬਚਿਆ ਹੋਊਗਾ, ਹਰ ਜ਼ਿਲ੍ਹੇ ਦੇ ਵਿੱਚ ਹੀ ਇਹ ਕੰਮ ਹੁੰਦਾ ਪਿਆ ਸੀ। ਉਹ ਕਮਾਈ ਜਿਹੜੀ ਆ ਉੱਧਰੋਂ ਹੁੰਦੀ ਸੀ, 2 ਨੰਬਰ ਦੀ ਕਮਾਈ ਹੁੰਦੀ ਸੀ। ਅਸਲ ਕਾਰਨ ਕੀ ਸੀ ਕਿ ਸ਼ਰਾਬ ਇੱਥੇ ਮਹਿੰਗੀ ਸੀ ਤੇ ਸਮਗਲ ਕੀਤੀ ਇੱਥੇ ਆ ਕੇ ਵਿਕਦੀ ਸੀ। ਹੁਣ ਇੱਥੋਂ ਪੰਜਾਬ ਤੋਂ ਕੋਈ ਸਮਗਲ ਕਰਕੇ ਹਰਿਆਣੇ 'ਚ ਜਾ ਕੇ ਮਹਿੰਗੀ ਭਾਵੇਂ ਵੇਚ ਲਏ, ਹਰਿਆਣੇ ਦੀ ਆ ਕੇ ਇੱਥੇ ਨਹੀਂ ਵਿਕਣੀ। ਮੈਂ ਦੂਸਰੀ ਗੱਲ ਵੀ ਕਹਿਣਾ, ਹਰਿਆਣੇ ਵਿੱਚ ਪੈਟਰੋਲ ਡੀਜ਼ਲ ਸਸਤਾ, ਹਿਮਾਚਲ 'ਚ ਸਸਤਾ, ਚੰਡੀਗੜ੍ਹ ਸਸਤਾ, ਸਾਡੇ ਪੰਜਾਬ 'ਚ ਮਹਿੰਗਾ। ਸਾਡੇ ਪੰਜਾਬ ਦੇ ਵਿੱਚ ਮੋਹਾਲੀ ਦੇ ਪੰਪਾਂ ਵਾਲੇ ਪਿੱਟਦੇ ਆ, ਕੁਰਾਲੀ ਵਾਲੇ ਪਿੱਟਦੇ ਆ, ਖਰੜ ਵਾਲੇ ਪਿੱਟਦੇ ਆ ਕਿ ਸਾਡੇ ਬਹੁਤੇ ਲੋਕ ਜਾ ਕੇ ਚੰਡੀਗੜ੍ਹ ਤੋਂ ਪਵਾ ਕੇ ਲਿਆਉਂਦੇ ਆ। ਜਿਹੜੀਆਂ ਬੱਸਾਂ ਦਿੱਲੀ ਨੂੰ ਜਾਣੀਆਂ ਹੁੰਦੀਆਂ ਉਹ ਇੱਥੋਂ ਭਰਾਉਣ ਦੇ ਬਜਾਏ ਉੱਥੋਂ ਜਾ ਕੇ ਰਸਤੇ 'ਚੋਂ ਭਰਾਉਂਦੇ, ਜਿੱਥੇ ਜਿਹੜੇ ਰਾਜ 'ਚ ਸਸਤਾ ਹੋਵੇ ਉੱਥੋਂ ਜਾ ਕੇ ਅਗਲੇ ਭਰਾਉਂਦੇ ਨੇ। ਜੇ ਇੱਥੇ ਪੈਟਰੋਲ ਡੀਜ਼ਲ ਵੀ ਸਸਤਾ ਕਰ ਦਿੱਤਾ ਜਾਵੇ, ਮੈਂ ਤਾਂ ਕਹੂੰਗਾ ਕਿ ਆ ਸ਼ਰਾਬ ਵਾਲਾ ਫਾਰਮੂਲਾ ਐਕਸਾਈਜ਼ ਵਾਲਾ ਜਿਹੜਾ ਪੈਟਰੋਲ ਪੰਪਾਂ ਤੇ ਵੀ ਕਰ ਦਿਓ। ਉਹਦਾ ਨਤੀਜਾ ਇਹ ਨਿਕਲੇਗਾ ਕਿ ਸਾਡੇ ਪੰਜਾਬ ਦੇ ਪੈਟਰੋਲ ਪੰਪਾਂ ਤੇ ਓਨਾ ਹੀ ਜ਼ਿਆਦਾ ਇੱਥੇ ਪੈਟਰੋਲ ਤੇ ਡੀਜ਼ਲ ਵਿਕੇਗਾ, ਔਰ ਜਿੰਨਾ ਵੱਧ ਵਿਕੇਗਾ ਉਨੀ ਟੈਕਸਾਂ ਦੀ ਕਮਾਈ ਸਰਕਾਰ ਨੂੰ ਵੱਧ ਹੋਵੇਗੀ। ਤੁਸੀਂ ਇੱਕ ਤਰੀਕਾ ਇਹ ਆ ਕਿ 5 ਰੁਪਏ ਟੈਕਸ ਲਾ ਕੇ ਲੀਟਰ ਦੇ ਉੱਤੇ ਤੇ ਜਿਹੜਾ 1000 ਲੀਟਰ ਵੇਚੋ ਤੇ ਉਸ 1000 ਲੀਟਰ ਦੇ ਉੱਤੇ 5000 ਰੁਪਏ ਕਮਾਓ। ਦੂਸਰਾ ਤਰੀਕਾ ਇਹ ਆ ਕਿ 5 ਰੁਪਏ ਦੇ ਬਜਾਏ 3 ਰੁਪਏ ਕਰ ਦਿਓ ਤੇ ਸਸਤਾ ਹੋਣ ਕਰਕੇ 1000 ਦੇ ਬਜਾਏ 2000 ਲੀਟਰ ਵਿਕ ਜਾਵੇ ਤੇ ਉਹ 5 ਦੇ ਬਜਾਏ 6000 ਰੁਪਏ ਤੁਹਾਨੂੰ ਕਮਾ ਦੇਗਾ। ਜਿਹੜਾ ਇਹ ਤਰੀਕਾ ਕਿ ਇਹਨੂੰ ਸਸਤਾ ਕਰ ਦਿਓ ਤਾਂ ਕਿ ਲੋਕ ਵੱਧ ਤੋਂ ਵੱਧ ਪੰਜਾਬ 'ਚੋਂ ਲੈਣ। ਜਿੰਨਾ ਤੁਸੀਂ ਸਸਤਾ ਕਰ ਦਿਓਗੇ ਉਹਨਾਂ ਪੰਜਾਬ 'ਚ ਵੱਧ ਵਿਕੇਗਾ, ਪੰਜਾਬ ਸਰਕਾਰ ਨੂੰ ਵੀ ਉਹ 'ਚੋਂ ਟੈਕਸਾਂ ਦੀ ਕਮਾਈ ਵੱਧ ਆਵੇਗੀ, ਇੱਥੋਂ ਦੇ ਕਾਰੋਬਾਰੀ ਵੀ ਫਾਇਦੇ 'ਚ ਰਹਿਣਗੇ, ਸਾਰੇ ਫਾਇਦੇ 'ਚ ਰਹਿਣਗੇ। ਇਹ ਜਿਹੜੇ ਪਿਛਲੇ ਸਾਲਾਂ 'ਚ ਗਲਤ ਢੰਗਾਂ ਨਾਲ ਆਪ ਕਮਾਈ ਕਰਦੇ ਰਹੇ, ਗਲਤ ਨੀਤੀ ਅਪਣਾ ਕੇ
ਸਮਗਲਰਾਂ ਨੂੰ ਮੌਕਾ ਦਿੰਦੇ ਸੀ ਕਿ ਉਹ ਨਾਲ ਦੇ ਰਾਜਾਂ ਤੋਂ ਲਾ ਕੇ ਮਾਲ ਵੇਚਣ ਇੱਥੇ, ਤੇ ਉਹਦੇ 'ਚੋਂ ਅਗਲੇ ਪਾਸੇ ਸਿਆਸੀ ਪਾਰਟੀਆਂ ਦੇ ਕਰਪਟ ਲੀਡਰਾਂ ਦੀਆਂ ਜੇਬਾਂ ਭਰਨ ਤੇ ਗੋਲਕਾਂ ਭਰਨ। ਉਹ ਇਸ ਗੱਲ ਦੇ ਉੱਤੇ ਭੜਕਦੇ ਪਏ ਆ ਕਿ ਨੀਤੀ ਗਲਤ ਆ, ਨੀਤੀ ਗਲਤ ਆ। ਜੇ ਨੀਤੀ ਗਲਤ ਆ ਤੇ ਕੱਲ੍ਹ ਦਾ ਸਰਕਾਰ ਨੇ ਅੰਕੜੇ ਦਿੱਤੇ ਆ ਕਿ ਪਿਛਲੇ ਸਾਲ ਇਹਨਾਂ 5 ਮਹੀਨਿਆਂ 'ਚ ਤੁਹਾਡੀ ਕਮਾਈ 2400 ਕਰੋੜ ਸੀ ਤੇ ਸਾਡੀ ਕਮਾਈ 3528 ਕਰੋੜ ਕਿਉਂ ਹੋ ਗਈ ਆ। ਇਹ 1150 ਕਰੋੜ ਦਾ ਫਰਕ ਕੱਲ੍ਹ ਦਾ ਸਰਕਾਰ ਨੇ ਦੱਸਿਆ ਇੱਕ ਦਿਨ ਪਹਿਲਾਂ ਦਾ, ਤੇ ਉਹਦੇ ਉੱਤੇ ਕੋਈ ਲੀਡਰ ਇਹਦਾ ਕਾਂਗਰਸ ਦਾ ਜਾਂ ਅਕਾਲੀਆਂ ਦਾ ਇਹ ਦੱਸਦਾ ਕਿਉਂ ਨਹੀਂ ਕਿ ਉਹਨਾਂ ਦੀ ਕਮਾਈ ਵੱਧ ਕਿਉਂ ਹੋ ਗਈ, ਤੁਹਾਡੀ ਕਮਾਈ ਘੱਟ ਕਿਉਂ ਸੀ। ਜੇ ਨੀਤੀਆਂ ਗਲਤ ਹੋਣ ਤਾਂ ਫਿਰ ਤਾਂ ਕਮਾਈ ਵੀ ਘਟਣੀ ਚਾਹੀਦੀ ਹੈ। ਇਹ ਕਹਿੰਦੇ ਜੀ ਉਹ ਵੱਡੇ ਵੱਡੇ ਅਦਾਰਿਆਂ ਵਾਲਿਆਂ ਨੂੰ ਕਮਾਈ ਕਰਨ ਦਾ ਮੌਕਾ ਦੇਣ ਵਾਸਤੇ ਕੀਤਾ ਗਿਆ। ਕਮਾਈ ਉਹਨਾਂ ਦੀ ਹੋਈ ਕਿ ਨਹੀਂ ਹੋਈ ਉਹ ਵੱਖਰਾ ਸਵਾਲ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਪੰਜਾਬ ਦੇ ਖਜ਼ਾਨੇ 'ਚ ਆਮਦਨ ਅੱਗੇ ਨਾਲੋਂ ਵਧੀ ਹੈ ਕਿ ਆਮਦਨ ਅੱਗੇ ਨਾਲੋਂ ਘਟੀ ਹੈ। ਸਾਫ਼ ਦਿਸਦਾ ਕਿ ਆਮਦਨ ਵਧੀ ਹੈ। ਮੈਂ ਕਹਿੰਦਾ ਜੀ ਇਹਨਾਂ ਮਾਮਲਿਆਂ 'ਚ ਆਮਦਨ ਵੱਧਦੀ ਹੋਵੇ, ਲੋਕਾਂ ਦੇ ਉੱਤੇ ਲੋਕਾਂ ਦੇ ਕੰਮਾਂ ਲਈ ਖਰਚਣ ਵਾਸਤੇ 4 ਪੈਸੇ ਆਉਂਦੇ ਹੋਣ ਤੇ ਲੋਕਾਂ ਨੂੰ ਆਪੇ ਨੀਤੀ ਠੀਕ ਲੱਗਣ ਲੱਗ ਪਣੀਆਂ, ਸਿਆਸੀ ਪਾਰਟੀਆਂ ਜ਼ੋਰ ਵਾਲਾ ਪਾਉਣਾ ਪਾਈ ਪਈ ਜਾਣ। ਜੀ ਅੱਛਾ, ਅਗਲੀ ਗੱਲ ਕਰਾਂ ਪੰਸੋ ਤੁਹਾਡੇ ਨਾਲ, ਤੇ ਉਹ ਹੈ ਤਾਂ ਗਵਾਂਢ ਵਾਲੇ ਦੇਸ਼ ਦੀ ਇਮਰਾਨ ਖਾਨ ਸਾਹਿਬ ਬਾਰੇ। ਇੱਕ ਤਾਂ ਪਾਕਿਸਤਾਨ ਦੇ ਵਿੱਚ ਜੋ ਹੜ੍ਹਾਂ ਨੇ ਮਾਰ ਮਾਰੀ ਹੈ ਜੀ, ਉਹਦਾ ਕਰਕੇ ਬਹੁਤ ਜ਼ਿਆਦਾ ਕਹਿ ਲਓ ਕਿ ਵੀ ਉੱਥੇ ਮੁਸ਼ਕਲ ਹਾਲਾਤ ਨੇ। ਬਹੁਤ ਵੱਡੇ ਲੈਵਲ ਦੇ ਉੱਪਰ ਫਸਲਾਂ ਤਬਾਹ ਹੋਈਆਂ, ਘਰ ਜਿਹੜੇ ਲੱਖਾਂ ਦੀ ਗਿਣਤੀ 'ਚ ਉਹ ਤਬਾਹ ਹੋਏ, ਜਿਹੜੀਆਂ ਜਾਨਾਂ ਗਈਆਂ ਉਹ ਵੱਖਰੀਆਂ ਗਈਆਂ। ਜੇ ਪਸ਼ੂ ਧਨ ਦੀ ਗੱਲ ਕਰੀਏ ਤਾਂ ਉਹਦਾ ਪਤਾ ਹੀ ਕੋਈ ਨਹੀਂ ਲੱਗਦਾ ਵੀ ਕਿੰਨਾ ਕੁ ਨੁਕਸਾਨ ਹੋ ਗਿਆ। ਹੁਣ ਇੱਕ ਪਾਸੇ ਤੇ ਇਹੋ ਜਿਹੇ ਹਾਲਾਤ ਹੋਣ, ਦੂਸਰੇ ਪਾਸੇ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੀ ਆਪਸੀ ਟਸਲ ਚੱਲੀ ਜਾਂਦੀ ਹੈ। ਕੋਈ ਕਹਿੰਦਾ ਜੀ ਵੀ ਮੇਰੇ ਕੋਲੇ ਸੱਤਾ ਚਾਹੀਦੀ, ਕੋਈ ਕਹਿੰਦਾ ਮੇਰੇ ਕੋਲੇ ਚਾਹੀਦੀ ਹੈ। ਇਹਦੇ 'ਚ ਹੁਣ ਜਿਹੜਾ ਇਮਰਾਨ ਖਾਨ ਹੋਰਾਂ ਦਾ ਇੱਕ ਬਿਆਨ ਸੀਗਾ ਵੀ ਜੇ ਹੁਣ ਇਹ ਸਾਰੇ ਕੁਝ ਨੂੰ ਸੁਧਾਰਨਾ ਤੇ ਖੂਨੀ ਇਨਕਲਾਬ ਵਾਲੇ ਪਾਸੇ ਨੂੰ ਜਾਣਾ ਪੈਣਾ, ਇਸ ਬਿਆਨ ਨੂੰ ਕਿੱਦਾਂ ਦੇਖਦੇ ਹੋ ਜੀ? ਇਹ ਇਮਰਾਨ ਖਾਨ ਪਤਾ ਨਹੀਂ ਇਨਕਲਾਬੀ ਕਿੱਧਰ ਦਾ ਆ ਗਿਆ। ਸਾਡੀ ਪਾਕਿਸਤਾਨ ਦੇ ਲੋਕਾਂ ਨਾਲ ਹਮਦਰਦੀ ਹੈ ਕਿ ਹੜ੍ਹਾਂ 'ਚ ਬੜੀ ਬੁਰੀ ਤਰ੍ਹਾਂ ਫਸੇ ਪਏ ਨੇ, ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਇਸ ਵੇਲੇ। ਇਹ ਮੌਕਾ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਮਤਭੇਦ ਭੁਲਾ ਕੇ, ਕੇਂਦਰ ਦੀ ਸਰਕਾਰ ਹੋਵੇ, ਸੂਬੇ ਦੀ ਸਰਕਾਰ ਹੋਵੇ, ਕੋਈ ਹੋਰ ਸੰਸਥਾ ਹੋਵੇ, ਸਾਰੇ ਉਹਨਾਂ ਦੀ ਮਦਦ ਕਰਨ। ਅਸੀਂ ਲੋਕਾਂ ਨੇ ਜਿਨ੍ਹਾਂ ਨੇ 1988 ਦੀ ਹੜ੍ਹ ਵੇਖੇ ਹੋਏ ਆ, ਨਵੀਂ ਪੀੜ੍ਹੀ ਸਾਡੀ ਨੂੰ ਨਹੀਂ ਪਤਾ, ਉਹ ਜਿਨ੍ਹਾਂ 1988 ਦੀ ਹੜ੍ਹ ਵੇਖੇ ਆ, ਜਿਨ੍ਹਾਂ ਨੂੰ ਪਤਾ 8-8 10-10 ਫੁੱਟ ਲੰਮੀ ਲਹਿਰ ਆਈ ਸੀ। ਅੱਜ ਇੱਥੇ ਢਿਲਵਾਲਾ ਟੋਲ ਪਲਾਜ਼ਾ ਉਹਦੇ ਉਰਲੇ ਪਾਸੇ ਜਿਹੜਾ ਰੇਲ ਦਾ ਪੁਲ ਹੁੰਦਾ ਸੀ, ਫਲਾਈ ਉਹਦੇ ਤੇ ਸੜਕ ਦਾ ਜੀਟੀ ਰੋਡ ਦਾ, ਉਹ ਪੁਲ ਪੂਰੇ ਸਪੈਨ ਸਮੇਤ ਹੀ ਛੱਤ ਸਮੇਤ ਚੁੱਕ ਕੇ ਜਾ ਕੇ 20-22 ਫੁੱਟ ਪਾਣੀ ਨੇ ਦੂਰ ਸੁੱਟਿਆ ਸੀ। ਤੇ ਜਿਹਨੂੰ ਦੱਸਦੇ ਸਾਂ ਕਿ ਉਹ ਪੁਲ ਹੀ ਚੁੱਕ ਕੇ ਤੇ ਹੜ੍ਹ ਨੇ ਸੁੱਟ ਦਿੱਤਾ, ਤੇ ਲੋਕੀ ਕਹਿੰਦੇ ਹੈ ਇੰਨਾ ਝੂਠ ਮੰਨਣ 'ਚ ਨਹੀਂ ਆਉਂਦਾ। ਤੇ ਬਾਅਦ ਵਿੱਚ ਕਈ ਸਾਲ ਉਹ ਮੁੜ ਕੇ ਬਣਦਾ ਰਿਹਾ ਸੀ, ਲੋਕੀ ਤੰਗ ਹੁੰਦੇ ਰਹੇ ਸਨ। ਅਸੀਂ ਜਾਣਦੇ ਹਾਂ ਕਿ ਹੜ੍ਹਾਂ 'ਚ ਕੀ ਹਾਲਤ ਬਣਦੀ ਹੈ। ਸਾਡੀ ਹਮਦਰਦੀ ਪਾਕਿਸਤਾਨ ਦੇ ਲੋਕਾਂ ਨਾਲ ਹੈ, ਪਰ ਸਾਨੂੰ ਦੁੱਖ ਹੈ ਕਿ ਇਹੋ ਜਿਹੇ ਮੌਕੇ ਦੇ ਉੱਤੇ ਵੀ ਪਾਕਿਸਤਾਨ ਦੇ ਲੀਡਰ ਸ਼ਰਮ ਨਹੀਂ ਕਰ ਰਹੇ। ਇਹ ਇਮਰਾਨ ਖਾਨ ਜਦੋਂ ਦੀ ਆਪਣੀ ਸਰਕਾਰ ਸੀ, ਇਹਦੀ ਪਤਨੀ ਜਿਹੜੀ ਉਹ ਜਾਦੂ ਟੂਣੇ ਕਰਨ ਵਾਲੀ ਆ, ਉਹਦੇ ਉੱਤੇ ਕਈ ਕਿਸਮ ਦੇ ਦੋਸ਼ ਲੱਗਦੇ ਸੀ, ਕਰਪਸ਼ਨ ਕਰਦੀ ਰਹੀ। ਕਾਰਪੋਰੇਟ ਘਰਾਣਿਆਂ ਦੀਆਂ ਫਾਈਲਾਂ ਵੀ ਇਮਰਾਨ ਖਾਨ ਕੋਲ ਬਾਅਦ 'ਚ ਜਾਂਦੀਆਂ ਸੀ। ਪਹਿਲਾਂ ਉਹ ਫੂਕਾ ਮਾਰ ਕੇ ਵੇਖਦੀ ਸੀ ਕਿ ਇਹ ਕੰਪਨੀ ਕੰਮ ਕਰਨ ਜੋਗੀ ਹੈਗੀ ਕਿ ਨਹੀਂ ਹੈਗੀ, ਇਹ 'ਚੋਂ ਕਿੰਨਾ ਕਮਾਲ ਲਿਆਂਦਾ ਜਾ ਸਕਦਾ। ਜਿਹੜੇ ਵਿਦੇਸ਼ਾਂ ਤੋਂ ਮਿਲੇ ਤੋਹਫੇ ਆ, ਸਾਡੇ ਇਹਨਾਂ ਏਸ਼ੀਅਨ ਦੇਸ਼ਾਂ ਦੇ ਵਿੱਚ ਹੋਰ ਕਿਸੇ ਲੀਡਰ ਬਾਰੇ ਮੈਂ ਅਜੇ ਤੱਕ ਨਹੀਂ ਸੁਣਿਆ ਕਿ ਉਹ ਤੋਹਫੇ ਵੀ ਵੇਚ ਕੇ ਖਾ ਗਿਆ ਹੋਵੇ। ਇਮਰਾਨ ਖਾਨ ਤੇ ਦੋਸ਼ ਲੱਗਾ ਕਿ ਉਹਨੇ ਇਹ ਵੀ ਕੰਮ ਕੀਤਾ। ਕਿਹੜਾ ਕੰਮ ਹੈ ਪੁੱਠਾ ਜਿਹੜਾ ਨੇ ਆਪ ਨਹੀਂ ਕੀਤਾ? ਇਹਨਾਂ ਨੇ ਨਵਾਜ਼ ਸ਼ਰੀਫ ਨੂੰ ਤੇ ਫਸਾਇਆ ਸੀ ਕਿ ਵਿਦੇਸ਼ਾਂ 'ਚ ਜਾਇਦਾਦ ਬਣਾਈ ਆ, ਪਰ ਜਦੋਂ ਇਹ ਪ੍ਰਧਾਨ ਮੰਤਰੀ ਬਣਿਆ ਤੇ ਅਲੀਮਾ ਟੈਕਸ ਦਾ ਰੌਲਾ ਪਿਆ ਸੀ। ਅਲੀਮਾ ਕੌਣ ਸੀ? ਇਹਦੀ ਆਪਣੀ ਭੈਣ ਦੇ ਉੱਤੇ ਦੋਸ਼ ਲੱਗਾ ਸੀ ਕਿ ਖਾੜੀ ਦੇ ਦੇਸ਼ਾਂ 'ਚ ਵਿਦੇਸ਼ਾਂ 'ਚ ਜਾ ਕੇ ਤੇ ਇਹਨੇ ਇਸ ਤਰ੍ਹਾਂ ਦੀ ਜਾਇਦਾਦ ਬਣਾਈ ਆ, ਜਿਹੜੀ ਜਾਇਦਾਦ ਨੂੰ ਬਚਾਉਣ ਵਾਸਤੇ ਹੁਣ ਟੈਕਸ ਦਾ ਫਾਰਮੂਲਾ ਲੱਭਿਆ ਜਾ ਰਿਹਾ। ਅੱਜ ਉਹ ਕਹਿੰਦਾ ਕਿ ਅਸੀਂ ਖੂਨੀ ਇਨਕਲਾਬ ਕਰਨਾ। ਖੂਨੀ ਕ੍ਰਾਂਤੀ ਦੀ ਲੋੜ ਇਹਨੂੰ ਕਿਉਂ ਪੈ ਗਈ ਆ? ਸਿਰਫ ਇਸ ਕਰਕੇ ਕਿ ਕੁਰਸੀ ਤੋਂ ਉੱਠ ਗਿਆ। ਜੇ ਕੱਲ੍ਹ ਨੂੰ ਇਹ ਕੁਰਸੀ 'ਤੇ ਆ ਕੇ ਬਹਿ ਜਾਵੇ, ਰਾਤੋਂ ਰਾਤ ਕੋਈ ਬਟਨ ਦੱਬ ਕੇ ਠੀਕ ਕਰ ਦੇਗਾ। ਇਹਦੇ ਕੋਲ ਭਵਿੱਖ ਨਕਸ਼ਾ ਕੀ ਹੈ ਲੋਕਾਂ ਵਾਸਤੇ? ਕੋਈ ਨਕਸ਼ਾ ਨਹੀਂ। ਇਹ ਗੱਲ ਠੀਕ ਹੈ ਕਿ ਅੱਜ ਦੀ ਤਰੀਕ ਵਿੱਚ ਵੀ ਇਮਰਾਨ ਖਾਨ ਤਾਕਤ ਹੈ, ਦੂਸਰੇ ਪਾਸੇ 8, 10, 12, 14 ਪਤਾ ਨਹੀਂ ਕਿੰਨੀਆਂ ਪਾਰਟੀਆਂ ਰਲ ਕੇ ਲੜ ਰਹੀਆਂ ਨੇ। ਇੱਥੇ ਇਹਦੀ ਇਕੱਲੀ ਪਾਰਟੀ ਜਿਹੜੀ ਹੈ ਉਹਨਾਂ ਦੇ ਮੁਕਾਬਲੇ 'ਚ ਇੱਕ ਧਿਰ ਆ, ਵੱਡੀ ਧਿਰ ਆ, ਔਰ ਆਉਣ ਵਾਲੇ ਸਮੇਂ 'ਚ ਉਹਨਾਂ ਸਾਰਿਆਂ ਨੂੰ ਫਸਵੀਂ ਟੱਕਰ ਇਹ ਇਕੱਲਾ ਵੀ ਦੇ ਸਕਦਾ। ਇਹ ਗੱਲ ਤੇ ਮੰਨਣੀ ਪਊ। ਪਰ ਜਿਹੜੀਆਂ ਖੂਨੀ ਇਨਕਲਾਬ ਦੀਆਂ ਗੱਲਾਂ ਕਰਦਾ, ਇਹੋ ਜਿਹੀਆਂ ਫੜਾਂ ਇਹਨੂੰ ਨਹੀਂ ਮਾਰਨੀਆਂ ਚਾਹੀਦੀਆਂ। ਇਹ ਫਾਲਤੂ ਗੱਲਾਂ ਰਾਜਨੀਤੀ ਦੇ ਵਿੱਚ ਮਾਹੌਲ ਵਿਗਾੜਨ ਵਾਲੀਆਂ ਸਾਬਤ ਹੋ ਸਕਦੀਆਂ। ਇਹ ਵੈਸੇ ਪੰਸੋ ਇਹ ਫਾਰਮੂਲਾ ਤੇ ਇਕੱਲੇ ਇੱਥੇ ਤਾਂ ਨਹੀਂ, ਮੈਨੂੰ ਲੱਗਦਾ ਦੁਨੀਆ ਭਰ 'ਚ ਚੱਲਦਾ ਵੀ ਜਿੱਥੇ ਕਿਤੇ ਵੀ ਕਿਸੇ ਲੀਡਰ ਨੂੰ ਲੱਗਦਾ ਵੀ ਹੁਣ ਮੈਨੂੰ ਥੋੜ੍ਹਾ ਜਿਹਾ ਉੱਭਰਨ ਦੀ ਲੋੜ ਆ, ਉਹ ਜਾਂ ਕੋਈ ਯਾਤਰਾ ਸ਼ੁਰੂ ਕਰ ਲੈਂਦਾ, ਜਾਂ ਲੋਕਾਂ ਨੂੰ ਨਾਲ ਤੋਰਨ ਦੀ ਕੋਸ਼ਿਸ਼ ਕਰ ਲੈਂਦਾ, ਜਾਂ ਲੋਕਾਂ ਨੂੰ ਕਹਿੰਦਾ ਘਰਾਂ ਤੋਂ ਬਾਹਰ ਨਿਕਲ ਆਓ, ਹੁਣ ਤੁਸੀਂ ਇੱਦਾਂ ਕਰ ਦਿਓ, ਉੱਦਾਂ ਕਰ ਦਿਓ। ਤੇ ਜਦੋਂ ਕੁਰਸੀ ਮਿਲ ਜਾਂਦੀ ਹੈ ਫਿਰ ਉਦੋਂ ਬਾਅਦ ਮੁੜ ਕੇ ਕਿਸੇ ਦਾ ਚੇਤਾ ਹੀ ਨਹੀਂ ਰਹਿੰਦਾ।
ਇਹ ਜਿਹੜਾ ਥੋੜੇ ਸਮੇਂ ਦੇ ਲਈ ਲੋਕਾਂ ਨੂੰ ਆਪਣੇ ਵੱਲ ਖਿੱਚਣਾ, ਉਹਨਾਂ ਨੂੰ ਕੋਈ ਲਾਰਾ ਲਾ ਲਓ, ਕੁਝ ਹੋਰ ਕਰ ਲਓ, ਇੱਕ ਤਰ੍ਹਾਂ ਆਪਣਾ ਕੰਮ ਕੱਢ ਲਓ ਤੇ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਕਰਕੇ ਪਾਸੇ ਹੋ ਜਾਣਾ। ਤੁਹਾਨੂੰ ਲੱਗਦਾ ਨਹੀਂ ਵੀ ਸਿਆਸਤ ਦੇ ਵਿੱਚ ਦੁਨੀਆ ਭਰ 'ਚ ਇੱਕ ਤਰ੍ਹਾਂ ਦਾ ਨਿਘਾਰ ਆ ਗਿਆ, ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਕਹਿੰਦੇ ਜੀ ਅਸੀਂ ਤਰੱਕੀ ਕਰਨੀ ਤਰੱਕੀ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ, ਪਰ ਆਹ ਜਿਹੜਾ ਪੋਲੀਟੀਕਲੀ ਲੋਕਾਂ ਨੂੰ ਵਰਤਣ ਵਾਲੀ ਤਰੱਕੀ ਆ ਦਿਨ ਪ੍ਰਤੀ ਦਿਨ, ਇਹ ਨਹੀਂ ਵੱਧਦੀ ਜਾਂਦੀ? ਇਹ ਸਾਰੇ ਇਹੋ ਕੁਝ ਕਰਦੇ ਪਏ ਨੇ। ਸਾਡੇ ਭਾਰਤ ਵਿੱਚ ਵੀ ਇਹੋ ਕੁਝ ਹੁੰਦਾ, ਬੰਗਲਾਦੇਸ਼ ਵਿੱਚ ਵੀ ਇਹੋ ਕੁਝ ਹੁੰਦਾ। ਹੁਣੇ ਸ੍ਰੀਲੰਕਾ 'ਚ ਅਸੀਂ ਕੀ ਹੁੰਦਾ ਵੇਖਿਆ, ਜਿਹੜਾ ਰਾਸ਼ਟਰਪਤੀ ਤੇ ਉਹਦਾ ਟੱਬਰ ਸਾਰੇ ਦੇ ਸਾਰੇ ਚੌਧਰਾਂ ਕਰਦੇ ਹੁੰਦੇ ਸੀ। ਇੱਕ ਭਰਾ ਰਾਸ਼ਟਰਪਤੀ, ਦੂਸਰਾ ਪ੍ਰਧਾਨ ਮੰਤਰੀ, ਬਾਕੀ ਟੱਬਰ ਦੇ ਜੀ ਅੱਡ ਅੱਡ ਸਰਕਾਰੀ ਅਹੁਦਿਆਂ ਤੇ ਸੀ। ਲੋਕ ਸੜਕਾਂ ਤੇ ਨਿਕਲ ਆਏ, ਲੋਕ ਰਾਸ਼ਟਰਪਤੀ ਭਵਨ 'ਚ ਜਾ ਵੜੇ, ਇਹ ਸਾਰਾ ਹੀ ਟੱਬਰ ਭੱਜ ਗਿਆ। ਹੁਣ ਉਹ ਵਾਰੀ-ਵਾਰੀ ਇੱਕ ਇੱਕ ਕਰਕੇ ਸ੍ਰੀਲੰਕਾ 'ਚ ਵਾਪਸ ਆਉਂਦੇ ਪਏ ਆ ਤੇ ਉਹਨਾਂ ਦੇ ਜਿਹੜੇ ਚੇਲੇ ਚਾਂਟੇ ਚਮਚੇ ਆ ਉਹ 에ਅਰਪੋਰਟ ਦੇ ਉੱਤੇ ਜਾ ਕੇ ਤੇ ਉਹਨਾਂ ਨੂੰ ਇਹ ਝੰਡੇ ਵਿਖਾ ਰਹੇ ਆ ਕਿ ਤੁਸੀਂ ਦੁਬਾਰਾ ਸੰਘਰਸ਼ ਕਰੋ, ਆਪਾਂ ਫਿਰ ਸਰਕਾਰ ਦੇ ਉੱਤੇ ਕਬਜ਼ਾ ਕਰਨਾ। ਵੀ ਤੁਸੀਂ ਸਰਕਾਰ ਤੇ ਕਬਜ਼ਾ ਕਰੋਗੇ, ਅੱਗੇ ਕੋਈ ਕਸਰ ਰਹਿ ਗਈ ਹੈ ਜਿਹੜੀ ਪੂਰੀ ਕਰਨ ਵਾਸਤੇ ਦੁਬਾਰਾ ਆ ਗਏ? ਇਹ ਸਾਡੇ ਇਹਨਾਂ ਏਸ਼ੀਅਨ ਦੇਸ਼ਾਂ ਵਿੱਚ ਤਾਂ ਕੰਮ ਜ਼ਿਆਦਾ ਹੋਇਆ ਪਿਆ, ਕੁਝ ਦੂਸਰੇ ਦੇਸ਼ਾਂ ਵਿੱਚ ਵੀ ਚੱਲਦਾ, ਪਰ ਸਾਡੇ ਆਂਢ ਗੁਆਂਢ ਦੇ ਦੇਸ਼ਾਂ ਦਾ ਸਾਨੂੰ ਪਤਾ ਕਿ ਜੋ ਇਮਰਾਨ ਖਾਨ ਕਰਦਾ ਪਿਆ ਉਹ ਲਗਭਗ ਇਹਨਾਂ ਸਾਰੇ ਦੇਸ਼ਾਂ 'ਚ ਹੀ ਹੁੰਦਾ। ਰੂਪ ਵੱਖੋ ਵੱਖਰੇ ਆ, ਇਹਨਾਂ 'ਚੋਂ ਕੋਈ ਵੀ ਕਿਸੇ ਵਕਤ ਵੀ ਕਿਸੇ ਕਿਸਮ ਦਾ ਭੜਕਾਊ ਨਾਅਰਾ ਔਰ ਕਿਸੇ ਵੀ ਹੱਦ ਤੱਕ ਜਾਣ ਵਾਲਾ ਭੜਕਾਊ ਨਾਅਰਾ ਦੇ ਸਕਦਾ, ਮਰਨ ਤੱਕ ਦਾ ਦੇ ਸਕਦਾ, ਕੁਰਬਾਨੀਆਂ ਕਰਨ ਦਾ ਦੇ ਸਕਦਾ, ਫਾਹ ਲੈਣ ਤੱਕ ਜੋ ਮਰਜ਼ੀ ਜਾ ਸਕਦੇ ਆ। ਜਦੋਂ ਲੀਡਰ ਇੱਕ ਵਾਰੀ ਬੇਸ਼ਰਮ ਹੋ ਜਾਵੇ ਨਾ, ਫਿਰ ਉਹ ਅੱਗੇ ਜਾਂਦਾ ਹੁੰਦਾ, ਮੁੜ ਕੇ ਪਿਛਾਂਹ ਨਹੀਂ ਮੁੜਦਾ ਹੁੰਦਾ। ਜੀ ਆਨੇ ਵਧੀਆ, ਲੋਕਾਂ ਨੂੰ ਪਹਿਲਾਂ ਉਕਸਾ ਲਓ, ਆਪਣਾ ਤੁਸੀਂ ਕੰਮ ਸੈੱਟ ਕਰ ਲਓ, ਤੇ ਜਦੋਂ ਦੇਸ਼ ਜਿਹੜਾ ਜੀ ਉਹ ਭੁੱਖਮਰੀ ਦੇ ਕੰਢੇ ਤੇ ਆ ਜੇ, ਲੋਕੀ ਰੋਟੀ ਕਰਨ ਤੇ ਉਦੋਂ ਤੁਸੀਂ ਜਹਾਜ਼ ਦੇ ਵਿੱਚ ਸਾਰਾ ਆਪਣਾ ਪੈਸਾ ਰੱਖ ਕੇ ਤੇ ਕਿਸੇ ਹੋਰ ਮੁਲਕ ਦੀ ਲੋਕਾਂ ਦੇ ਬੱਚਿਆਂ ਦੇ ਬਹਿਣ ਲਈ ਪ੍ਰਾਇਮਰੀ ਸਕੂਲਾਂ 'ਚ ਤੱਪੜ ਨਾ ਹੋਣ ਤੇ ਇਹਨਾਂ ਦੇ ਜਵਾਕ ਜਾ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਰਾਂਸ 'ਚ ਪੜ੍ਹਦੇ ਹੋਣ। ਜਦੋਂ ਪੜ੍ਹ ਲੈਣ ਤੇ ਹਕੂਮਤ ਕਰਨ ਵਾਸਤੇ ਜਵਾਕਾਂ ਨੂੰ ਸਿੱਧਾ ਇੱਥੇ ਸੱਦ ਲਓ। ਇਹ ਜਿਹੜੀ ਪਾਰਟੀ ਜਿਹੜੇ ਲੀਡਰ ਨੇ ਵੀ ਕੀਤਾ, ਲੋਕਾਂ ਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਔਰ ਸਮਝਣਾ ਚਾਹੀਦਾ ਕਿ ਇਹ ਸਾਡੇ ਨਾਂ ਦੇ ਉੱਤੇ ਠੱਗੀਆਂ ਕਰਦਾ ਪਿਆ, ਇਹ ਲੀਡਰ ਹੀ ਨਹੀਂ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਖੇਡ ਖੇਡਦਾ ਪਿਆ। ਜੀ ਵਰੁਣ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਸਾਰਾ ਕੁਝ ਡਿਟੇਲ 'ਚ ਸਮਝਾਇਆ ਜੀ, ਬੜਾ ਧੰਨਵਾਦ ਤੁਹਾਡਾ। ਜੀ ਮਿਹਰਬਾਨੀ, ਸ਼ੁਕਰੀਆ ਜੀ। ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇਸ ਪ੍ਰੋਗਰਾਮ ਨੂੰ ਵੀ ਤੁਸੀਂ ਇੱਕ ਤਾਂ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਜੀ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਹੁਣ ਦਿਓ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।